ਕੋਈ ਔਰਤ ਨਹੀਂ ਕਹੇਗੀ ਮੇਰੇ ਬੇਟੀ ਹੋਵੇ ਧੀ ਹੋਵੇ ਹੈ ਨਾ। ਤਾਂ ਮੈਨੂੰ ਵੀ ਆਸ ਸੀਗੀ ਚਲੋ ਵੀ ਬੇਟਾ ਹੋਏਗਾ। ਸਗੋਂ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਸੋਚਿਆ ਹੋਇਆ ਸੀ ਵੀ ਪੱਕਾ ਟੈਸਟ ਕਰਾਇਆ ਹੋਇਆ ਇਹਨਾਂ ਨੇ। ਮਦਨ ਲਾਲ ਨੂੰ ਵੀ ਪੱਕਾ ਉਹ ਸੀਗਾ ਵੀ ਟੈਸਟ ਕਰਾਇਆ ਵੀ ਇੰਨੇ ਸਾਲਾਂ ਬਾਅਦ ਵੀ ਬੇਟਾ ਹੀ ਹੋਣਾ। ਦੇਖੋ ਇਹ ਕਿਹੋ ਜੀ ਸੋਚ ਆ ਵੀ ਕਿਸੇ ਨੂੰ ਲੱਗਦਾ ਵੀ ਜੇ ਇੰਨੇ ਸਾਲ ਬਾਅਦ ਕੋਈ ਦੂਜੇ ਬੱਚੇ ਨੂੰ ਮਤਲਬ ਜਨਮ ਦੇ ਰਿਹਾ ਤਾਂ ਜ਼ਰੂਰ ਇਹਨੇ ਟੈਸਟ ਕਰਾਇਆ ਹੋਇਆ ਨਾ। ਵੀ ਜਾਇਦਾਦ ਭਾਵੇਂ ਮੁੰਡਾ ਸਾਂਭੇ ਭਾਵੇਂ ਕੁੜੀ ਸਾਂਭੇ, ਉਹਦੇ ਨਾਲ ਸਾਨੂੰ ਆਪਾਂ ਨੂੰ ਮਾਪਿਓ ਨੂੰ ਕੀ ਇਫੈਕਟ ਆ ਉਹਦਾ। ਉਹ ਸੱਸਾਂ ਜਿਨ੍ਹਾਂ ਦੇ ਮੁੰਡੇ ਉਹਨਾਂ ਨੂੰ ਆ ਕੇ ਮਤਲਬ ਰੋਟੀ ਪਾਣੀ ਵੀ ਨਹੀਂ ਪੁੱਛਦੇ, ਉਹ ਵੀ ਨੂੰਹ ਨੂੰ ਨਸੀਹਤ ਦੇਣਗੀਆਂ ਵੀ ਤੇਰੇ ਲਈ ਮੁੰਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ, ਕਿਉਂਕਿ ਸਾਡਾ ਰੁਤਬਾ ਬਣਦਾ ਉਹਦੇ ਨਾਲ ਹੈ ਨਾ। ਐਟ ਪ੍ਰੈਜ਼ੈਂਟ ਤੁਹਾਡੇ ਕੋਲ ਹੈਗਾ, ਤੁਸੀਂ ਉਹਨਾਂ ਦੀ ਲਾਈਫ ਵਧੀਆ ਬਣਾਉਣ ਬਾਰੇ ਉਹਨਾਂ ਬਾਰੇ ਸੋਚੋ। ਮੁੰਡਾ ਕਦੋਂ ਹੋਏਗਾ, ਕਦੋਂ ਪਲੇਗਾ, ਕਦੋਂ ਤੁਹਾਨੂੰ ਸੁੱਖ ਦੇਏਗਾ ਕਿ ਨਹੀਂ ਦੇਏਗਾ। ਤਾਂ ਜੇ ਦੇਣਾ ਤਾਂ ਤੁਹਾਨੂੰ ਕੁੜੀਆਂ ਨੇ ਵੀ ਦੇ ਦੇਣਾ, ਨਹੀਂ ਦੇਣਾ ਤੇ ਚਾਹੇ ਮੁੰਡੇ ਹੋਣ ਉਹਨਾਂ ਨੇ ਵੀ ਦੇਣਾ। ਵੀ ਆ ਜਿਹੜਾ ਇਹ ਚੁੱਪ ਕਰਕੇ ਇੱਕ ਕੋਨੇ ਲੱਗ ਕੇ ਬੈਠਾ ਰਹਿੰਦਾ ਜਾਂ ਕੋਈ ਫਿਲਮ ਚੱਲਦੀ ਰਹਿੰਦੀ ਹੈ ਜਾਂ ਮੋਬਾਈਲ, ਉਹ ਕਹਿਣਗੇ ਮੈਨੂੰ ਅੱਜ ਐਂ ਲੱਗਦਾ ਵੀ ਇਹਦੀ ਜਗ੍ਹਾ ਵੀ ਇੱਕ ਹੋਰ ਕੁੜੀ ਹੀ ਹੋ ਜਾਂਦੀ ਹੈ ਨਾ। ਅਸੀਂ ਬਿਲਕੁਲ ਆਪਣੀ ਧੀਆਂ ਨੂੰ ਬਹੁਤ ਮਾਣ ਨਾਲ, ਬੜੇ ਪਿਆਰ ਨਾਲ, ਬੜੇ ਗਰਵ ਨਾਲ ਪਾਲਿਆ। ਸਾਨੂੰ ਕਦੇ ਇਹ ਨਹੀਂ ਹੈ ਵੀ ਇਹ ਕੁੜੀਆਂ ਕੁੜੀਆਂ, ਮੈਂ ਕਦੇ ਨਹੀਂ ਇੱਦਾਂ ਦੀ ਰੋਈ ਵੀ ਕੁੜੀਆਂ ਕੁੜੀ ਨਾ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਰੁਪਿੰਦਰ ਸੰਧੂ। ਅੱਜ ਦੀ ਇਸ ਖਾਸ ਮੁਲਾਕਾਤ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਸਾਰੇ ਹੀ ਸੋਚਦੇ ਹੁੰਦੇ ਹਾਂ ਕਿ ਔਲਾਦ ਆ ਜਿਹੜੀ ਉਹ ਮਾਂ ਪਿਓ ਲਈ ਬਹੁਤ ਅਹਿਮ ਹੁੰਦੀ ਹੈ, ਬਹੁਤ ਜ਼ਰੂਰੀ ਹੁੰਦੀ ਆ। ਪਰ ਜਦੋਂ ਔਲਾਦ ਨੂੰ ਵੀ ਸਿਰਫ ਧੀ ਜਾਂ ਪੁੱਤਰ ਹੋਣ 'ਤੇ ਪਰਖਿਆ ਜਾਵੇ ਤਾਂ ਉਹ ਮੈਨੂੰ ਲੱਗਦਾ ਕਿ ਸਾਡੀ ਸਭ ਤੋਂ ਤਰਾਸਦੀ ਵਾਲੀ ਸੋਚ ਹੁੰਦੀ ਆ, ਜਾਂ ਬਹੁਤ ਹੇਠਲੇ ਪੱਧਰ ਦੀ ਸੋਚ ਕਹਿ ਸਕਦੇ ਹਾਂ। ਬਹੁਤ ਸਾਰੇ ਮਾਪਿਓ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਬੇਸ਼ੱਕ ਧੀਆਂ ਅਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਕਰਦੇ, ਪਰ ਸਾਡਾ ਆਲਾ ਦੁਆਲਾ ਖਾਸ ਕਰਕੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਆ ਜਾਂ ਸਾਡੇ ਨਾਲ ਮਿਲਣ ਵਰਤਣ ਵਾਲੇ ਲੋਕ ਹੁੰਦੇ ਆ, ਤਾਂ ਉਹ ਅਕਸਰ ਇਹੀ ਦੇਖਦੇ ਆ ਕਿ ਤੁਹਾਡੇ ਔਲਾਦ ਆ ਜਿਹੜੀ ਉਹ ਧੀਆਂ ਨੇ ਜਾਂ ਪੁੱਤਰ ਨੇ। ਉਹ ਮਾਪੇ ਜਿਨ੍ਹਾਂ ਦੇ ਇੱਕ ਜਾਂ ਦੋ ਧੀਆਂ ਹੁੰਦੀਆਂ ਨੇ ਜਾਂ ਸਿਰਫ ਧੀਆਂ ਹੁੰਦੀਆਂ ਨੇ, ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਹੁਣ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਕਦੇ ਕਦੇ ਲੋਕ ਤੁਹਾਡੇ 'ਤੇ ਤਰਸ ਕਰਦੇ ਨੇ, ਕਦੇ ਕਦੇ ਲੋਕ ਤੁਹਾਨੂੰ ਨਸੀਹਤਾਂ ਦਿੰਦੇ ਨੇ, ਪਰ ਫਿਰ ਵੀ ਉਹਨਾਂ ਮਾਪਿਆਂ ਨੂੰ ਹਮੇਸ਼ਾ ਸਜਦਾ ਕਰਨਾ ਬਣਦਾ ਜਿਹੜੇ ਔਲਾਦ ਨੂੰ ਸਿਰਫ ਔਲਾਦ ਸਮਝ ਕੇ ਪਾਲਦੇ ਨੇ। ਇਹੋ ਜਿਹਾ ਇੱਕ ਜੋੜਾ ਸਾਡੇ ਵਿਚਕਾਰ ਹੈ ਜਿਨ੍ਹਾਂ ਨਾਲ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਉਹਨਾਂ ਦੀਆਂ ਦੋ ਧੀਆਂ ਨੇ ਅਤੇ ਉਹਨਾਂ ਦਾ ਨਾਂ ਹੈ ਭੈਣ ਸਤਨਾਮ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਜਗਰਾਜ ਸਿੰਘ ਜੀ। ਭਾਜੀ SDO ਰਿਟਾਇਰਡ ਨੇ ਅਤੇ ਭੈਣ ਸਤਨਾਮ ਇਸ ਵੇਲੇ ਵੀ ਬਿਜਲੀ ਬੋਰਡ 'ਚ ਆਪਣੀ ਜਿਹੜੀ ਸੇਵਾ ਉਹ ਨਿਭਾ ਰਹੇ ਨੇ। ਸਾਰੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਾਂਗੇ। ਹੋ ਸਕਦਾ ਕਿ ਸੁਣਨ ਵਾਲਿਆਂ 'ਚੋਂ ਬਹੁਤ ਸਾਰੇ ਲੋਕ ਜਿਹੜੇ ਕਿ ਸ਼ਾਇਦ ਕਿਸੇ ਨਾ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਸ਼ਾਇਦ ਉਹ ਬਹੁਤ ਸਾਰੀਆਂ ਗਲਤੀਆਂ ਕਰਦੇ ਨੇ ਜਿਹੜੀਆਂ ਕਿ ਸਾਨੂੰ ਕੁੜੀਆਂ ਦੇ ਮਾਪਿਆਂ ਦੇ ਹੋਣ ਦੇ ਨਾਤੇ ਨਹੀਂ ਕਰਨੀਆਂ ਚਾਹੀਦੀਆਂ, ਅਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਬੀ ਸੋਸ਼ਲ ਚੈਨਲ ਦਾ। ਤੁਸੀਂ ਸਮਾਜ ਨੂੰ ਬਹੁਤ ਅੱਛੀ ਸੇਧ ਇਸ ਤਰ੍ਹਾਂ ਦੀ ਜਿਹੜੀਆਂ ਮੀਟਿੰਗਸ ਕਰਕੇ ਦੇ ਰਹੇ ਹੋ, ਉਹ ਇੱਕ ਬੜੀ ਵਧੀਆ ਅਤੇ ਉਸਾਰੂ ਸੋਚ ਹੈ ਇਸ ਚੈਨਲ ਦੀ। ਮੈਂ ਨਾ ਅਕਸਰ ਤੁਹਾਡੇ ਬਾਰੇ ਸੁਣਦੀ ਹੁੰਦੀ ਹਾਂ ਵੀ ਤੁਹਾਡੀ ਮਹਿਮਾਨ ਨਵਾਜ਼ੀ ਬਹੁਤ ਸੋਹਣੀ ਆ ਨਾ। ਬਹੁਤ ਸਾਰੇ ਲੋਕ, ਚਲੋ ਆਪਾਂ ਪਹਿਲਾਂ ਵੀ ਮਿਲਦੇ ਰਹਿੰਦੇ ਹਾਂ, ਪਰ ਜਦੋਂ ਮੈਂ ਇਸ ਟੌਪਿਕ ਦੇ ਉੱਪਰ ਅਸੀਂ ਇੰਟਰਵਿਊ ਕਰਨ ਲਈ ਸੋਚਿਆ ਸੀ ਤਾਂ ਬਹੁਤ ਸਾਰੇ ਜੋੜੇ ਸਾਨੂੰ ਆਮ ਮਿਲਦੇ ਆ ਵੀ ਜਿਨ੍ਹਾਂ ਦੇ ਇੱਕ ਕੁੜੀ ਜਾਂ ਦੋ ਕੁੜੀਆਂ ਹੁੰਦੀਆਂ ਜਾਂ ਸਿਰਫ ਕੁੜੀਆਂ ਹੀ ਹੁੰਦੀਆਂ ਨੇ। ਤਾਂ ਮੈਂ ਇਹੀ ਸੋਚ ਰਹੀ ਸੀ ਕਿ ਕੋਈ ਐਵੇਂ ਦਾ ਜੋੜਾ ਹੋਵੇ ਜਿਨ੍ਹਾਂ ਦਾ ਐਕਸਪੀਰੀਅੰਸ ਬਹੁਤ ਵੱਡਾ ਹੋਵੇ ਇਸ ਚੀਜ਼ ਨੂੰ ਲੈ ਕੇ ਨਾ। ਤਾਂ ਉਹ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਤੁਸੀਂ ਹੋ ਨਾ। ਮੈਂ ਜਦੋਂ ਸੋਚਿਆ ਕਿ ਤੁਹਾਡੇ ਨਾਲ ਹੀ ਇਹ ਗੱਲਬਾਤ ਕੀਤੀ ਜਾਵੇ। ਭਾਜੀ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? 31-32 ਸਾਲ ਹੋ ਗਏ। ਅੱਛਾ ਜੀ, 1990 'ਚ ਹੋਇਆ ਸੀਗਾ। 31-32 ਸਾਲ ਹੋ ਗਏ। ਹਾਂਜੀ। ਅਤੇ ਮੈਂ ਇੱਥੇ ਇਹ ਦੱਸ ਦੇਵਾਂ ਕਿ ਇਹਨਾਂ ਦੀਆਂ ਦੋ ਬੇਟੀਆਂ ਨੇ ਜਿਨ੍ਹਾਂ ਚੋਂ ਇੱਕ ਇਸ ਸਮੇਂ ਵਿਆਹ ਕੇ ਕੈਨੇਡਾ ਜਾ ਚੁੱਕੇ ਨੇ ਅਤੇ ਦੂਜੇ ਨੇ ਜਿਹੜੇ ਉਹ ਆਪਣੀਆਂ ਹਾਇਰ ਸਟੱਡੀਜ਼ ਲਈ ਦਿੱਲੀ ਰਹਿ ਕੇ ਪੜ੍ਹਾਈ ਕਰ ਰਹੇ ਨੇ। ਤਾਂ ਉਸ ਨਾਤੇ ਮਤਲਬ ਆਪਾਂ ਇਹਨਾਂ ਦਾ ਤਜਰਬਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੋਏਗਾ, ਕਿਉਂਕਿ ਇਹਨਾਂ ਨੇ ਦੋ ਬੜੇ ਖੂਬਸੂਰਤ ਬੱਚਿਆਂ ਨੂੰ ਪਾਲ ਕੇ ਮਤਲਬ ਹੈ ਨਾ ਉਸ ਤਜਰਬੇ 'ਤੇ ਹੀ ਗੱਲਬਾਤ ਕਰਨਗੇ। ਪਹਿਲੀ ਬੇਟੀ ਵਿਆਹ ਤੋਂ ਕਿੰਨੇ ਸਾਲ ਬਾਅਦ ਹੋਈ? ਪਹਿਲੀ ਬੇਟੀ ਸਾਲ ਬਾਅਦ ਹੋਈ ਸੀ। ਅੱਛਾ ਜੀ। ਵਿਆਹ ਤੋਂ ਸਾਲ ਬਾਅਦ। ਤਾਂ ਜਦੋਂ
ਪਹਿਲਾ ਬੱਚਾ ਹੁੰਦਾ ਤਾਂ ਕੋਈ ਆਪਾਂ ਨੂੰ ਨਹੀਂ ਹੁੰਦਾ ਵੀ ਕੁੜੀ ਹੈ ਕਿ ਮੁੰਡਾ ਹੈ। ਪਹਿਲੀ ਜਿਹੜਾ ਬੇਟੀ ਹੁੰਦੀ ਤਾਂ ਉਹਨੂੰ ਆਮ ਤੌਰ 'ਤੇ ਆਪਣੇ ਸਮਾਜ 'ਚ ਕਹਿੰਦੇ ਲੱਛਮੀ ਆ ਗਈ ਹੈ ਨਾ। ਹਾਂਜੀ। ਤਾਂ ਜਦੋਂ ਪਹਿਲੀ ਬੇਟੀ ਹੋਈ ਤਾਂ ਉਹਦੇ ਦਾਦਾ ਜੀ ਨੇ ਬਹੁਤ ਖੁਸ਼ੀ ਮਨਾਈ। ਅੱਛਾ ਜੀ। ਬਰਫੀ ਵੰਡੀ, ਪੂਰੇ ਰਜਿੰਦਰਾ ਹਸਪੀਟਲ 'ਚ ਉਹਦਾ ਬਰਥ ਹੋਇਆ ਸੀ। ਤਾਂ ਉਹਨੇ ਈਵਨ ਦਨ ਕਿ ਲੋਹੜੀ ਵੀ ਵੰਡੀ ਅਤੇ ਬਹੁਤ ਪਿਆਰ ਕੀਤਾ ਉਹਨਾਂ ਨੇ ਵੀ ਬੇਟੀ ਹੈ। ਉਹਨਾਂ ਨੇ ਕਦੇ ਇੱਦਾਂ ਉਹ ਕੀਤਾ ਨਹੀਂ ਸੀ ਵੀ ਪੋਤਾ ਹੋਵੇ। ਦਾਦੀ ਨੂੰ ਹੁੰਦਾ ਸੀ ਕਿ ਮੇਰੇ ਮੁੰਡੇ ਦੇ ਕੁੜੀ ਹੋ ਗਈ ਪਹਿਲਾਂ, ਅਤੇ ਉਹਦੇ ਦਾਦਾ ਜੀ ਬੜੇ ਬਰੋਡ ਮਾਈਂਡਡ ਸੀਗੇ। ਉਹਨਾਂ ਨੇ ਤਾਂ ਬਹੁਤ ਪਿਆਰ ਕੀਤਾ, ਬਹੁਤ ਖੁਸ਼ੀ ਮਨਾਈ ਵੀ ਬੇਟੀ ਹੋਈ ਹੈ। ਹਾਂਜੀ। ਅਤੇ ਮੈਨੂੰ ਵੀ ਮਹਿਸੂਸ ਨਹੀਂ ਹੋਇਆ। ਵੱਡੀ ਬੇਟੀ ਨੂੰ ਤਾਂ ਅਸੀਂ ਬਿਲਕੁਲ ਰਾਜਕੁਮਾਰਾਂ ਦੀ ਤਰ੍ਹਾਂ ਹੀ ਪਾਲਿਆ ਉਹਨੂੰ, ਵੀ ਇੰਨੇ ਪਿਆਰ ਨਾਲ। ਨਾਜ਼ੁਕ ਜੀ ਹੈ ਉਹ, ਹੁਣ ਵੀ ਨਾਜ਼ੁਕ ਹੈ। ਹਾਂਜੀ। ਭਾਜੀ ਤੁਹਾਨੂੰ ਕਿਵੇਂ ਲੱਗਿਆ ਸੀਗਾ, ਇੱਕ ਮਤਲਬ ਪਿਓ ਨੂੰ ਕਿਵੇਂ ਲੱਗਦਾ ਜਦੋਂ ਪਹਿਲੀ ਮੈਂ ਧੀ ਵਾਲਾ ਵੀ ਜਦੋਂ ਬੇਟੀ ਹੋਈ ਉੱਥੇ ਰਜਿੰਦਰਾ ਹਸਪਤਾਲ 'ਚ ਡੈਡੀ ਵੀ ਲੈ ਕੇ ਆਏ ਬਰਫੀ, ਅਤੇ ਮੈਂ ਵੀ ਲੈ ਆਇਆ ਸੀਗਾ। ਹਾਂਜੀ। ਅਤੇ ਜਦੋਂ ਵੰਡੀ ਤਾਂ ਡਾਕਟਰ ਕਹਿੰਦੇ ਕੁੜੀ ਹੋਈ ਹੈ, ਤੁਸੀਂ ਬਰਫੀ ਵੰਡੀ ਜਾਂਦੇ ਹੋ। ਮੈਂ ਡਾਕਟਰ ਸਾਹਿਬ ਤੁਹਾਨੂੰ ਤਾਂ ਨਹੀਂ ਕਹਿਣਾ ਚਾਹੀਦਾ, ਤੁਸੀਂ ਖੁਦ ਕੁੜੀਆਂ ਹੈਗੀਆਂ। ਮੈਂ ਵੀ ਤੁਹਾਨੂੰ ਤਾਂ ਸਗੋਂ ਕਹਿਣਾ ਚਾਹੀਦਾ ਵੀ ਅੱਛਾ ਕਰ ਰਹੇ ਹਾਂ। ਹਾਂਜੀ। ਮੈਂ ਵੀ ਇਹ ਤਾਂ ਸਮਾਜ ਨੂੰ ਸਗੋਂ ਆਪਾਂ ਨੂੰ ਚੰਗੀ ਗੱਲ ਕਰਨੀ ਚਾਹੀਦੀ ਹੈ। ਤੁਸੀਂ ਕੁੜੀ ਹੋਈ ਤਾਂ ਕੁੜੀ ਦੇ ਬਰਥ 'ਤੇ ਬਰਫੀ ਵੰਡਣੀ ਕੋਈ ਮਾੜੀ ਗੱਲ ਥੋੜ੍ਹਾ ਹੈਗੀ ਹੈ। ਫਿਰ ਉਹਨਾਂ ਨੇ ਮਹਿਸੂਸ ਕੀਤਾ, ਖੈਰ ਸਾਰੀਆਂ ਡਾਕਟਰਸ ਨੇ ਵੀ ਖੁਸ਼ੀਆਂ ਵੀ ਉਹ ਉਹਨਾਂ ਨੂੰ ਵੀ ਅੱਛਾ ਲੱਗਿਆ ਵੀ ਕੁੜੀ ਹੋਣ 'ਤੇ ਪਿਓ ਬਰਫੀ ਵੰਡ ਰਿਹਾ। ਨਹੀਂ ਤਾਂ ਕਹਿੰਦੇ ਆਮ ਤੌਰ 'ਤੇ ਹੁੰਦਾ ਨਾ ਵੀ ਕੁੜੀ ਹੋਈ ਤਾਂ ਬੰਦੇ ਉਦਾਸ ਹੋ ਜਾਂਦੇ ਆ। ਉਹੀ ਮਤਲਬ ਕਿ ਬੱਚਾ ਤਾਂ ਔਲਾਦ ਹੈ, ਜਿਹੜੀ ਔਲਾਦ ਭਾਵੇਂ ਮੁੰਡਾ ਹੈ ਭਾਵੇਂ ਕੁੜੀ ਹੈ, ਉਹਦਾ ਇਫੈਕਟ ਜਿਹੜਾ ਲਾਈਫ ਦੇ ਵਿੱਚ ਆਉਣਾ ਉਹ ਤੁਹਾਡੀ ਗਾਈਡੈਂਸ 'ਤੇ ਆਉਣਾ। ਜੇ ਤੁਸੀਂ ਮੁੰਡੇ ਨੂੰ ਅੱਛਾ ਗਾਈਡ ਕਰੋਗੇ ਤਾਂ ਮੁੰਡਾ ਅੱਛਾ ਕਰੇਗਾ। ਜੇ ਕੁੜੀ ਨੂੰ ਮੁੰਡਿਆਂ ਵਾਂਗੂ ਬਣਾ ਦੋਗੇ ਤਾਂ ਕੁੜੀ ਵੀ ਮੁੰਡਿਆਂ ਨਾਲੋਂ ਜ਼ਿਆਦਾ ਅੱਛਾ ਪਰਫਾਰਮ ਕਰੇਗੀ ਲਾਈਫ ਦੇ ਵਿੱਚ। ਦੇਖੋ ਮੈਨੂੰ ਲੱਗਦਾ ਵੀ ਕੁੜੀ ਹੋਣ 'ਤੇ ਨਾ ਸਾਡੇ ਕੋਲ ਇੰਨੀਆਂ ਕੁ ਜ਼ਿਆਦਾ ਨਸੀਹਤਾਂ ਨੇ ਵੀ ਜਿਹੜੀਆਂ ਸਾਨੂੰ ਲੱਗਦਾ ਹੁੰਦਾ ਵੀ ਲੋਕ ਇੰਨੀਆਂ ਫਾਲਤੂ ਦੀਆਂ ਦੇ ਦਿੰਦੇ, ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਸ਼ਾਇਦ, ਹੈ ਨਾ। ਲੋਕੀ ਮੈਂ ਅਕਸਰ ਸੁਣਦੀ ਹੁੰਦੀ ਹਾਂ ਵੀ ਜਦੋਂ ਕਿਸੇ ਦੀ ਕੁੜੀ ਹੁੰਦੀ ਹੈ ਤਾਂ ਲੋਕ ਕਹਿਣਗੇ ਵੀ ਕੋਈ ਗੱਲ ਨਹੀਂ, ਹਨੇਰੀ ਆਈ ਹੈ ਤਾਂ ਮੀਂਹ ਵੀ ਆਊਗਾ, ਹੈ ਨਾ। ਜਾਂ ਫਿਰ ਉਹ ਪਿੱਛੇ ਕੁੜੀਆਂ ਦੇ ਸਿਰ 'ਤੇ ਵੇਖਣ ਲੱਗ ਜਾਂਦੇ ਆ ਵੀ ਇਹਦੇ 'ਤੇ ਪੱਗ ਬਣੀ ਹੋਈ ਆ, ਵੀ ਇਹਦਾ ਵੀਰ ਆਏਗਾ। ਬਹੁਤ ਸਾਰੀਆਂ ਕਹਾਣੀਆਂ ਨੇ ਵੀ ਚਿੜੀ ਜਾਂ ਕਾਂ, ਹੈ ਨਾ, ਵੀ ਚਿੜੀ ਜਾਂ ਮੋਰ, ਇਹੋ ਜਿਹੀਆਂ ਕਹਾਣੀਆਂ। ਅਤੇ ਫਿਰ ਲੋਕ ਇਹ ਵੀ ਕਹਿ ਦਿੰਦੇ ਆ ਵੀ ਚਲੋ ਨਿਰਾਸ਼ ਨਾ ਹੋਇਓ, ਸ਼ਾਇਦ ਤੁਸੀਂ ਨਿਰਾਸ਼ ਨਾ ਹੋਵੋ। ਅਤੇ ਇਹਦੀ ਬਜਾਏ ਮੈਨੂੰ ਲੱਗਦਾ ਵੀ ਇੱਕ ਮੁਬਾਰਕਬਾਦ ਕਹਿਣਾ ਸ਼ਬਦ ਬਹੁਤ ਛੋਟਾ ਹੁੰਦਾ ਇੰਨੀਆਂ ਗੱਲਾਂ ਦੀ ਬਜਾਏ, ਹੈ ਨਾ। ਅਤੇ ਤੁਹਾਡੇ ਪੇਕਿਆਂ ਦਾ ਕਿਵੇਂ ਦਾ ਰਿਐਕਸ਼ਨ ਸੀ? ਬਹੁਤ ਸਾਰੀਆਂ ਕੁੜੀਆਂ ਤਾਂ ਇਹ ਵੀ ਕਹਿ ਦਿੰਦੀਆਂ ਨੇ ਵੀ ਸਹੁਰੇ ਬੜੇ ਖੁਸ਼ ਸੀ, ਪੇਕਿਆਂ ਨੂੰ ਸੀ ਵੀ ਹਾਏ ਸਾਡੀ ਕੁੜੀ ਦਾ ਮੁੰਡਾ ਹੋ ਜਾਂਦਾ। ਨਹੀਂ, ਮੇਰੇ ਅਸੀਂ ਆਪ 2-3 ਭੈਣਾਂ, ਅਤੇ ਮੇਰੇ ਪਿਤਾ ਜੀ ਜਿਹੜੇ ਹੈਗੇ ਸੀ ਮੇਰੇ ਫਾਦਰ ਸਾਹਿਬ, ਅਤੇ ਉਹਨਾਂ ਨੇ ਕਦੇ ਇੱਦਾਂ ਦਾ ਨਹੀਂ ਵੀ ਕੁੜੀ ਹੈ ਜਾਂ ਮੁੰਡਾ ਹੈ ਨਾ। ਅਤੇ ਉਹ ਬੜੇ ਵਧੀਆ ਵਿਚਾਰਾਂ ਵਾਲੇ ਸੀਗੇ, ਅਤੇ ਉਹਨਾਂ ਨੇ ਉਹ ਬਹੁਤ ਪਿਆਰ ਕਰਦੇ ਸੀ ਮੇਰੀ ਬੇਟੀ ਨੂੰ ਵੀ। ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੁੰਡਾ ਹੋਣਾ ਸੀ ਜਾਂ ਕੁੜੀ, ਨਹੀਂ। ਅਤੇ ਦੂਜੀ ਬੇਟੀ ਜਦੋਂ ਤੁਹਾਡੀ ਫਿਰ ਕਿੰਨੇ ਸਾਲ ਬਾਅਦ ਹੋਈ? ਦੂਜੀ ਬੇਟੀ ਮੇਰੀ ਸਾਡੀ ਇਹ ਪਲੈਨਿੰਗ ਸੀ ਕਿ ਅਸੀਂ ਇੱਕੋ ਬੇਬੀ ਰੱਖਣਾ। ਅਤੇ 8 ਸਾਲਾਂ ਬਾਅਦ ਫਿਰ ਦੂਸਰਾ ਬੇਬੀ ਯਾਨੀ ਕਿ ਛੋਟੀ ਬੇਟੀ ਅਵਨੀਤ ਆਈ। ਤਾਂ ਉਹਦੇ ਪਿੱਛੇ ਵੀ ਰੀਜ਼ਨ ਸੀਗਾ, ਇਹਨਾਂ ਦਾ ਇੱਕ ਦੋਸਤ ਸੀਗੇ ਭਰਾਵਾਂ ਵਰਗੇ, ਤਾਂ ਉਹ ਕਹਿੰਦੇ ਵੀ 2 ਬੱਚੇ ਹੋਣੇ ਚਾਹੀਦੇ ਨੇ ਬਲੱਡ ਰਿਲੇਸ਼ਨ ਵਾਲੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਤਾਂ ਫਿਰ ਅਵਨੀਤ ਆਈ ਸੀ। ਜਦੋਂ ਅਵਨੀਤ ਦਾ ਬਰਥ ਹੋਇਆ, ਨੈਚੁਰਲੀ ਹਰ ਔਰਤ ਜਿਹੜੀ ਹੈ ਉਹ, ਕੋਈ ਵੀ ਸਦੀਆਂ ਤੋਂ ਚੱਲਿਆ ਆ ਰਿਹਾ ਇੱਦਾਂ ਪਿੱਛੋਂ ਤੋਂ ਹੀ, ਕਿ ਔਰਤ ਹਮੇਸ਼ਾ ਕਹੇਗੀ ਵੀ ਮੇਰੇ ਪੁੱਤਰ ਹੀ ਹੋਵੇ। ਕੋਈ ਔਰਤ ਨਹੀਂ ਕਹੇਗੀ ਵੀ ਮੇਰੇ ਬੇਟੀ ਹੋਵੇ, ਧੀ ਹੋਵੇ, ਹੈ ਨਾ। ਤਾਂ ਮੈਨੂੰ ਵੀ ਆਸ ਸੀਗੀ ਚਲੋ ਵੀ ਬੇਟਾ ਹੋਏਗਾ, ਅਤੇ ਉਹ ਬੇਟੀ ਸੀ। ਮੈਨੂੰ ਥੋੜ੍ਹਾ ਮਹਿਸੂਸ ਹੋਇਆ। ਅਤੇ ਮੇਰੀ ਭਰਜਾਈ ਨੇ ਆਉਣਾ ਸੀ ਪਿੰਡੋਂ, ਉਹਨਾਂ ਨੂੰ ਬੜੀ ਆਸ ਸੀਗੀ ਵੀ ਮੁੰਡਾ ਹੋਊਗਾ। ਦਾਦੀ ਨੂੰ ਵੀ ਬੜੀ ਆਸ ਸੀਗੀ, ਭੂਆ ਨੂੰ, ਸਭ ਨੂੰ ਇਹ ਸੀ ਵੀ 8 ਸਾਲਾਂ ਬਾਅਦ ਹੋ ਰਿਹਾ ਹੈ, ਵੀ ਹੋ ਸਕਦਾ ਟੈਸਟ ਕਰਾਇਆ ਹੋਵੇ ਤਾਂ ਬੇਟਾ ਹੀ ਹੋਣਾ ਹੈ। ਅਤੇ ਇੱਦਾਂ ਦਾ ਅਸੀਂ ਕੁਛ ਨਹੀਂ ਕੀਤਾ ਹੋਇਆ ਸੀ, ਕੋਈ ਟੈਸਟ ਵਗੈਰਾ ਕੁਛ ਨਹੀਂ ਸੀ। ਕਿਉਂਕਿ ਤੁਹਾਡੇ ਉਸ ਵਕਤ ਨਾ ਬਹੁਤ ਇਹ ਹੁੰਦਾ ਸੀਗਾ ਵੀ ਹਰ ਕੋਈ ਕਹਿੰਦਾ ਸੀ ਵੀ ਮਤਲਬ ਟੈਸਟ ਬਹੁਤ ਸੌਖੇ ਹੋ ਜਾਂਦੇ ਸੀਗੇ। ਬਿਲਕੁਲ, ਤਾਂ ਉਹ ਗਲਤ ਸੀਗਾ ਉਹ। ਜੇ ਹੋਰ ਅਸੀਂ ਟੈਸਟ ਕਰਾ ਲੈਂਦੇ, ਹੋ ਸਕਦਾ ਸੀ ਕਿੰਨੇ ਉਹ ਪਰੇਸ਼ਾਨੀ ਵਾਲਾ ਉਹ ਟਾਈਮ ਹੁੰਦਾ, ਹੈ ਨਾ। ਅਤੇ ਉਹ ਬੇਟੀ ਬੜੀ ਪਿਆਰੀ ਸੀ ਮੇਰੀ, ਛੋਟੀ ਵਾਲੀ ਜਿਹੜੀ, ਇਹਨੇ ਬਹੁਤ ਪਿਆਰ ਲਿਆ। ਤਾਂ ਮੇਰੇ ਪਿਤਾ ਜੀ ਨੇ ਜਿਹੜੀ ਪੰਜੀਰੀ ਭੇਜੀ ਇਹਦੇ ਹੋਏ 'ਤੇ, ਉਹਦੇ ਵਿੱਚ ਇੱਕ 2.5 ਤੋਲੇ ਦੀ ਚੇਨੀ ਹੈ ਮਟਰ ਮਾਲਾ, ਉਹ ਮੇਰੇ ਕੋਲ ਪਈ ਹੈ। ਜੇ ਇੱਥੇ ਮੈਂ ਪਾਇਆ, ਮੈਨੂੰ ਯਾਦ ਨਹੀਂ ਸੀ, ਮੈਂ ਲੈ ਆਈ ਹੁੰਦੀ, ਪਾ ਹੀ ਲੈਂਦੀ। ਤਾਂ ਉਹ ਕਹਿੰਦੇ ਸੀ ਵੀ ਤੇਰਾ ਮੁੰਡਾ ਹੋਏ ਚਾਹੇ ਤੇਰੀ ਕੁੜੀ ਹੋਵੇ,
ਮੁੰਡਾ ਹੁੰਦਾ ਤਾਂ ਵੀ ਅਸੀਂ ਇਹ ਪਾਣੀ ਸੀ, ਹੁਣ ਤੇਰੀ ਬੇਟੀ ਹੋਈ ਹੈ ਤਾਂ ਵੀ ਅਸੀਂ ਹੁਣ ਇਹ ਪਾਣੀ। ਤਾਂ ਉਹਨਾਂ ਨੇ ਮੁੰਡਿਆਂ ਵਾਂਗ ਹੀ ਟਰੀਟ ਕੀਤਾ। ਮੈਨੂੰ ਤੁਹਾਡੀ ਇਸ ਗੱਲ ਤੋਂ ਯਾਦ ਆ ਗਈ ਵੀ ਜਦੋਂ ਹੁਣ ਵੀ ਆਪਣੇ ਕੁੜੀਆਂ ਨੂੰ ਬੱਚਾ ਹੋਣ ਤੇ ਪੰਜੀਰੀ ਦਿੰਦੇ ਆ ਤਾਂ ਜ਼ਿਆਦਾ ਜਿਹੜੀ ਤਵੱਜੋ ਆ ਨਾ ਇਸੇ ਗੱਲ ਤੇ ਵੀ ਮੁੰਡਾ ਹੋਇਆ ਤਾਂ ਇੰਨਾ ਸਾਰਾ ਕੁਝ ਪਾਉਂਗੇ ਤੁਸੀਂ, ਤੇ ਜਦੋਂ ਕੁੜੀ ਹੁੰਦੀ ਹੈ ਕਹਿੰਦੇ ਨੇ ਚਲੋ ਕੁੜੀ ਹੋਈ ਆ ਹੁਣ ਤਾਂ ਮਤਲਬ ਜੋ ਸਰਦਾ ਤੁਹਾਡੇ ਤੋਂ ਪਾ ਉਹ ਦੇ ਦਿਓ। ਬਿਲਕੁਲ। ਤੇ ਭਾਜੀ ਤੁਹਾਡਾ ਰਿਐਕਸ਼ਨ ਕਿਵੇਂ ਦਾ ਸੀ ਦੂਜੀ ਬੇਟੀ ਤੇ? ਮੈਨੂੰ ਤਾਂ ਕਦੇ ਕੋਈ ਫੀਲਿੰਗ ਨਹੀਂ ਸੀ, ਮਤਲਬ ਕਿ ਮੈਂ ਕਦੇ ਇਦਾਂ ਸੋਚਿਆ ਹੀ ਨਹੀਂ ਸੀ ਮੁੰਡਾ ਹੋਵੇ ਜਾਂ ਕੁੜੀ ਹੋਵੇ। ਨਹੀਂ ਤਾਂ ਮੋਸਟਲੀ ਕੀ ਹੁੰਦਾ ਜਦੋਂ ਪਹਿਲੀ ਬੇਟੀ ਵੀ ਹੋਈ ਸੀਗੀ ਲੋਕੀ ਗੁਰਦੁਆਰੇ ਜਾ ਕੇ ਅਰਦਾਸ ਕਰਦੇ ਨੇ ਮੁੰਡਾ ਹੋਵੇ, ਮੈਂ ਕਦੇ ਅਰਦਾਸ ਨਹੀਂ ਕੀਤੀ ਸੀ ਮੁੰਡਾ ਹੋਵੇ। ਮੈਂ ਸਿਰਫ ਇਹੀ ਕਹਿੰਦਾ ਸੀ ਵਾਹਿਗੁਰੂ ਭਾਵੇਂ ਮੁੰਡਾ ਦੇਈ ਭਾਵੇਂ ਕੁੜੀ ਦੇਈ ਪਰ ਤੰਦਰੁਸਤ ਤੇ ਵਧੀਆ ਇੰਟੈਲੀਜੈਂਟ ਹੋਣ। ਮੈਂ ਇਹ ਜ਼ਰੂਰ ਕਹਿ ਕੇ ਆਇਆ ਸੀ, ਮੈਂ ਕਦੇ ਮੁੰਡੇ ਦੀ ਡਿਮਾਂਡ ਨਹੀਂ ਕੀਤੀ ਸੀ ਗੁਰਦੁਆਰੇ ਜਾ ਕੇ ਵੀ। ਹਾਂਜੀ। ਤੇ ਚਲੋ ਕੁਦਰਤੀ ਵੀ ਸਾਨੂੰ ਦੋਨੇ ਬੇਟੀਆਂ ਹੋਈਆਂ ਨੇ ਪਰ ਸਾਨੂੰ ਬਿਲਕੁਲ ਵੀ ਕਦੇ ਮਹਿਸੂਸ ਹੀ ਨਹੀਂ ਹੋਇਆ। ਵੈਸੇ ਮੈਨੂੰ ਲੱਗਦਾ ਵੀ ਬੰਦਿਆਂ ਨੂੰ ਲੋਕ ਮੁੰਡਿਆਂ ਨੂੰ ਜ਼ਿਆਦਾ ਸਲਾਹ ਦਿੰਦੇ ਹੁੰਦੇ ਆ ਵੀ ਤੁਸੀਂ ਉੱਥੇ ਜਾ ਕੇ ਮੱਥਾ ਟੇਕ ਲਓ ਜਾਂ ਤੁਸੀਂ ਉੱਥੇ ਜਾ ਕੇ ਇਲਾਜ ਕਰਾ ਲਓ ਜਾਂ ਤੁਸੀਂ ਇੱਥੋਂ ਟੈਸਟ ਕਰਾ ਲਓ ਨਾ, ਕਿਉਂਕਿ ਉਹਨਾਂ ਤੇ ਪ੍ਰਭਾਵ ਸਿਰਜਿਆ ਜਾਂਦਾ ਹੁੰਦਾ ਵੀ ਜੇ ਤੁਸੀਂ ਦੋਵੇਂ ਜੀ ਹੁਣ ਜਿਵੇਂ ਤੁਸੀਂ ਗਵਰਨਮੈਂਟ ਜੌਬ ਤੇ ਹੋ ਵੀ ਤੁਸੀਂ ਚੰਗਾ ਕਮਾਉਂਦੇ ਹੋ ਤਾਂ ਤੁਹਾਡੀ ਜਾਇਦਾਦ ਨੂੰ ਸਿਰਫ ਇੱਕ ਮੁੰਡਾ ਸੰਭਾਲ ਸਕਦਾ ਅੱਗੇ ਜਾ ਕੇ, ਐਵੇਂ ਦੇ ਕੋਈ ਆਲੇ ਦੁਆਲੇ ਤੇ ਵੀ ਨਹੀਂ ਸੀ ਤੁਹਾਡਾ ਕੁਝ? ਕਹਿੰਦੇ ਨੇ ਸੰਭੀ ਜਾਇਦਾਦ ਤੋਂ ਆਪਾਂ ਕੀ ਲੈਣਾ ਹੈ, ਜਾਇਦਾਦ ਨਾਲ ਮੋਹ ਕਰਨਾ ਤਾਂ ਮੂਰਖਤਾ ਹੈ। ਜਾਇਦਾਦ ਭਾਵੇਂ ਮੁੰਡਾ ਸਾਂਭੇ ਭਾਵੇਂ ਕੁੜੀ ਸਾਂਭੇ, ਉਹਦੇ ਨਾਲ ਸਾਨੂੰ ਆਪਾਂ ਨੂੰ ਮਾਪਿਓ ਨੂੰ ਕੀ ਇਫੈਕਟ ਆ ਉਹਦਾ? ਮੇਰੇ ਹਿਸਾਬ ਨਾਲ ਕੋਈ ਇਫੈਕਟ ਨਹੀਂ ਹੋਣਾ ਚਾਹੀਦਾ, ਨਾ ਹੀ ਉਹ ਸੋਚਣਾ ਚਾਹੀਦਾ। ਜਾਇਦਾਦ ਦਾ ਤਾਂ ਕੋਈ ਮਹੱਤਵ ਹੀ ਨਹੀਂ ਹੈਗਾ। ਜੇ ਅਸੀਂ ਡੀਪਲੀ ਸੋਚੀਏ ਜਾਇਦਾਦ ਦਾ ਕੋਈ ਮੀਨਿੰਗ ਨਹੀਂ, ਕੋਈ ਮਤਲਬ ਨਹੀਂ ਹੈਗਾ। ਇਹ ਤਾਂ ਇੱਕ ਸਾਡੀਆਂ ਰਹਿਣ ਸਹਿਣ ਦੀਆਂ ਉਹ ਨੇ ਸਹੂਲਤਾਂ ਨੇ। ਜਿਵੇਂ ਗੁਰਬਾਣੀ ਕਹਿੰਦੀ ਹੈ ਸੁਪਨੇ ਸੋ ਸੰਸਾਰ ਹੈ, ਵੀ ਇੱਕ ਸੁਪਨਾ ਦੇਖਣ ਆਏ ਹਾਂ ਅਸੀਂ। ਤੁਸੀਂ ਭਾਵੇਂ ਜੋ ਮਰਜ਼ੀ ਬਣਾਈ ਜਾਓ, ਉਹਦੇ 'ਚ ਆਫਟਰ ਆਲ ਅਸੀਂ ਕੋਈ ਨਾਲ ਥੋੜ੍ਹਾ ਲੈ ਕੇ ਜਾਣਾ। ਜਦੋਂ ਅੱਖਾਂ ਬੰਦ ਹੋ ਗਈਆਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਇਸ ਕਰਕੇ ਜਾਇਦਾਦ ਮੋਹ ਕਿਸੇ ਦਾ ਇਹ ਬੱਚਿਆਂ ਠੀਕ ਹੈ, ਬੱਚਿਆਂ ਵਾਸਤੇ ਸਹੂਲਤ ਬਣਾਓ ਤੇ ਚੰਗੀ ਗੱਲ ਹੈ, ਪਰ ਇਹਦੇ ਬਾਰੇ ਮੋਹ ਨਹੀਂ ਕਰਨਾ ਚਾਹੀਦਾ। ਬੱਚੇ ਦੇਖੋ ਆਪਾਂ ਕਹਿੰਦੇ ਵੀ ਮੁੰਡੇ ਹੋਣ, ਜਿਵੇਂ ਆਪਾਂ ਕਹਿੰਦੇ ਆ ਵੀ ਵਿਰਾਸਤ ਹੋਣੀ ਚਾਹੀਦੀ। ਮੇਰੇ ਆਫਿਸ ਦੇ ਵਿੱਚ ਲੜਕੀ ਹੁੰਦੀ ਸੀ, ਉਹ 9-10 ਭੈਣਾਂ ਸੀਗੀਆਂ। ਮੁੰਡੇ ਦੀ ਵੇਟ ਕਰਦੇ ਕਰਦੇ ਤਾਂ ਉਹ ਲੇਡੀ ਨੇ ਸਿੱਖਿਆ ਲੈ ਲਈ ਉਹ ਆਪਣੇ ਮਾਪਿਓ ਤੋਂ। ਉਹਦੀਆਂ 2 ਬੇਟੀਆਂ ਸੀਗੀਆਂ। ਫਿਰ ਉਹਨੂੰ ਸਮਝ ਆਈ, ਕਹਿੰਦੀ ਵੀ ਸਾਡੇ ਕੋਲ ਅਸੀਂ ਕਿਹੜਾ ਕੋਈ ਤਖਤ ਤੇ ਬਿਠਾਉਣਾ ਮੁੰਡਾ ਹੈ ਨਾ। ਜੇ ਕੁੜੀ ਹੋਏਗੀ ਧੀ ਹੋਏਗੀ, ਜੇ ਪ੍ਰੋਪਰਟੀ ਚਲੋ ਮੁੰਡਾ ਕੁੜੀ ਇਹ ਤਾਂ ਹੋਣਾ, ਮੁੰਡਾ ਵੀ ਹੋਣਾ ਚਾਹੀਦਾ, ਪੁੱਤਰ ਵੀ ਜ਼ਰੂਰੀ ਹੁੰਦੇ ਆ, ਰੱਬ ਜਿਨ੍ਹਾਂ ਨੂੰ ਦਿੱਤੇ ਆ ਲੰਬੀਆਂ ਉਮਰਾਂ ਹੋਣ ਸਭ ਦੀਆਂ ਹੈ ਨਾ। ਅਤੇ ਪਰ ਇਹ ਨਹੀਂ ਹੈ ਵੀ ਤੁਸੀਂ ਜਾਇਦਾਦ ਕੁੜੀਆਂ ਵੀ ਸੌਖੀਆਂ ਰਹਿਣ ਹੈ ਨਾ। ਜੇ ਹੁਣ ਜਾਇਦਾਦ ਕੁੜੀਆਂ ਵਰਤਣਗੀਆਂ ਖੁਸ਼ ਰਹਿਣ, ਉਹ ਖੁਸ਼ਹਾਲ ਰਹਿਣਗੀਆਂ। ਆਪਾਂ ਇਹ ਕਿਉਂ ਸੋਚੀਏ ਵੀ ਜੇ ਹੁਣ ਪ੍ਰੋਪਰਟੀ ਹੈ ਤਾਂ ਮੁੰਡਾ ਹੁੰਦਾ ਤਾਂ ਉਹਨੂੰ ਦਿੰਦੇ, ਕੁੜੀਆਂ ਵੀ ਖੁਸ਼ ਰਹਿਣ, ਮੁੰਡੇ ਜੇ ਮੁੰਡਾ ਹੁੰਦਾ ਮੁੰਡਾ ਖੁਸ਼ ਰਹਿੰਦਾ, ਹੁਣ ਕੁੜੀਆਂ ਰਹਿਣਗੀਆਂ ਖੁਸ਼ਹਾਲ ਰਹਿਣਗੀਆਂ। ਬਿਲਕੁਲ ਹੈ ਨਾ। ਆਪਾਂ ਦੇਖਦੇ ਹਾਂ ਕਈ ਘਰਾਂ ਕੋਲ ਨਾ ਜਾਇਦਾਦ ਬਹੁਤ ਹੁੰਦੀ ਹੈ। ਹਾਂਜੀ। ਤੇ ਮੁੰਡਾ ਇੱਕ ਹੁੰਦਾ, ਜੇ ਕੁੜੀਆਂ 2-3 ਨੇ। ਮੈਂ ਦੇਖਿਆ ਵੀ ਕੁੜੀਆਂ ਤਾਂ ਔਖੀਆਂ ਹੁੰਦੀਆਂ ਤੇ ਉਹ ਇਕੱਲੇ ਮੁੰਡੇ ਵਾਸਤੇ ਇੰਨੀ ਯਾਦ ਰੱਖੀ ਹੁੰਦੀ, ਕੁੜੀਆਂ ਸਾਰੀ ਉਮਰ ਔਖੇ ਹੀ ਲੰਘਾ ਦਿੰਦੀਆਂ ਨੇ। ਬਿਲਕੁਲ, ਕਿਉਂਕਿ ਔਲਾਦ ਨਹੀਂ ਸਮਝਦੇ ਅਸੀਂ। ਉਹ ਮਤਲਬ ਕਿ ਇੱਕ ਸਾਡੀ ਨੈਗੇਟਿਵ ਸੋਚ ਬਣੀ ਹੁੰਦੀ ਹੈ ਵੀ ਜਿਹੜੀ ਜਾਇਦਾਦ ਉਹਦਾ ਮੁੰਡੇ ਨੂੰ ਦੇਣੀ ਹੈ। ਪਤਾ ਨਹੀਂ ਕਿਉਂ ਇਹ ਨੈਗੇਟਿਵ ਥੋਟ ਕਿਉਂ ਐਸਾ ਭਾਰੀ ਹੋਇਆ ਹੈ। ਮਤਲਬ ਕਿ ਜੇ ਅਸੀਂ ਕੁੜੀ ਨੂੰ ਖੁਸ਼ਹਾਲੀ ਹੋਣੀ ਚਾਹੀਦੀ, ਕੁੜੀ ਖੁਸ਼ ਹੋਏਗੀ ਤੁਸੀਂ ਤੁਹਾਡਾ ਮਨ ਵੀ ਖੁਸ਼ ਹੋਏਗਾ। ਜੇ ਕੁਛ ਹਿੱਸਾ ਕੁੜੀ ਨੂੰ ਵੀ ਦੇ ਦਾਂਗੇ ਤਾਂ ਉਹ ਮੇਰੇ ਹਿਸਾਬ ਨਾਲ ਤਾਂ ਕੋਈ ਮਾੜੀ ਗੱਲ ਨਹੀਂ। ਜੇ ਕੋਈ ਸਪੋਜ਼ ਕਰੋ ਸਾਡਾ ਮੁੰਡਾ ਹੁੰਦਾ, ਅਸੀਂ ਤਾਂ ਬਰਾਬਰ ਕਰਦੇ ਜਾਇਦਾਦ। ਅਸੀਂ ਇਹ ਨਹੀਂ ਆ ਵੀ ਕੁੜੀਆਂ ਨੂੰ ਨਹੀਂ ਦੇਣੀ ਮੁੰਡੇ ਨੂੰ ਦੇਣੀ ਇਕੱਲੇ ਨੂੰ। ਪਰ ਮੈਂ ਆਲੇ ਦੁਆਲੇ ਦੇਖਿਆ, ਜਿਵੇਂ ਸਾਡੇ ਵੀ ਇੱਕ ਜਾਣਕਾਰ ਨੇ, ਉਹਨਾਂ ਦੇ 2 ਬੇਟੀਆਂ ਨੇ, ਤਾਂ ਉਹ ਕਹਿੰਦੇ ਵੀ ਕਦੇ ਕਦੇ ਜਿਵੇਂ ਹੁਣ 14-15 ਸਾਲ ਦੀ ਉਹਨਾਂ ਦੀ ਵੱਡੀ ਬੇਟੀ ਹੋ ਗਈ, ਵੀ ਸਾਡੇ ਦਿਮਾਗ 'ਚ ਇਹ ਖਿਆਲ ਆਉਂਦਾ ਹੈ ਵੀ ਅਸੀਂ ਜਿੰਨਾ ਵੱਧ ਤੋਂ ਵੱਧ ਆਪਣੀ ਜ਼ਿੰਦਗੀ 'ਚ ਇਸ ਦੌਲਤ ਨੂੰ, ਇਸ ਪੈਸੇ ਨੂੰ ਮਾਣ ਸਕਦੇ ਹਾਂ ਤਾਂ ਵੱਧ ਤੋਂ ਵੱਧ ਮਾਣੀ, ਵੀ ਕੱਲ੍ਹ ਨੂੰ ਇਹ ਬਗਾਨੇ ਪੁੱਤਰਾਂ ਕੋਲ ਜਾਣੇ ਆ, ਉਹਨਾਂ ਨੇ ਪਤਾ ਨਹੀਂ ਸਾਨੂੰ ਉਹ ਸਤਿਕਾਰ ਦੇਣਾ ਵੀ ਆ ਜਾਂ ਨਹੀਂ ਦੇਣਾ। ਐਵੇਂ ਦਾ ਕੋਈ ਤੁਹਾਡੇ ਮਨ 'ਚ ਖਿਆਲ ਆਇਆ ਸੀ? ਨਹੀਂ, ਇਹਦੇ 'ਚ ਉਹੀ ਝੂਠੇ ਮੋਹ ਵਾਲੀ ਆ। ਨੈਗੇਟਿਵ ਸੋਚ ਤੁਹਾਡੀ ਹੋ ਗਈ ਨਾ। ਨੈਗੇਟਿਵ ਸੋਚ ਤੇ ਝੂਠਾ ਮੋਹ। ਹਾਂ, ਅਸੀਂ ਆਪ ਨਾਰਮਲ ਅਸੀਂ ਜਿਉਂਦੇ ਵਧੀਆ, ਅਸੀਂ ਖਾਂਦੇ ਆ ਵਧੀਆ, ਜੋ ਸਾਡਾ ਮਨ ਕਰਦਾ ਅਸੀਂ ਕਰਦੇ ਆ। ਬੱਚਿਆਂ ਨੂੰ ਵੀ ਅਸੀਂ ਉੱਦਾਂ ਹੀ ਟਰੀਟ ਕਰਦੇ ਆ, ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਅਸੀਂ ਕਦੇ ਵੀ ਸਭ ਇਕੁਅਲ, ਦੋਸਤ ਮਿੱਤਰ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ। ਸਾਨੂੰ ਇੱਦਾਂ ਦਾ ਕੁਛ ਨਹੀਂ ਵੀ ਮਾਣ ਲਓ। ਕਿੰਨਾ ਕੁ ਖਾ ਲਓਗੇ? 2 ਰੋਟੀਆਂ ਖਾਣੀਆਂ 2 ਹੀ ਖਾਓਗੇ, 4 ਤਾਂ ਨਹੀਂ ਖਾਓਗੇ। ਜਿੰਨੇ ਤੁਹਾਡੀ ਕਪੈਸਿਟੀ ਉਨਾ ਹੀ ਹੈ ਨਾ। ਇਹ ਹੈ ਵੀ ਰੱਜ ਕੇ ਜੀਓ ਆਪਣਾ, ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈ। ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਕਿਸੇ ਨੂੰ ਇਹ ਲੱਗਦਾ, ਮਤਲਬ ਸਾਡੀ ਜਿਵੇਂ ਤੁਸੀਂ ਕਿਹਾ ਵੀ ਸਾਡੀ ਸੋਚ ਬਣ ਗਈ ਵੀ ਜਾਇਦਾਦ ਸਿਰਫ ਮੁੰਡੇ ਕੋਲ ਜਾ ਸਕਦੀ ਆ,
ਤੇ ਕਹਿੰਦੇ ਵੀ ਕਈ ਜਿਨ੍ਹਾਂ ਦੀਆਂ ਸਿਰਫ ਧੀਆਂ ਹੁੰਦੀਆਂ ਨੇ, ਜਿਵੇਂ ਮੇਰੇ ਮਦਰ ਨੇ ਜਿਹੜੇ, ਉਹ ਵੀ ਸਿਰਫ ਭੈਣਾਂ ਨੇ। ਤਾਂ ਉਹ ਮੇਰੇ ਮੰਮੀ ਵੀ ਦੱਸਦੇ ਹੁੰਦੇ ਆ ਵੀ ਬਾਪੂ ਜੀ ਨੂੰ ਲੋਕ ਕਹਿੰਦੇ ਹੁੰਦੇ ਸੀ, ਖਾਸ ਕਰਕੇ ਉਹਨਾਂ ਦੇ ਜਿਹੜੇ ਸਕੇ ਭਰਾ ਸੀ ਜਾਂ ਉਹਨਾਂ ਦੀਆਂ ਸਕੀਆਂ ਭੈਣਾਂ ਨਾ, ਵੀ ਤੂੰ ਕੱਲ ਨੂੰ ਕਿਹਨੂੰ ਦੇਣੀ ਆ, ਵੀ ਜੇ ਤੁਸੀਂ ਰਿਸ਼ਤੇਦਾਰਾਂ ਦੀ ਤੂੰ ਵੱਧ ਚੜ ਕੇ ਕੋਈ ਮਦਦ ਕਰ ਵੀ ਦੇਂਗਾ ਤਾਂ ਕਿੱਡਾ ਕੁ ਤੈਨੂੰ ਫਰਕ ਪੈਂਦਾ ਕੱਲ ਨੂੰ ਕੁੜੀਆਂ ਕੋਲੇ ਜਾਣਾ। ਤਾਂ ਇਹ ਆਲੇ ਦੁਆਲੇ ਵੀ ਤੁਹਾਨੂੰ ਦੇਖਣ ਨੂੰ ਮਿਲਦਾ ਕਿਸੇ ਰਿਸ਼ਤੇਦਾਰੀਆਂ 'ਚ ਜਾਂ ਆਲੇ ਦੁਆਲੇ? ਨਹੀਂ, ਇਦਾਂ ਦਾ ਸਾਨੂੰ ਕਦੇ ਕਿਸੇ ਨੇ ਇਦਾਂ ਦਾ ਕੁਝ ਨਹੀਂ ਕਿਹਾ, ਪਰ ਮੇਰੇ ਮਨ ਦੇ ਵਿੱਚ ਹੁੰਦੀ ਹੈ ਵੀ ਮੈਂ ਕਿਸੇ ਲੋੜਵੰਦ ਦੀ ਮਦਦ ਕਰਾਂ, ਤੇ ਮੈਂ ਕਰਦੀ ਵੀ ਆ ਜਿੰਨੀ ਕੋ ਮੇਰੇ ਤੋਂ ਹੁੰਦੀ ਹੈ। ਇਹ ਵੀ ਕਰਦੇ ਆ, ਇਹਨਾਂ ਦਾ ਇਹ ਸ਼ੋਅ ਨਹੀਂ ਕਰਦੇ ਹੁੰਦੇ ਜ਼ਿਆਦਾ। ਤੇ ਮੈਨੂੰ ਵੀ ਇਹ ਹੁੰਦਾ ਵੀ ਮੈਂ ਜਿਹੜਾ ਬੰਦਾ ਕੋਈ ਰਿਸ਼ਤੇਦਾਰ ਕੋਈ ਜਾਂ ਕੋਈ ਵੀ ਭੈਣ ਭਰਾ ਲੋੜਵੰਦ ਹੈ ਤੇ ਮੈਂ ਉਹਦੀ ਮਦਦ ਕਰਾਂ। ਜੇ ਵੈਸੇ ਤਾਂ ਰੱਬ ਦੀ ਕਿਰਪਾ ਨਾਲ ਸਭ ਠੀਕ ਨੇ ਆਪਣੇ ਆਪਣੇ, ਫਿਰ ਵੀ ਜੇ ਕਿਸੇ ਨੂੰ ਲੋੜ ਹੁੰਦੀ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੈਂ ਕਰਾਂ ਮਦਦ। ਤੁਸੀਂ ਫਿਰ ਜਦੋਂ ਜਿਵੇਂ ਇਹਨਾਂ ਦੀ ਪੜ੍ਹਾਈ ਲਿਖਾਈ ਲਈ ਜਦੋਂ ਸੋਚਦੇ ਸੀਗੇ, ਜਿਵੇਂ ਤੁਸੀਂ ਭਾਜੀ ਮੈਨੂੰ ਦੱਸਦੇ ਸੀਗੇ ਵੀ ਪਹਿਲਾਂ ਤਾਂ ਤੁਸੀਂ ਸਰਕਾਰੀ ਕਲੋਨੀਆਂ ਜਿਹੜੀ ਉੱਥੇ ਹੀ ਰਹਿੰਦੇ ਸੀ, ਹੈ ਨਾ? ਤਾਂ ਜਿਵੇਂ ਹੁਣ ਸਾਨੂੰ ਹੁੰਦਾ ਵੀ ਜਦੋਂ ਜੇ ਬੇਟਾ ਵੱਡਾ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਚੱਲ ਭਰਾ ਹੈਗਾ ਇਹ ਉਹਦੇ ਨਾਲ ਚਲੀ ਜਾਊਗੀ, ਹੈ ਨਾ? ਜਾਂ ਘਰ 'ਚ ਇੱਕ ਭੈਣ ਭਰਾ ਹੈਗੇ ਨੇ, ਉਹ 'ਚ ਵੀ ਆਪਾਂ ਸਿਕਿਉਰਿਟੀ ਮਹਿਸੂਸ ਕਰਦੇ ਹਾਂ, ਚਾਹੇ ਮੁੰਡਾ, ਮਤਲਬ ਸਾਡੀ ਸੋਚ ਆ ਇਹ ਵੀ ਚਾਹੇ ਮੁੰਡਾ ਕੁੜੀ ਨਾਲੋਂ 2 ਸਾਲ ਹੀ ਵੱਡਾ, ਅਸੀਂ ਸਿਕਿਉਰ ਫੀਲ ਕਰਦੇ ਹਾਂ ਵੀ ਘਰ 'ਚ ਇੱਕ ਮੇਲ ਆ ਜਿਹੜਾ ਉਹ ਹੈਗਾ ਹੈ। ਤਾਂ ਐਵੇਂ ਦੀ ਤੁਹਾਨੂੰ ਪਾਲਣ ਪੋਸ਼ਣ 'ਚ ਕੋਈ ਦਿੱਕਤ ਆਈ ਸੀ ਵੀ ਕੁੜੀਆਂ ਨੇ ਇਹਨਾਂ ਦੇ ਨਾਲ ਹੀ ਜਾਣਾ ਪਊਗਾ ਜਾਂ ਇਹਨਾਂ ਨੂੰ ਹਰ ਜਗ੍ਹਾ ਅਸੀਂ ਲੈ ਕੇ ਜਾਣਾ? ਤਾਂ ਮਤਲਬ ਉਹ ਤੁਹਾਡੇ ਤੌਰ ਤਰੀਕੇ ਕਿਵੇਂ ਦੇ ਸੀ ਉਹਨਾਂ ਨੂੰ ਪਾਲਣ 'ਚ? ਨਹੀਂ, ਸ਼ੁਰੂ 'ਚ ਜਦੋਂ ਬੱਚੇ ਸੀਗੇ ਉਦੋਂ ਕਰੈਚਾਂ ਕਰੂਚਾਂ 'ਚ ਛੱਡਣਾ ਹੁੰਦਾ ਸੀ, ਉਹ ਤਾਂ ਚਲੋ ਸੈਪਰੇਟ ਇਸ਼ੂ ਹੈ, ਉਹ ਤਾਂ ਆਪਾਂ ਪਾਲਣੇ ਹੀ ਹੁੰਦੇ ਨੇ। ਜਿਵੇਂ ਜੋਬ ਵਾਲੇ ਦੇ ਬੱਚਿਆਂ ਦਾ ਥੋੜ੍ਹੇ ਔਖੇ ਪਲਦੇ ਆ, ਸਾਨੂੰ ਪਤਾ ਹੈ, ਥੋੜ੍ਹੇ ਪ੍ਰੋਬਲਮਸ ਆਉਂਦੀਆਂ। ਬਾਕੀ ਉਸ ਤੋਂ ਬਾਅਦ ਜਿਵੇਂ ਨਾਲ ਜਾਣ ਵਾਲੀ ਮੇਲ ਮੈਂਬਰ, ਇੱਦਾਂ ਦੀ ਕੋਈ ਗੱਲ ਨਹੀਂ। ਉਹ ਹਮੇਸ਼ਾ ਆਪਣੇ ਪਾਪਾ ਨੂੰ ਆਪਣਾ ਦੋਸਤ ਹੀ ਸਮਝਦੀਆਂ ਨੇ। ਪਾਪਾ ਘੱਟ, ਦੋਸਤ ਜ਼ਿਆਦਾ ਹੈ। ਤਾਂ ਜਿੱਥੇ ਜਾਣਾ ਜੇ ਲੋੜ ਹੈ ਤਾਂ ਪਾਪਾ ਨੂੰ ਨਾਲ ਲੈ ਜਾਂਦੀ ਹੈ, ਨਹੀਂ ਤਾਂ ਆਪੇ ਚੱਲ ਜਾਂਦੀ ਹੈ, ਕੋਈ ਐਸੀ ਗੱਲ ਨਹੀਂ। ਇੱਥੇ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਭਾਵੇਂ ਸਾਡੇ ਜਿੰਨੇ ਵੀ ਦੇਖਣ ਵਾਲੇ ਵੀ ਨੇ, ਵੀ ਜੇ ਕੁੜੀ ਨੇ ਜਾਣਾ ਨਾ, ਤੁਸੀਂ ਕੁੜੀ ਨੂੰ ਘਰੋਂ ਪ੍ਰਪੇਅਰ ਕਰਕੇ ਭੇਜੋ, ਉਹਨੂੰ ਸਟਰੋਂਗ ਕਰਕੇ ਭੇਜੋ ਵੀ ਤੂੰ ਜਾਣਾ, ਡਰਨਾ ਨਹੀਂ ਹੈਗਾ। ਜੇ ਕੁਛ ਹੁੰਦਾ ਮਤਲਬ ਕੋਈ ਰਸਤੇ 'ਚ ਕੋਈ ਤੰਗ ਕਰਦਾ, ਕੋਈ ਉਹਨੂੰ ਘਰ ਆ ਕੇ ਫੀਡਬੈਕ ਦਿਓ, ਮੰਮੀ ਨੂੰ ਦੱਸੋ, ਪਾਪਾ ਨੂੰ ਦੱਸੋ। ਮੈਂ ਤਾਂ ਇਹ ਕਿਹਾ ਸੀ ਤੁਸੀਂ ਮੈਨੂੰ ਦੱਸਣਾ। ਆਮ ਤੌਰ 'ਤੇ ਅਸੀਂ ਕੀ ਹੁੰਦਾ ਨਾ, ਮੰਨ ਲਓ ਕਿਸੇ ਮੁੰਡੇ ਨੇ ਸ਼ਰਾਰਤ ਕਰਤੀ ਸਪੋਜ਼ ਕਰੋ ਰਸਤੇ ਦੇ ਵਿੱਚ, ਅਤੇ ਕੁੜੀਆਂ ਜਿਹੜੇ ਫਾਦਰ ਹੁੰਦੇ ਨੇ ਉਹ ਉਹਦੀ ਸਪੋਰਟ ਕਰਨ ਦੀ ਬਜਾਏ ਉਹਨੂੰ ਸਗੋਂ ਗੁੱਸਾ ਕਰਨ ਲੱਗ ਜਾਂਦੇ ਨੇ, ਹਦਾਇਤਾਂ ਲਾਉਣ ਲੱਗ ਜਾਂਦੇ ਨੇ। ਉੱਥੇ ਉਹਨੂੰ ਸਪੋਰਟ ਕਰਨਾ ਚਾਹੀਦਾ, ਉਹਨੂੰ ਸਗੋਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਪੁੱਤਰ, ਫਿਰ ਦੱਸ ਵੀ ਉਸ ਚੀਜ਼ ਨੂੰ ਫਿਰ ਸਾਨੂੰ ਉਹਨੂੰ ਸੋਲਵ ਕਰਨਾ, ਆਪਾਂ ਜਿਵੇਂ ਵੀ ਸੋਲਵ ਕਰਨਾ ਉਹ ਕਰਨਾ ਚਾਹੀਦਾ, ਨਾ ਕਿ ਉਹਨੂੰ ਡਰਾਉਣਾ ਚਾਹੀਦਾ। ਜੇ ਕਿਸੇ ਦੇ ਘਰ ਦੇ ਵਿੱਚ ਉਹ ਫਾਦਰ ਨਹੀਂ ਸੁਣਨਾ ਚਾਹੁੰਦਾ, ਮਦਰ ਸੁਣੇ, ਉਹਨੂੰ ਸੁਣ ਕੇ ਉਹਦੀ ਪ੍ਰੋਬਲਮ ਨੂੰ ਸੋਲਵ ਕਰੋ, ਉਹਨੂੰ ਅੱਗੇ ਤੋਂ ਸਟਰੋਂਗ ਕਰੋ। ਅਸੀਂ ਹਰ ਵੇਲੇ ਤਾਂ ਉਹਦੇ ਨਾਲ ਜਾ ਨਹੀਂ ਸਕਦੇ, ਨਾ ਹੀ ਆਪਣੇ ਕੋਲ ਟਾਈਮ ਹੈ, ਨਾ ਹੀ ਆਪਾਂ ਜਾ ਸਕਦੇ ਹਾਂ। ਬੱਚੇ ਨੇ ਕੱਲ੍ਹ ਨੂੰ ਸਕੂਲ ਜਾਣਾ, ਕਾਲਜ ਜਾਣਾ, ਆਪਾਂ ਕਾਲਜ ਵਿੱਚ ਨਹੀਂ ਜਾ ਸਕਦੇ। ਉਹਦੀ ਪ੍ਰਪੇਅਰ, ਉਹਦਾ ਮਾਈਂਡ ਹੀ ਇਸ ਤਰੀਕੇ ਨਾਲ ਪ੍ਰਪੇਅਰ ਕਰੋ ਕਿ ਉਹ ਖੁਦ ਸਟਰੋਂਗ ਹੋਵੇ ਔਰ ਉਹ ਸਮਾਜ 'ਚ ਤੁਰ ਫਿਰ ਸਕੇ। ਇਹਨਾਂ ਦੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਭਾਜੀ ਦੀ, ਜਿਵੇਂ ਵੀ ਉਹਨਾਂ ਨੇ ਕਿਹਾ ਵੀ ਜਦੋਂ ਰਸਤੇ 'ਚ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਜਿਹੜੀ ਆਮ ਤੌਰ 'ਤੇ ਕੁੜੀਆਂ ਨੂੰ ਆਉਂਦੀ ਹੈ, ਬਿਲਕੁਲ, ਮਤਲਬ ਕੋਈ ਸ਼ਾਇਦ ਹੀ ਕੋਈ ਕੁੜੀ ਕਹਿ ਸਕਦੀ ਹੈ ਵੀ ਮੈਂ ਕਦੀ ਇਹੋ ਜਿਹੀ ਚੀਜ਼ ਆ ਜਿਹੜੀ ਉਹਦਾ ਸਾਹਮਣਾ ਨਹੀਂ ਕੀਤਾ। ਆਪਾਂ ਕਰਦੇ ਹਾਂ ਇਹ, ਆਪਾਂ ਇਸ ਉਮਰ 'ਚ ਆ ਕੇ ਵੀ ਕਈ ਵਾਰੀ ਹਾਂਜੀ ਬਿਲਕੁਲ। ਤਾਂ ਮਤਲਬ ਬਹੁਤ ਸਾਰੀਆਂ ਮਾਵਾਂ ਨੂੰ ਇਹ ਹੁੰਦਾ ਵੀ ਨਹੀਂ ਤੂੰ ਪਾਪਾ ਨੂੰ ਨਾ ਇਹ ਗੱਲ ਦੱਸੀ। ਆਪਾਂ ਕੁੜੀਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਉਹਨਾਂ ਦੇ ਪਿਓ ਤੋਂ ਜਾਂ ਭਰਾ ਤੋਂ ਲੁਕਾਉਣੀਆਂ ਸਿਖਾ ਦਿੰਦੇ ਆ। ਤਾਂ ਤੁਹਾਡੇ ਦਿਮਾਗ 'ਚ ਕਦੇ ਇਹ ਥੋਟ ਆਉਂਦਾ ਹੁੰਦਾ ਸੀ ਵੀ ਨਹੀਂ ਇਹ ਗੱਲ ਪਾਪਾ ਨੂੰ ਨਹੀਂ ਦੱਸਣੀ, ਮੇਰੇ ਨਾਲ ਹੀ ਸਿਰਫ ਸ਼ੇਅਰ ਕਰ ਸਕਦੇ ਹਾਂ? ਨਾ, ਸਾਡੀ ਨਾ ਫੈਮਿਲੀ ਦੀ ਇਹ ਸਾਡੀ ਹੈਬਿਟ ਹੈ। ਅਸੀਂ ਚਾਰੋਂ ਜਣੇ, ਜਦੋਂ ਦੋਨੋਂ ਬੇਟੀਆਂ ਵੀ ਸੀਗੇ, ਅਸੀਂ ਕੋਈ ਗੱਲ ਮੈਂ ਕਦੇ ਨਹੀਂ ਲੁਕੋਈ ਬੱਚਿਆਂ ਤੋਂ, ਨਾ ਬੱਚਿਆਂ ਨੇ ਸਾਡੇ ਤੋਂ ਲੁਕੋਈ। ਅਸੀਂ ਬੈਠ ਕੇ ਹੀ ਕਰਦੇ ਸੀਗੇ ਜੋ ਗੱਲ ਕਰਨੀ ਨਾ, ਜੋ ਵੀ ਗਲਤ ਹੋਇਆ ਠੀਕ ਹੋਇਆ ਅਸੀਂ ਇਕੱਠੇ ਹੀ ਬੈਠ ਕੇ ਗੱਲ ਕਰਦੇ ਸੀਗੇ। ਐਵੇਂ ਨਹੀਂ ਹੈ ਵੀ ਉਹਨਾਂ ਨੇ ਮੈਨੂੰ ਦੱਸਤੀ ਮੈਂ ਇਹਨਾਂ ਨੂੰ ਅੱਗੇ ਦੱਸੀ, ਇੱਦਾਂ ਦਾ ਅਸੀਂ ਮੈਸੇਂਜਰ ਵਾਲਾ ਹਿਸਾਬ ਨਹੀਂ ਰੱਖਿਆ ਹੋਇਆ ਸੀ। ਅਸੀਂ ਇਕੱਠੇ ਹੀ ਬੈਠ ਕੇ ਫੈਮਿਲੀ ਦੇ ਵਿੱਚ ਗੱਲ ਕਰਦੇ ਸੀ, ਉਹਦਾ ਕੀ ਹੱਲ ਹੈ ਉਹ ਅਸੀਂ ਫਿਰ ਸੋਚਦੇ ਸੀ ਵੀ ਕੀ ਕਰਨਾ। ਹਾਂਜੀ ਹਾਂ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਜਿਵੇਂ ਬਾਹਰ ਭੇਜਣ ਦਾ ਫਿਰ ਤੁਸੀਂ ਹੈ ਨਾ, ਬੇਟੀ ਨੂੰ ਛੋਟੀ ਨੂੰ ਵੀ, ਜਿਵੇਂ ਉਹ ਹੁਣ ਦਿੱਲੀ ਰਹਿੰਦੇ ਨੇ, ਤਾਂ ਉਸ ਵਕਤ ਜਿਵੇਂ ਤੁਸੀਂ ਜੋਬ 'ਚੋਂ, ਤਾਂ ਫਿਰ ਮੈਨੂੰ ਲੱਗਦਾ ਵੀ ਭਾਜੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਜ਼ਿਆਦਾ ਨੇੜੇ ਹੋ ਤਾਂ ਇਹ ਜ਼ਿਆਦਾ ਹੈਂਡਲ ਕਰਦੇ ਨੇ ਉਸ ਚੀਜ਼ ਨੂੰ, ਹੈ ਨਾ? ਹਾਂ, ਬਾਹਰ ਵਾਸਤੇ ਤਾਂ ਮੈਂ ਜਿੱਥੇ ਵੀ ਜਾਣਾ ਮਤਲਬ ਕਿ ਕਿਤੇ ਵੀ ਉਹ ਮੈਂ ਹੀ ਜਾਂਦਾ ਰਿਹਾ, ਮਤਲਬ ਕਿ ਇਹਦੇ ਕੋਲ ਇਹਨੇ ਆਫਿਸ ਜਾਣਾ ਹੁੰਦਾ ਸੀਗਾ। ਤੇ ਜਿਵੇਂ ਪਹਿਲਾਂ ਬੇਟੀ ਉਹਨੇ ਬੰਗਲੌਰ ਪੜ੍ਹੀ ਹੈ, ਪਹਿਲਾਂ ਉਹਨੂੰ ਮੈਂ ਇੱਕ ਦੋ ਵਾਰੀ ਛੱਡਿਆ ਆ, ਉਸ ਤੋਂ ਬਾਅਦ ਨਹੀਂ ਫਿਰ ਮੈਂ ਗਿਆ ਕਦੇ। ਫਿਰ ਉਹ ਆਪੇ ਆਉਂਦੀ ਜਾਂਦੀ ਸੀਗੀ,
ਉਹਨੇ ਬਸ ਇੱਥੋਂ ਬਸ 에ਅਰਪੋਰਟ ਤੇ ਚਲੇ ਜਾਣਾ, ਉਹਨੇ ਆਪੇ ਚਲੇ ਜਾਣਾ, ਆਪੇ ਆ ਜਾਣਾ, ਜੋ ਵੀ ਹੈ। ਜਦੋਂ ਆਪਾਂ ਜਿਨ੍ਹਾਂ ਕੁੜੀਆਂ ਨੂੰ, ਜਿਵੇਂ ਕੁੜੀਆਂ ਹੀ ਨੇ, ਭੈਣਾਂ ਨੇ, ਸਭ ਨੂੰ ਪਤਾ ਹੁੰਦਾ ਵੀ ਜੋ ਮਾਂ ਪਿਓ ਕੋਲ ਆ ਉਹ ਕੁੜੀਆਂ ਲਈ ਆ, ਤਾਂ ਜਦੋਂ ਆਪਾਂ ਰਿਸ਼ਤੇ ਦੇਖਦੇ ਹਾਂ, ਜਿਵੇਂ ਤੁਸੀਂ ਬੇਟੀ ਦਾ ਜਦੋਂ ਰਿਸ਼ਤਾ ਕੀਤਾ, ਤਾਂ ਸਾਰਿਆਂ ਨੂੰ ਹੁੰਦਾ ਵੀ ਜਿੱਥੇ ਕੁੜੀਆਂ ਨੂੰ ਜਾਇਦਾਦ ਹੁੰਦੀ ਆ ਤਾਂ ਉਹਦਾ ਰਿਸ਼ਤਾ ਬਹੁਤ ਸੌਖਾ ਹੋ ਜਾਂਦਾ ਹੈ ਨਾ, ਕਿਉਂਕਿ ਮੁੰਡੇ ਨੂੰ ਹੁੰਦਾ ਵੀ ਜੋ ਕੁਛ ਹੈ ਉਹ ਮੇਰੇ ਕੋਲੇ ਆਉਣਾ, ਉਹਦੇ ਪੇਰੈਂਟਸ ਨੂੰ ਵੀ ਹੁੰਦਾ। ਆਪਾਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਨਹੀਂ, ਕਿਸੇ ਦੇ ਮਨ 'ਚ ਲਾਲਚ ਨਹੀਂ ਆਉਂਦਾ, ਹੁੰਦਾ ਏ। ਅੱਜ ਵੀ ਮੈਨੂੰ ਲੱਗਦਾ ਉਹਨਾਂ ਕੁੜੀਆਂ ਨੂੰ ਖਾਸ ਅਹਿਮੀਅਤ ਦਿੰਦੇ ਆ ਲੋਕ ਰਿਸ਼ਤਾ ਲੈਣ ਵੇਲੇ, ਤਾਂ ਬਾਅਦ 'ਚੋਂ ਪਰ ਉਹਨਾਂ ਕੁੜੀਆਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ। ਇਹ ਵੀ ਚੀਜ਼ ਮੈਂ ਦੇਖੀ ਹੈ। ਤਾਂ ਸਾਨੂੰ ਇੱਕ ਦਿਨ ਕੋਈ ਗੱਲ ਸਟੂਡੀਓ 'ਚ ਸੁਣਾ ਰਿਹਾ ਸੀ, ਉਹ ਕਹਿੰਦੇ ਵੀ ਕਿਸੇ ਬਹੁਤ ਤਕੜੇ ਘਰ 'ਚ ਸਿਰਫ ਇੱਕ ਸਿੰਗਲ ਚਾਈਲਡ ਸੀ ਕੁੜੀ, ਤਾਂ ਉਹਨਾਂ ਨੇ ਜਦੋਂ ਵਿਆਹ ਕਰਤਾ ਤਾਂ ਉਸ ਤੋਂ ਬਾਅਦ ਹੀ ਮੁੰਡਾ 3-4 ਸਾਲ ਬਾਅਦ ਉਹਦੇ 'ਤੇ ਪ੍ਰੈਸ਼ਰ ਬਣਾਉਣ ਲੱਗ ਗਿਆ ਵੀ ਕੱਲ੍ਹ ਨੂੰ ਵੀ ਸਾਰਾ ਕੁਛ ਤੈਨੂੰ ਹੀ ਮਿਲਣਾ, ਵੀ ਤੂੰ ਅੱਜ ਹੀ ਲੈ ਲਾ, ਹੈ ਨਾ। ਤਾਂ ਇਹ ਤੁਸੀਂ ਵੀ ਮਹਿਸੂਸ ਕੀਤਾ ਸੀ ਬੇਟੀ ਦਾ ਰਿਸ਼ਤਾ ਕਰਨ ਵਕਤ ਵੀ ਕੋਈ ਇੱਦਾਂ ਦੇ ਰਿਸ਼ਤੇਦਾਰ ਨਾਲ ਟੱਕਰ ਜਾਣ, ਜਾਂ ਆਮ ਮਾਪਿਆਂ ਨਾਲੋਂ ਜ਼ਿਆਦਾ ਸੂਝ-ਬੂਝ ਨਾਲ ਤੁਹਾਨੂੰ ਮੁੰਡਾ? ਇੱਥੇ ਮੇਰੀ ਸੋਚ ਥੋੜ੍ਹੀ ਜਿਹੀ ਡਿਫਰੈਂਟ ਹੈ। ਮੇਰੀ ਸੋਚ ਇਹ ਹੈ ਵੀ ਜਦੋਂ ਅਸੀਂ ਦੇਖੋ ਵਿਆਹ ਤਾਂ ਆਪਣੀ ਬਰਾਦਰੀ ਰਿਸ਼ਤੇਦਾਰੀ 'ਚ ਕਰਨਾ ਹੁੰਦਾ। ਮੈਂ ਕਹਿੰਦਾ ਜੇ ਕੁੜੀ ਵਾਲੇ ਤਕੜੇ ਨੇ ਤਾਂ ਜਿਹੜਾ ਘਰ ਮਾੜਾ ਹੈ ਉੱਥੇ ਵਿਆਹ ਕਰੋ। ਮੁੰਡਾ ਚੰਗਾ ਦੇਖੋ, ਮੁੰਡਾ ਚੰਗਾ ਹੋਵੇ ਤੇ ਇੱਕ ਤਾਂ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਹੋ ਜਾਏਗੀ ਤੇ ਉਹ ਪਰਿਵਾਰ ਉੱਚਾ ਹੋ ਜਾਏਗਾ, ਨਾਲ ਅੱਛਾ ਹੋ ਜਾਏਗਾ। ਜੇ ਮੁੰਡੇ ਵਾਲੇ ਤਕੜੇ ਨੇ ਤਾਂ ਜਿਹੜੇ ਘਰ 'ਚ ਕੁੜੀ ਘਰ ਕੋਈ ਮਾੜਾ ਤਾਂ ਉਹਨਾਂ ਨੂੰ ਉੱਥੇ ਕਰਨਾ ਚਾਹੀਦਾ ਹੈ। ਸਾਨੂੰ ਜਾਇਦਾਦ ਬਾਰੇ ਵਾਸਤੇ ਤਾਂ ਸੋਚਣਾ ਹੀ ਨਹੀਂ ਚਾਹੀਦਾ। ਜਿੱਥੇ ਬੰਦੇ ਨੇ ਜਾਇਦਾਦ ਬਾਰੇ ਸੋਚਣਾ ਤਾਂ ਉੱਥੇ ਜਿਹੜੀ ਤੁਸੀਂ ਪ੍ਰੋਬਲਮ ਕਰ ਰਹੇ ਉੱਥੇ ਆਏਗੀ ਉੱਥੇ ਆਏ, ਕਿਉਂਕਿ ਉਹ ਬੰਦਾ ਜਾਇਦਾਦ ਨਾਲ ਵਿਆਹ ਕਰ ਰਿਹਾ ਹੈ, ਬੱਚੇ ਨਾਲ ਨਹੀਂ ਕਰ ਰਿਹਾ ਉਹ, ਉੱਥੇ ਤੁਹਾਡੀ ਉਹ ਪ੍ਰੋਬਲਮ ਆਏਗੀ। ਜੇ ਤੁਸੀਂ ਜਾਇਦਾਦ ਨੂੰ ਸੋਚ ਕੇ ਵਿਆਹ ਕਰਨਾ ਫਿਰ ਤਾਂ ਉਹਦਾ ਫਾਇਦਾ ਹੀ ਕੋਈ ਨਹੀਂ, ਫਿਰ ਤਾਂ ਉਹ ਆਏਗੀ ਪ੍ਰੋਬਲਮ। ਮੈਨੂੰ ਲੱਗਦਾ ਇਹ ਥਾਟ, ਸੌਰੀ ਮੈਂ ਤੁਹਾਨੂੰ ਕੱਟ ਰਹੀ, ਵੀ ਮੈਂ ਤੁਹਾਡਾ ਹੀ ਇਦਾਂ ਦਾ ਸੁਣਿਆ, ਨਹੀਂ ਤਾਂ ਅੱਜ ਕੱਲ੍ਹ ਅਗਲਾ ਜਦੋਂ ਕੁੜੀ ਲਈ ਰਿਸ਼ਤਾ ਦੇਖਦਾ ਤਾਂ ਮਾਫ਼ ਕਰਨਾ, ਮਤਲਬ ਬਹੁਤ ਸਾਰੇ ਮਾਂ ਪਿਓ ਦੀ ਇਹ ਸੋਚ ਹੁੰਦੀ ਹੈ ਵੀ ਅਸੀਂ ਵਿਆਹ 'ਤੇ 30 ਲੱਖ ਲਾਉਣਾ, ਅਗਲਾ ਪਹਿਲਾਂ ਤੁਹਾਨੂੰ ਦੱਸਦਾ ਵੀ ਅਸੀਂ 30 ਲੱਖ ਲਾ ਰਹੇ ਹਾਂ, ਅਤੇ ਮੁੰਡਾ ਜਿਹੜਾ ਉਹ 10 ਕਿੱਲੇ ਤੋਂ ਉੱਪਰ ਵਾਲਾ ਹੀ ਹੋਵੇ ਨਾ। ਕੁੜੀਆਂ ਦੀ ਵੀ ਇਹ ਸੋਚ ਹੁੰਦੀ ਹੈ ਵੀ ਜੇ ਮੈਂ 50,000 ਕਮਾ ਰਹੀ ਹਾਂ ਜਾਂ ਮੈਨੂੰ ਕੋਈ 1 ਕਿੱਲਾ ਜਾਇਦਾਦ ਵੀ ਪਿੱਛੋਂ ਆ ਰਹੀ ਹੈ ਤਾਂ ਮੇਰੇ ਲਈ ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਮੁੰਡੇ ਵਾਲੇ ਪਰਿਵਾਰ 'ਚ ਹੋਣੀਆਂ ਚਾਹੀਦੀਆਂ ਨੇ। ਤਾਂ ਤੁਸੀਂ ਐਵੇਂ ਕਦਾ ਫਿਰ ਕੁਛ ਨਹੀਂ ਸੀ ਸੋਚਦੇ? ਨਹੀਂ, ਚਲੋ ਵਿਆਹਾਂ 'ਤੇ ਜੋ ਖਰਚ ਜਿਹੜਾ ਵੈਸੇ ਇੱਥੇ ਅਸੀਂ ਗਲਤੀ ਕਰਦੇ ਹਾਂ, ਚਲੋ ਅਸੀਂ ਵੀ ਕਾਫੀ ਅਸੀਂ ਸੋਚਦੇ ਸੀ ਘੱਟ ਕਰਾਂਗੇ, ਪਰ ਸਾਡੇ ਤੋਂ ਵੀ ਜ਼ਿਆਦਾ ਹੋ ਗਿਆ। ਪਰ ਇੱਥੇ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਵੀ ਜਿੱਥੇ ਅਸੀਂ 30-40 ਲੱਖ ਵਿਆਹ 'ਤੇ ਲਾਉਂਦੇ ਹਾਂ ਵੀ ਉੱਥੇ 20 ਲੱਖ 'ਚ ਵੀ ਸਰ ਸਕਦਾ ਹੈ। ਜੇ ਉਹ 20 ਲੱਖ ਰੁਪਈਆ ਬਚਾ ਕੇ ਅਸੀਂ ਉਹ ਦੋਨੇ ਬੱਚੇ ਨੂੰ, ਧੀ ਜਵਾਈ ਨੂੰ ਜਾਂ ਦੇ ਦਈਏ ਤਾਂ ਉਹਨਾਂ ਦੀ ਲਾਈਫ ਹੋਰ ਅੱਛੀ ਹੋ ਸਕਦੀ ਹੈ, ਨਾਲ ਸਾਡੀ ਵੀ ਆਪਣੀ ਵੀ ਸੌਖੀ ਹੋ ਜਾਂਦੀ ਹੈ, ਕਿਉਂਕਿ ਉਹਨੂੰ ਆਉਣ ਵਾਲੇ ਸਮੇਂ ਵਿੱਚ ਸਾਨੂੰ ਘੱਟ ਸਪੋਰਟ ਕਰਨ ਦੀ ਲੋੜ ਪਏਗੀ। ਉੱਥੇ ਸਾਨੂੰ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਵੀ ਸਾਡਾ ਜਿਹੜਾ ਖਰਚਾ ਹੈ ਵਿਆਹਾਂ ਦੇ ਵਿੱਚ ਸਾਨੂੰ ਪੈਸਾ ਵੇਸਟ ਨਹੀਂ ਕਰਨਾ ਚਾਹੀਦਾ, ਘੱਟ ਕਰਨਾ ਚਾਹੀਦਾ। ਇੱਥੇ ਸਾਨੂੰ ਬਹੁਤ ਵੱਡੀ ਚੇਂਜ ਲਿਆਉਣ ਦੀ ਲੋੜ ਹੈ, ਦੀ ਮੁੰਡੇ ਤਾਂ ਵੈਸੇ ਆਪਾਂ ਕਹਿੰਦੇ ਨੇ ਵੀ ਬਹੁਤ ਸਟ੍ਰੇਟ ਜਿਹੇ ਹੁੰਦੇ ਨੇ, ਆਪਣੀ ਹਰੇਕ ਪ੍ਰੋਬਲਮ ਆ ਜਿਹੜੀ ਮਾਂ ਪਿਓ ਨਾਲ ਸਿੱਧੀ ਗੱਲ ਕਰ ਲੈਂਦੇ, ਚਾਹੇ ਉਹਨਾਂ ਨੂੰ ਕੋਈ ਖਰਚਾ ਚਾਹੀਦਾ, ਚਾਹੇ ਉਹਨਾਂ ਨੂੰ ਕੋਈ ਸਰੀਰਕ ਜਿਹੜੀ ਪ੍ਰੋਬਲਮ ਆ ਨਾ। ਤਾਂ ਇਹ ਹੈਜੀਟੇਸ਼ਨ ਹੈਗੀ ਸੀ ਤੁਹਾਡੀਆਂ ਧੀਆਂ 'ਚ ਖਾਸ ਕਰਕੇ, ਵੀ ਜਿਵੇਂ ਕੁੜੀਆਂ 'ਚ ਬਹੁਤ ਸਾਰੇ ਫਿਜ਼ੀਕਲ ਚੇਂਜ ਆਉਂਦੇ ਨੇ, ਬਹੁਤ ਸਾਰੀਆਂ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਨੇ, ਵੀ ਉਹ ਦੱਸਣ ਵਕਤ ਵੀ ਕੋਈ ਝਿਜਕ ਹੁੰਦੀ ਸੀ ਵੀ ਪਾਪਾ ਨੂੰ ਨਹੀਂ ਇਹ ਗੱਲਾਂ ਕਰਨੀ? ਉਹ ਤੁਸੀਂ ਜੇ ਜਿਸ ਤਰ੍ਹਾਂ ਦਾ ਬੱਚੇ ਨੂੰ ਬਣਾ ਦੋਗੇ ਸ਼ੁਰੂ 'ਚ, ਉਹ ਤੁਹਾਡੇ ਬਿਹੇਵੀਅਰ 'ਤੇ ਹੈ। ਜੇ ਤੁਸੀਂ ਉਹਨੂੰ ਕਹੋ ਵੀ ਆਪਾਂ ਬੀਇੰਗ ਏ ਫਰੈਂਡ ਆ, ਆਪਾਂ ਵੀ ਤੁਸੀਂ ਸਰ ਹਰ ਇਹ ਗੱਲ ਦੱਸਣੀ ਹੈ, ਜੋ ਵੀ ਪ੍ਰੋਬਲਮ ਹੈ, ਜੇ ਬੱਚਾ ਪ੍ਰੋਬਲਮ ਦੱਸੇਗਾ ਨਹੀਂ ਤਾਂ ਤੁਸੀਂ ਸੋਲਵ ਕਿਵੇਂ ਕਰੋਗੇ, ਤਾਂ ਉਹ ਜ਼ਿਆਦਾ ਪ੍ਰੋਬਲਮ 'ਚ ਆ ਜਾਏਗਾ ਬੱਚਾ, ਉਹਦੀ ਪ੍ਰੋਬਲਮ ਵਧੀ ਜਾਏਗੀ। ਉਹਨੂੰ ਤੁਸੀਂ ਸ਼ੁਰੂ ਤੋਂ ਹੀ ਬੱਚੇ ਨੂੰ ਆਪਣਾ ਫਰੈਂਡਲੀ ਰੱਖੋ ਤਾਂ ਕਿ ਉਹਨੂੰ ਦੱਸਣ ਵਾਸਤੇ, ਚਾਹੇ ਕੁੜੀ, ਮੁੰਡਾ ਭਾਵੇਂ ਕੁੜੀ ਹੈ, ਉਹਨੂੰ ਦੱਸਣ ਲੱਗੇ ਪ੍ਰੋਬਲਮ ਨਹੀਂ, ਉਹਨੂੰ ਆਪਣੀ ਪ੍ਰੋਬਲਮ ਦੱਸਣ ਵਾਸਤੇ ਪ੍ਰੋਬਲਮ ਫੀਲ ਨਹੀਂ ਹੋਣੀ ਚਾਹੀਦੀ। ਮਤਲਬ ਕਈ ਤਾਂ ਮਤਲਬ ਜੇ ਘਰ 'ਚ 2 ਬੱਚੇ ਨੇ, ਮੁੰਡਾ ਜਾਂ ਕੁੜੀ ਆ, ਤੁਹਾਡੇ ਤਾਂ ਚਲੋ ਦੋਨੋਂ ਹੀ ਬੇਟੀਆਂ ਸੀ, ਤੁਸੀਂ ਇੱਕੋ ਜਿਹਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਹੋ, ਹੈ ਨਾ। ਪਰ ਇਹ ਹੁੰਦਾ ਵੀ ਆਪਾਂ ਕਈ ਵਾਰੀ ਛੋਟੇ ਬੱਚੇ ਨੂੰ ਜ਼ਿਆਦਾ ਲਾਡ ਕਰਦੇ ਹਾਂ, ਇਹ ਬਸ ਇੰਨਾ ਕੁ ਫਰਕ ਹੁੰਦਾ। ਪਰ ਜਦੋਂ ਘਰ 'ਚ ਕੁੜੀ ਤੇ ਮੁੰਡਾ ਹੈ ਤਾਂ ਉਹਦੇ 'ਚ ਇਹ ਜ਼ਿਆਦਾ ਹੁੰਦਾ ਵੀ ਮਾਂ ਪਿਓ ਬਹੁਤ ਜ਼ਿਆਦਾ ਤਵੱਜੋ ਮੁੰਡੇ 'ਤੇ ਹੀ ਦਿੰਦੇ ਆ ਹਮੇਸ਼ਾ, ਹੈ ਨਾ। ਇਹ ਤਾਂ ਹੈ ਬਿਲਕੁਲ। ਤੇ ਤੁਹਾਡੀਆਂ ਧੀਆਂ ਨੂੰ ਤਾਂ ਨਹੀਂ ਕਦੀ ਐਂ ਫਰਕ ਲੱਗਿਆ ਵੀ ਇਹਨੂੰ ਜ਼ਿਆਦਾ ਕਰਦੇ ਆ ਜਾਂ ਮੈਨੂੰ ਘੱਟ ਕਰਦੇ ਆ? ਨਹੀਂ, ਇੱਦਾਂ ਦਾ ਕੋਈ ਨਹੀਂ। ਉਹ ਵੈਸੇ ਬੱਚੇ ਕਈ ਵਾਰੀ ਉਹਦੇ 'ਚ ਕਹਿ ਦਿੰਦੇ ਨੇ ਵੀ ਅਵਨੀਤ ਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ, ਵੱਡੀ ਕਹੇਗੀ, ਤੇ ਮੈਨੂੰ ਘੱਟ ਕਰਦੇ ਹੋ, ਜਦੋਂ ਕਿ ਮਾਂ ਪਿਓ ਵਾਸਤੇ ਬਰਾਬਰ ਹੀ ਹੁੰਦਾ। ਦੋਨੋਂ ਬੱਚੇ ਮਾਂ ਵਾਸਤੇ ਤਾਂ ਬਰਾਬਰ ਹੀ ਹੈ, ਤੇ ਅਸੀਂ ਦੋਨਾਂ ਨੂੰ ਹੀ ਬਰਾਬਰ ਪਿਆਰ ਕਰਦੇ ਆ, ਅਸੀਂ ਕੋਈ ਗੱਲ ਨਹੀਂ ਹੈ। ਦੋਨੋਂ ਜ਼ਿਆਦਾ ਕੌਣ ਕਰਦਾ ਤੁਹਾਡੇ 'ਚੋਂ? ਇਹ ਜ਼ਿਆਦਾ ਪਿਆਰ ਕਰਦੇ ਨੇ, ਇਹਨਾਂ ਨੂੰ ਇਹ ਬਹੁਤ ਇਮੋਸ਼ਨਲ ਵੀ ਹੋ ਜਾਂਦੇ ਕਈ ਵਾਰੀ ਬੱਚਿਆਂ ਨੂੰ ਯਾਦ ਕਰਕੇ, ਇਹਨਾਂ ਦਾ ਬਹੁਤ ਪਿਆਰ ਹੈ।
ਜਦੋਂ ਮੇਰੇ ਮੈਂ ਥੋੜੀ ਤੱਕੜ ਜੀ ਆ ਹਾਂਜੀ ਤੇ ਉਹ ਇਹ ਜ਼ਿਆਦਾ ਕਰਦੇ ਆ। ਇਹ ਤੱਕੜ ਤਾਂ ਖੈਰ ਮੈਂ ਵੀ ਹੈਗਾ, ਕੋਈ ਐਸੀ ਗੱਲ ਨਹੀਂ, ਪਰ ਇਹ ਵੀ ਚਲੋ ਉਹ ਬੱਚਿਆਂ ਦੀ ਅਟੈਚਮੈਂਟ ਮੇਰੇ ਨਾਲ ਥੋੜੀ ਜਿਹੀ ਉਹਨਾਂ ਦੀ ਜ਼ਿਆਦਾ ਹੈ ਉਹਨਾਂ ਦੀ। ਹਾਂ ਉਹਨਾਂ ਨਾਲ। ਵੱਡੀ ਬੇਟੀ ਜਦੋਂ ਕਿਚਨ 'ਚ ਜਾਂਦੀ ਸੀ ਨਾ ਕੁਝ ਬਣਾਉਣਾ ਹੁੰਦਾ ਸੀ ਤਾਂ ਉਹ ਮੇਰੇ ਤੋਂ ਨਹੀਂ ਪੁੱਛਦੀ ਹੁੰਦੀ ਸੀ। ਉਹਨੂੰ ਇਹ ਪਤਾ ਹੁੰਦਾ ਸੀ ਮੰਮਾ ਨੇ ਮੈਨੂੰ ਗੁੱਸਾ ਕਰਨਾ ਹੈ। ਉਹ ਹਮੇਸ਼ਾ ਪਾਪਾ ਇਹ ਕਿੰਨਾ ਪਾਣਾ ਹੈ, ਇਹ ਕਿੰਨਾ, ਇਹਨਾਂ ਨਾਲ ਜ਼ਿਆਦਾ ਉਹ ਹੁਣ ਵੀ ਉੱਥੋਂ ਕੈਨੇਡਾ ਦਾ ਕੁਝ ਕੋਈ ਪੁੱਛਣਾ ਹੋਵੇ ਨਾ ਕਿਚਨ 'ਚ ਉਹਨੂੰ ਬਣਾਉਣਾ ਹੋਵੇ, ਫਿਰ ਮੈਨੂੰ ਹੋਰ ਦੀ ਪਾਪਾ ਇਹ ਦੱਸਿਓ ਕਿਵੇਂ ਬਣਾਉਣਾ ਹੈ, ਫਿਰ ਮੈਂ ਦੱਸ ਦਿੰਦਾ। ਕੋਈ ਮੈਂ ਥੋੜਾ ਸ਼ੌਂਕ ਹੈਗਾ ਮੇਰਾ ਕਿਚਨ 'ਚ ਕਰ ਲੈਣਾ ਮੈਂ ਕੰਮ ਹਰ ਤਰ੍ਹਾਂ ਦਾ, ਮਤਲਬ ਕਿ ਮੈਨੂੰ ਕੋਈ ਹੈ ਨਹੀਂ ਬਰੋ, ਫਿਰ ਮੈਨੂੰ ਫੋਨ ਕਰ ਲੈਂਦੀ ਹੈ, ਪਾਪਾ ਦੱਸਿਓ ਕੜੀ ਬਣਾਉਣੀ ਸੀ ਕਿਵੇਂ ਬਣਾਵਾਂ। ਇੱਕ ਸਵਾਲ ਮੈਂ ਪਹਿਲਾਂ ਭੁੱਲ ਜਾਵਾਂ, ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦੀ ਹਾਂ। ਲੋਕ ਜਦੋਂ ਕਿਸੇ ਦੀ ਧੀ ਹੁੰਦੀ ਹੈ ਤਾਂ ਲੋਕ ਲਿਖਣਗੇ ਵੀ ਧੀਆਂ ਵਾਲੇ ਘਰ 'ਚ ਬੰਦੇ ਨੂੰ ਅਕਲ ਲਿਆਕਤ ਜ਼ਿਆਦਾ ਆ ਜਾਂਦੀ ਹੈ। ਤੁਸੀਂ ਇਹ ਫਰਕ ਮਹਿਸੂਸ ਕੀਤਾ ਆਪਦੇ 'ਚ ਵੀ ਧੀਆਂ ਦਾ ਪਿਓ ਹੋਣਾ ਬਹੁਤ ਜ਼ਿਆਦਾ ਅਕਲ ਲਿਆਕਤ ਵਾਲਾ ਬੰਦਾ ਹੋ ਜਾਂਦਾ, ਜ਼ਿੰਮੇਵਾਰ ਹੋ ਜਾਂਦਾ? ਨਹੀਂ, ਉਹ ਐਕਚੁਅਲੀ ਇਦਾਂ ਦੀ ਕੋਈ, ਕਿਉਂਕਿ ਸਾਡੇ ਘਰ 'ਚ ਜਿਵੇਂ ਸਾਡੇ ਘਰ ਪਹਿਲਾਂ ਵੀ ਹੈਗੀਆਂ ਧੀਆਂ, ਤੋਂ ਮੇਰੀਆਂ ਭੈਣਾਂ ਦੀਆਂ ਭਾਣਜੀਆਂ ਸੀ, ਉਹ ਵੀ ਬੱਚੀਆਂ, ਉਹ ਮੈਨੂੰ ਬਹੁਤ ਪਿਆਰ ਕਰਦੀਆਂ ਨੇ, ਮੇਰੀਆਂ ਭਾਣਜੀਆਂ ਬਹੁਤ ਜ਼ਿਆਦਾ ਕਰਦੀਆਂ ਨੇ, ਮੇਰੀਆਂ ਬੇਟੀਆਂ ਨਾਲੋਂ ਵੀ ਜ਼ਿਆਦਾ ਕਰਦੀਆਂ ਨੇ, ਤੇ ਮੈਨੂੰ ਕੋਈ ਇਦਾਂ ਦੀ ਫੀਲਿੰਗ ਨਹੀਂ ਹੋਈ। ਹੁਣ ਉਹਨਾਂ ਬੱਚਿਆਂ ਨੂੰ ਮੈਂ ਸਕੂਟਰ ਸਿਖਾਉਣਾ ਹੁੰਦਾ ਸੀ ਨਾ, ਤੇ ਮੈਂ ਸਕੂਟਰ ਸਾਰਿਆਂ ਨੂੰ ਚਲਾਉਣਾ ਸਿਖਾਇਆ, ਸਾਰੀਆਂ ਕੁੜੀਆਂ ਨੂੰ। ਹਾਂ, ਐਕਟਿਵਾ, ਮਤਲਬ ਕਿ ਉਹ ਉਹਨੂੰ ਕਹਿੰਦੇ ਮਾਮਾ ਜੀ ਕੋਲ ਸਿੱਖਣਾ, ਉਹ ਮਿੰਟ 'ਚ ਸਿਖਾ ਦਿੰਦੇ ਨੇ। ਮਤਲਬ ਕਿ ਉੱਥੇ ਵੀ ਇੱਕ ਟੈਕਟ ਹੁੰਦਾ ਵੀ ਇੱਕ ਬੱਚਾ ਗਲਤੀ ਕਰ ਰਿਹਾ, ਜਦੋਂ ਬੱਚਾ ਸਿੱਖਦਾ ਨਾ ਤੇ ਉਹ ਗਲਤੀ ਨੇਚਰਲੀ ਕਰੇਗਾ ਹੀ ਫਸਟ ਸਟੇਜ 'ਤੇ। ਜੇ ਉੱਥੇ ਉਹਨੂੰ ਡਾਂਟਾਂਗੇ ਤਾਂ ਉਹ ਡਰੇਗਾ, ਜੇ ਉਹਨੂੰ ਕਹਾਂਗੇ ਕੋਈ ਗੱਲ ਨਹੀਂ ਬੇਟਾ ਇਸ ਤਰ੍ਹਾਂ ਹੁੰਦਾ, ਮੇਰੇ ਤੋਂ ਵੀ ਹੁੰਦਾ ਸੀ, ਜਦੋਂ ਮੈਂ ਵੀ ਗਿਰ ਜਾਂਦਾ ਹੁੰਦਾ ਸੀ, ਕੋਈ ਗੱਲ ਨਹੀਂ ਉੱਠ ਕੇ ਦੁਬਾਰਾ ਚਲਾਓ, ਉਹ એનર્ਜੀ ਉਹਦੀ ਇਨਕਰੀਜ਼ ਹੋ ਜਾਏਗੀ। ਹਾਂ, ਕਿਸੇ ਵੀ ਉਹਦਾ ਵੈਸੇ ਵੀ ਬ੍ਰੇਨ ਲਾਈਫ ਲੈਵਲ ਦੇ ਜਿਹੜਾ ਵਿੱਚ એનર્ਜੀ ਸਿੱਖਣ ਦਾ ਲੈਵਲ ਉਹ ਸਟਰੋਂਗ ਹੋ ਜਾਏਗਾ ਉਹਦਾ, ਤੇ ਉਹ ਛੇਤੀ ਸਿੱਖ ਜਾਏਗਾ। ਇਸ ਤਰ੍ਹਾਂ ਹੀ ਮੈਂ ਮਤਲਬ ਕਿ ਜਿੰਨੀਆਂ ਮੈਕਸੀਮਮ ਜਿੰਨੀਆਂ ਸਾਡੇ ਘਰ ਦੀਆਂ ਕੁੜੀਆਂ ਸੀਗੀਆਂ, ਮੈਂ ਉਹਨਾਂ ਨੂੰ ਮੈਕਸੀਮਮ ਸਕੂਟਰ, ਕਾਰ, ਬੇਟੀ ਨੂੰ ਵੀ ਕਾਰ ਸਿਖਾਈ। ਹੁਣ ਉਹ ਮੇਰੇ ਨਾਲੋਂ ਵਧੀਆ ਚਲਾ ਲੈਂਦੀ ਕਾਰ, ਛੋਟੀ ਬੇਟੀ। ਇਹ ਸੋਚ ਵੀ ਹੁੰਦੀ ਆ ਵੀ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹੀ ਹੁੰਦਾ ਵੀ ਜਦੋਂ ਬੱਚੇ ਹੁਣ ਤੁਹਾਡੇ ਜਿਵੇਂ ਨੇ ਤਾਂ ਵੀ ਇੱਕ ਤਾਂ ਘਰ ਜਵਾਈ ਹੋਣਾ ਚਾਹੀਦਾ ਵੀ ਤੁਹਾਨੂੰ ਸੰਭਾਲਣ ਲਈ ਕੱਲ੍ਹ ਨੂੰ, ਹੈ ਨਾ। ਜਦੋਂ ਆਪਾਂ ਰਿਸ਼ਤਾ ਦੇਖਦੇ ਹਾਂ, ਜਿਵੇਂ ਮੇਰੇ ਮਦਰ ਵੀ ਜਦੋਂ ਵਿਆਹ ਹੋਇਆ ਸੀ ਤਾਂ ਉਸ ਤੋਂ ਛੋਟੇ ਮਾਸੀ ਜੀ ਜਿਹੜੇ, ਉਹ ਹਮੇਸ਼ਾ ਮਾਸੜ ਜੀ ਅਤੇ ਮਾਸੀ ਜੀ ਦੋਵੇਂ ਮੇਰੇ ਨਾਨਾ ਜੀ ਕੋਲੇ ਰਹੇ। ਤਾਂ ਇਹ ਖਿਆਲ ਵੀ ਤੁਹਾਡੇ ਦਿਮਾਗ 'ਚ ਰਹਿੰਦਾ ਹੋਣਾ ਵੀ ਅਸੀਂ ਕਿਹਨੂੰ ਕੋਲੇ ਰੱਖਣਾ, ਜਾਂ ਅਸੀਂ ਕੱਲ੍ਹ ਨੂੰ ਸਾਨੂੰ ਕਿਸੇ ਦੀ ਲੋੜ ਪੈਣੀ ਆ, ਅਸੀਂ ਉਹਨਾਂ 'ਚੋਂ ਕਿਸੇ ਇੱਕ ਨੂੰ ਆਪਣੇ ਨਾਲ ਰੱਖਣਾ? ਨਹੀਂ, ਇੱਦਾਂ ਨਹੀਂ ਸੋਚਿਆ ਸੀ, ਤੇ ਨਾ ਹੀ ਅਸੀਂ ਇੱਦਾਂ ਸੋਚਣਾ, ਕਿਉਂਕਿ ਅਸੀਂ ਇਹ ਕੋਸ਼ਿਸ਼ ਹੈ ਵੀ ਅਸੀਂ ਆਪ ਹੀ ਤੰਦਰੁਸਤ ਰਹੀਏ। ਅਸੀਂ ਆਪਣੇ ਘਰ ਰਵਾਂਗੇ, ਉਹ ਬੱਚੇ ਆਪਣੇ ਘਰ ਰਹਿਣਗੇ। ਇਹ ਚੀਜ਼ ਸੋਚਣੀ ਗਲਤ ਹੈ। ਇਹ ਸੋਚਣੀ ਗਲਤ ਹੈ ਵੀ ਮੇਰੀ ਗੱਲ ਸੁਣੋ, ਇੱਥੇ ਰੱਖੋ। ਇੱਥੇ ਇਹ ਤਾਂ ਫਿਰ ਗਲਤ ਹੋ ਗਈ। ਹੁਣ ਜਿਨ੍ਹਾਂ ਦੇ ਘਰ ਮੁੰਡੇ ਹੀ ਨੇ, ਉਹ ਮੁੰਡੇ ਅੱਡ ਹੋ ਜਾਂਦੇ ਨੇ। ਪੇਰੈਂਟਸ ਤੁਸੀਂ ਦੇਖੋ 50% ਪੇਰੈਂਟਸ ਜਿਹੜੇ ਨੇ ਮੁੰਡੇ, ਉਹਨਾਂ ਕੋਲ ਕੁੜੀਆਂ ਨਹੀਂ ਹੈਗੀਆਂ, ਜਿਨ੍ਹਾਂ ਦੇ ਘਰ ਮੁੰਡੇ ਹੀ ਮੁੰਡੇ ਨੇ, ਔਰ ਉਹ ਪੇਰੈਂਟਸ ਇਕੱਲੇ ਰਹਿ ਰਹੇ ਨੇ ਔਰ ਬਹੁਤ ਜ਼ਿਆਦਾ ਪਰੇਸ਼ਾਨ ਰਹਿ ਰਹੇ ਨੇ, ਉਹ ਪੁੱਛਦੇ ਹੀ ਨਹੀਂ ਹੈਗੇ। ਇਹ ਆਸ ਵੀ ਨਹੀਂ ਰੱਖਣੀ ਚਾਹੀਦੀ। ਇਹ ਤਾਂ ਆਸ ਸਾਨੂੰ ਰੱਖਣੀ ਨਹੀਂ ਚਾਹੀਦੀ, ਭਾਵੇਂ ਮੁੰਡਾ ਹੋਵੇ ਕੁੜੀ ਹੋਵੇ। ਉਹਨਾਂ ਨੇ ਆਪਣੀ ਲਾਈਫ ਜੀਣੀ ਹੈ, ਭਾਵੇਂ ਮੁੰਡਾ ਹੈ ਉਹ ਆਪਣੀ ਲਾਈਫ ਜੀਣ, ਕੁੜੀਆਂ ਨੇ ਆਪਣੇ ਘਰ ਜੀਣ। ਆਪਣਾ ਆਪ ਨੂੰ ਤੁਸੀਂ ਸਟਰੋਂਗ ਕਰੋ। ਜਿਵੇਂ ਆਪਾਂ ਨੂੰ ਆਦਤ ਆ ਆਪਣੇ ਲੋਕਾਂ ਨੂੰ ਵੀ, ਜਦੋਂ ਕੋਈ ਦਿਨ ਤਿਉਹਾਰ ਇਹੋ ਜਿਹਾ ਆਉਂਦਾ ਜਿਹੜਾ ਖਾਸ ਕਰਕੇ ਭਰਾਵਾਂ ਨਾਲ ਜੁੜਿਆ ਹੁੰਦਾ, ਤਾਂ ਉਹ ਤੁਹਾਨੂੰ ਆ ਕੇ ਉਹੀ ਫਿਰ ਤਰਸ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ ਆ ਤੁਹਾਡੇ ਨਾਲ। ਖਾਸ ਕਰਕੇ ਬੱਚਿਆਂ ਨਾਲ ਜ਼ਿਆਦਾ ਕਰਦੇ ਆ ਲੋਕ ਨਾ, ਵੀ ਉਹ ਕਹਿਣਗੇ ਵੀ ਉਹ ਵਿਚਾਰੀ, ਉਹਦੇ ਭਰਾ ਨਹੀਂ ਹੈਗਾ, ਉਹਨੂੰ ਇੱਦਾਂ ਕਰਕੇ ਆਓ ਜ਼ਰੂਰ। ਤਾਂ ਬੱਚੇ ਇਮੋਸ਼ਨਲੀ ਕੀ ਮਹਿਸੂਸ ਕਰਦੇ ਨੇ ਵੀ ਉਹਨਾਂ ਨੂੰ ਇਹੋ ਜਿਹੇ ਕਿਸੇ ਦਿਨ ਤਿਉਹਾਰ 'ਤੇ ਲੱਗਦਾ ਹੁੰਦਾ ਵੀ ਸਾਡੇ ਤੁਹਾਡੇ ਦੋਵਾਂ 'ਚੋਂ ਕਿਸੇ ਨਾਲ ਇੱਕ ਨਾਲ ਗੱਲ ਕਰਦੇ ਹੋਣ ਵੀ ਸਾਡੇ ਲਈ ਵੀ ਜ਼ਰੂਰੀ ਸੀ ਇੱਕ ਭਰਾ ਹੋਣਾ? ਨਾ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਮੇਰੇ ਬੱਚਿਆਂ ਨੇ ਤਾਂ ਕਦੇ ਆਪਣੇ ਚਾਚੇ ਦੇ ਭਰਾਵਾਂ ਨੂੰ ਵੀ ਰੱਖੜੀ ਨਹੀਂ ਬੰਨ੍ਹਣ ਗਏ। ਉਹ ਇਸ ਗੱਲ 'ਚੋਂ ਬਲੀਵ ਹੀ ਨਹੀਂ ਕਰਦੇ, ਅਤੇ ਉਹਨਾਂ ਨੂੰ ਦੇਖ ਕੇ ਮੈਂ ਵੀ ਨਹੀਂ ਜਾਂਦੀ ਹੁਣ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ, ਕਿਉਂਕਿ ਬੱਚੇ ਨਹੀਂ ਜਾ ਰਹੇ। ਅਤੇ ਫਿਰ ਜੇ ਮੈਂ ਜਾਊਂਗੀ ਤਾਂ ਫਿਰ ਆਏਗਾ ਉਹਨਾਂ ਦੇ ਮਨ 'ਚ ਵੀ ਸਾਡੀ ਮਾਂ ਜਾਂਦੀ ਹੈ, ਹੈ ਨਾ, ਵੀ ਸਾਡਾ ਹੁੰਦਾ ਜਾਂ ਇੱਦਾਂ ਦਾ ਕੁਛ ਹੈ ਨਹੀਂ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ, ਅਤੇ ਨਾ ਅਸੀਂ ਘਰ ਦੇ ਵਿੱਚ ਇੱਦਾਂ ਦੀ ਕੋਈ ਕਦੇ ਗੱਲ ਕੀਤੀ ਹੈ। ਹੁਣ ਕਈ ਵਾਰੀ ਭਤੀਜੇ ਜਾਂ ਭਾਣਜੇ ਜਾਂ ਇਹਦੇ ਬ੍ਰਦਰ ਦੇ ਮੁੰਡਾ ਉਹ ਆ ਜਾਂਦੇ ਨੇ, ਕਈ ਵਾਰੀ ਆਪ ਆ ਜਾਂਦੇ ਨੇ, ਆਪ ਆ ਕੇ ਬਣਾ ਲਓ। ਕੋਈ ਬ੍ਰਦਰ ਦੇ ਬੇਟੇ ਨੇ, ਉਹ ਬੇਟਾ ਉਹ ਆ ਜਾਂਦਾ ਹੈ, ਜਾਂ ਸਿਸਟਰ ਦਾ ਬੇਟਾ ਹੈ, ਉਹ ਕਈ ਵਾਰੀ ਆ ਕੇ ਉਹ ਬਣਾ ਲੈਂਦੇ ਨੇ। ਸਿਸਟਰ ਆਉਂਦੀ ਹੈ, ਸਿਸਟਰ ਮੇਰੇ ਬਣ ਜਾਂਦੀ ਹੈ, ਉਹ ਅੱਡ ਗੱਲ ਹੈ। ਉਹ ਅਲੱਗ ਹੈ। ਮਤਲਬ ਤੇ ਮੈਂਟਲੀ ਜਿਵੇਂ ਤੁਸੀਂ ਮਨ ਦੇ ਵਿੱਚ ਧਾਰ ਲਓ ਵੀ ਦੁਖੀ ਹੋਵੋ ਵੀ ਸਾਡਾ ਭਰਾ ਹੈ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਇੱਦਾਂ ਦਾ ਅਸੀਂ ਉਹਨਾਂ ਨੂੰ ਫੀਲ ਹੀ ਨਹੀਂ ਹੋਣ ਦਿੱਤਾ। ਉਹਨਾਂ ਮਤਲਬ ਕਿ ਸੋਚ ਹੀ ਨਹੀਂ ਉਹਨਾਂ ਦਿਮਾਗ 'ਚ ਹੀ ਨਹੀਂ ਪਾਈ ਹੈਗੀ ਵੀ ਭਰਾ ਹੋਣਾ ਜ਼ਰੂਰੀ ਹੈ, ਵੀ ਉਹਦੇ ਬਿਨਾਂ ਸਮਾਜ ਹੀ ਨਹੀਂ ਚੱਲ ਸਕਦਾ, ਵੀ ਜੇ ਭਰਾ ਨਹੀਂ ਹੈਗਾ ਤਾਂ ਆਪਾਂ ਜੀ ਨਹੀਂ ਸਕਦੇ। ਇਹ ਥੋਟ ਹੋਣੀ ਨਹੀਂ ਚਾਹੀਦੀ।
ਕਈ ਤਾਂ ਫਿਰ ਮਾਂ ਪਿਓ ਹੀ ਸੁਣਾਉਂਦੇ ਰਹਿੰਦੇ ਆ ਵੀ ਹਨਾ ਇਹਦੀ ਜਗ੍ਹਾ ਤੇ ਇੱਕ ਮੁੰਡਾ ਹੁੰਦਾ ਜਾਂ ਤੇਰੀ ਜਗ੍ਹਾ ਤੇ ਇੱਕ ਮੁੰਡਾ ਹੁੰਦਾ, ਤਾਂ ਉਹ ਗੱਲਾਂ ਮੈਨੂੰ ਲੱਗਦਾ ਜਦੋਂ ਤੁਸੀਂ ਦੱਸੀਆਂ ਹੀ ਨਹੀਂ ਉਹਨਾਂ ਨੂੰ ਸ਼ੁਰੂ ਤੋਂ ਤਾਂ ਉਹਨਾਂ ਦੇ ਦਿਮਾਗ 'ਚ ਆਈਆਂ। ਉਹ ਛੋਟੀ ਵਾਲੀ ਹੈ ਨਾ ਜਿਹੜੀ, ਉਹ ਜਦੋਂ ਆਏਗੀ ਉਹ ਦਾਦੀ ਨੂੰ, ਆਪਣੀ ਦਾਦੀ ਨੂੰ ਕਦੇ ਗੁਰਦੁਆਰੇ ਲੈ ਜਾਏਗੀ, ਕਦੇ ਸ਼ਾਪਿੰਗ ਕਰਾਉਣ ਲੈ ਜਾਏਗੀ, ਤੇ ਫਿਰ ਨਾਲ ਹੀ ਪੁੱਛੇਗੀ ਦਾਦਾ ਦਾਦਾ ਕਹਿੰਦੇ ਮੇਰੇ ਬੱਚੇ ਆਪਣੀ ਦਾਦੀ ਨੂੰ। ਦਾਦਾ ਜਦੋਂ ਮੈਂ ਹੋਈ ਸੀ ਤੇ ਕੌਣ ਕੌਣ ਰੋਇਆ ਸੀ ਦੱਸੋ ਮੈਨੂੰ, ਕਿਉਂਕਿ ਉਹਨੂੰ ਪਤਾ ਹੈ ਨਾ ਵੀ ਦਾਦਾ ਰੋਏ ਸੀਗੇ, ਤਾਂ ਜਾਣ ਕੇ ਫਿਰ ਛੇੜਦੀ ਹੈ ਦਾਦਾ ਨੂੰ। ਕੌਣ ਕੌਣ ਰੋਇਆ ਸੀ? ਹੁਣ ਦੇਖੋ ਮੈਂ ਹੀ ਤੁਹਾਨੂੰ ਲੈ ਕੇ ਜਾਂਦੀ ਆ ਨਾ ਜਿੱਥੇ ਤੁਸੀਂ ਕਹਿੰਦੇ ਹੋ ਮੁੰਡੇ ਮੁੰਡੇ ਕਰਦੇ ਰਹਿੰਦੇ ਆ, ਫਿਰ ਉਹ ਹੱਸ ਪੈਂਦੇ ਆ। ਇਹ ਚੀਜ਼ ਮੈਂ ਪੁੱਛਣੀ ਸੀ ਤੁਹਾਨੂੰ ਬਾਅਦ ਚੋਂ ਵੀ, ਕਈਆਂ ਨੂੰ ਲੱਗਦਾ ਹੁੰਦਾ ਵੀ ਕੁੜੀਆਂ ਨੂੰ ਅਸੀਂ ਅੱਧੀ ਰਾਤ ਨੂੰ ਬਾਹਰ ਨਹੀਂ ਤੋੜ ਸਕਦੇ, ਸਾਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਆ ਜਾਊਗੀ ਤਾਂ ਅਸੀਂ ਕੁੜੀ ਨੂੰ ਸ਼ਾਇਦ ਉਹਦੇ 'ਤੇ ਉਨੇ ਡਿਪੈਂਡ ਨਹੀਂ ਹੋ ਸਕਦੇ ਵੀ ਅਸੀਂ ਹਮੇਸ਼ਾ ਮੁੰਡੇ ਦਾ, ਕਿਉਂਕਿ ਸਾਡੇ ਜਦੋਂ ਆਪਾਂ ਲਿਖਦੇ ਵੀ ਹਾਂ ਜਾਂ ਕਿਤੇ ਪੜ੍ਹਦੇ ਹਾਂ ਤਾਂ ਆਪਾਂ ਇਹੀ ਕਹਿੰਦੇ ਹੁੰਦੇ ਹਾਂ ਵੀ ਮੁੰਡੇ ਹਮੇਸ਼ਾ ਫਿਜ਼ੀਕਲੀ ਸਟਰੋਂਗ ਹੁੰਦੇ ਨੇ, ਕੁੜੀਆਂ ਮੈਂਟਲੀ ਸਟਰੋਂਗ ਹੁੰਦੀਆਂ ਨੇ। ਤਾਂ ਜਦੋਂ ਤੁਹਾਨੂੰ ਇਹ ਚੀਜ਼ ਲੱਗਦੀ ਹੈ ਵੀ ਕੱਲ੍ਹ ਨੂੰ ਜਦੋਂ ਸਾਨੂੰ ਇਹਨਾਂ 'ਤੇ ਡਿਪੈਂਡ ਹੋਣਾ ਪਿਆ ਤਾਂ ਸ਼ਾਇਦ ਉਸ ਤਰੀਕੇ ਨਾਲ ਇਹ ਸਾਡਾ ਸਹਾਰਾ ਨਹੀਂ ਬਣ ਸਕਦੀਆਂ ਜਿਵੇਂ ਮੁੰਡੇ ਬਣਦੇ ਆ, ਵੀ ਅਸੀਂ ਸਾਨੂੰ ਕੋਈ ਫਿਜ਼ੀਕਲ ਪ੍ਰੋਬਲਮ ਆਊ ਤਾਂ ਅਸੀਂ ਅੱਧੀ ਰਾਤ ਨੂੰ ਵੀ ਕਹਿ ਦਾਂਗੇ ਵੀ ਸਾਨੂੰ ਫਲਾਣੀ ਜਗ੍ਹਾ ਲੈ ਜਾਓ, ਇਹ ਚੀਜ਼ਾਂ ਮਨ 'ਚ ਆਉਂਦੀਆਂ ਨੇ? ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸਦਾ। ਮੇਰੀ ਨਾ ਛੋਟੀ ਬੇਟੀ ਹੋਣ ਵਾਲੀ ਸੀਗੀ ਜਦੋਂ ਅਮਨੀਤ ਹਸਪੀਟਲ 'ਚ, ਉੱਥੇ ਇੱਕ ਲੜਕੀ ਸੀਗੀ, ਉਹ ਆਪਣੇ ਫਾਦਰ ਨੂੰ ਲੈ ਕੇ ਐਡਮਿਟ, ਉਹਨੇ ਫਾਦਰ ਨੂੰ ਐਡਮਿਟ ਕਰਾਇਆ ਸੀ, ਉਹਦਾ ਭਰਾ ਵੀ ਹੈਗਾ ਸੀਗਾ। ਉਹਦਾ ਭਰਾ ਦੇਖੋ ਕਦੇ ਨਹੀਂ ਉੱਥੇ ਆਇਆ ਸੀਗਾ, ਔਰ ਉਹ ਕੁੜੀ ਟੋਟਲੀ ਮਤਲਬ ਕਿ ਆਪਣੇ ਫਾਦਰ ਨੂੰ ਲੈਟਰਿਨ ਕਰਾਉਣ ਵੀ ਜਾਂਦੀ ਸੀ, ਸਾਰਾ ਕੁਝ। ਮਤਲਬ ਕਿ ਉਹ ਕੁੜੀ ਨੇ ਇੰਨੀ ਸੇਵਾ ਕੀਤੀ, ਮਤਲਬ ਕਿ ਮੁੰਡਾ ਨਹੀਂ ਕਰਨਾ, ਕੁੜੀ ਕਰਨ ਆਈ। ਤੁਸੀਂ ਇੱਥੇ ਸਮਾਜ ਨੂੰ ਸੋਚਣਾ ਚਾਹੀਦਾ ਵੀ ਕਿ ਮੁੰਡਾ ਕੋਈ, ਇਹ ਜ਼ਰੂਰੀ ਨਹੀਂ ਹੈ ਵੀ ਮੁੰਡਾ ਹੀ ਕੰਮ ਕਰ ਸਕਦਾ, ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ। ਸਾਨੂੰ ਉਹਨਾਂ ਨੂੰ ਘੱਟ ਅਸੀਂ ਬਣਾ ਦਿੰਦੇ ਆ, ਅਸੀਂ ਕਹਿ ਕੇ ਉਹਨਾਂ ਨੂੰ ਘੱਟ ਬਣਾ ਦਿੰਦੇ ਆ। ਉਹਨਾਂ ਦਾ ਸਾਡਾ ਮੈਂਟਲ ਲੈਵਲ ਅਸੀਂ ਉਹਨਾਂ ਦਾ ਲੋ ਕਰ ਦਿੰਦੇ ਆ, ਅਸੀਂ ਉਹਨੂੰ ਫਿਜ਼ੀਕਲੀ ਵੀ ਅਸੀਂ ਉਹ ਡਾਊਨ ਕਰ ਦਿੰਦੇ ਆ। ਚਲੋ ਕਿ ਫਿਜ਼ੀਕਲੀ ਕੋਈ ਕੁੜੀਆਂ ਘੱਟ ਥੋੜ੍ਹਾ ਹੁੰਦੀਆਂ ਨੇ, ਉਹ ਹਰਿਆਣੇ ਵਾਲੀਆਂ ਗੀਤਾ ਫਟਾਕ ਤੇ ਉਹ ਦੋਨੋਂ, ਉਹਨਾਂ ਨੇ ਦੇਖੋ ਵਰਲਡ ਦੇ ਵਿੱਚ ਆਪਣਾ ਨਾਂ ਚਮਕਾਇਆ, ਕੁੜੀਆਂ ਨੇ। ਉਹਦੇ ਫਾਦਰ ਨੇ ਜਦੋਂ ਸੋਚਿਆ, ਜਦੋਂ ਉਹਨਾਂ ਦੀ ਆਪਾਂ ਹਿਸਟਰੀ ਸੁਣਦੇ ਆ, ਤੇ ਉਹਨੇ ਜਦੋਂ ਸੋਚਿਆ ਸੀ, ਕਿਸੇ ਨੂੰ ਨਹੀਂ ਪਤਾ ਸੀ ਵੀ ਕੀ ਬਣਾਉਣਾ, ਤੇ ਉਹਨੇ ਸੋਚਿਆ ਸੀ ਮੈਂ ਆਪਣੇ ਕੁੜੀਆਂ ਨੂੰ ਭਲਵਾਨ ਬਣਾਉਣਾ ਨੇ। ਤੇ ਹਰਿਆਣੇ ਦੇ ਵਿੱਚ ਕੁੜੀ ਨੂੰ ਭਲਵਾਨ ਬਣਾਉਣਾ ਕੋਈ ਕਿੱਡੀ ਵੱਡੀ ਨੈਗੇਟਿਵ ਗੱਲ ਹੈ। ਮਤਲਬ ਕਿ ਇਹ ਸੋਚ ਹੈ, ਦੇਖੋ ਉਸ ਬੰਦੇ ਦੀ ਕਿੱਡੀ ਵੱਡੀ ਸੋਚ ਸੀਗੀ। ਇਹ ਸਾਡੇ ਪੰਜਾਬ 'ਚ ਵੀ ਇਹ ਚੀਜ਼ ਸੋਚ ਨਹੀਂ ਹੈਗੀ। ਸਾਡੇ ਪੰਜਾਬ ਦੀ ਕੋਈ ਕੁੜੀ ਭਲਵਾਨ ਨਹੀਂ ਬਣੀ ਮੇਰੇ ਖਿਆਲ, ਜਿੰਨੀਆਂ ਉਹ ਕੁੜੀਆਂ ਵਰਲਡ ਦੇ ਵਿੱਚ ਮਸ਼ਹੂਰ ਹੋਈਆਂ। ਮਤਲਬ ਕਿ ਇਹ ਸਾਨੂੰ ਸ਼ੁਰੂ ਤੋਂ ਹੀ ਜਿਹੜੀ ਫੀਡਬੈਕ ਦੇਣੀ ਹੈ, ਜਾਂ ਉਹਨੂੰ ਫੀਡ ਕਰਨਾ, ਜਾਂ ਉਹਨੂੰ ਕਹਿਣਾ ਦੱਸਣਾ, ਸੋਚ ਹੈ ਤੁਹਾਡੀ। ਸੋਚ ਨੇ ਹੀ ਬੰਦੇ ਨੂੰ ਮਜ਼ਬੂਤ ਕਰਨਾ, ਤੇ ਸੋਚ ਨੇ ਹੀ ਬੰਦੇ ਨੂੰ ਡਾਊਨ ਕਰ ਦੇਣਾ ਜਾਂ ਕਮਜ਼ੋਰ ਕਰ ਦੇਣਾ। ਬਿਲਕੁਲ, ਮੈਨੂੰ ਲੱਗਦਾ ਵੀ ਸ਼ਾਇਦ ਕੁਦਰਤ ਨੇ ਇੰਨਾ ਫਰਕ ਨਹੀਂ ਪਾਇਆ, ਅਸੀਂ ਬਹੁਤ ਜ਼ਿਆਦਾ ਫਰਕ ਪਾਇਆ। ਅਸੀਂ ਹੀ ਫਰਕ ਪਾਇਆ। ਅਸੀਂ ਜ਼ਿਆਦਾ ਰੌਲਾ ਪਾਉਂਦੇ ਆ, ਮੁੰਡੇ ਕੁੜੀ, ਮੁੰਡਾ ਕੁੜੀ, ਅਦਰਵਾਈਜ਼ ਕੋਈ ਗੱਲ ਨਹੀਂ। ਮੁੰਡੇ ਨੂੰ ਵੀ ਆਪਾਂ ਉਹਨੇ ਪਿਆਰ ਨਾਲ ਪਾਲੋ, ਕੁੜੀਆਂ ਨੂੰ ਵੀ ਉਹਨੇ ਪਿਆਰ ਨਾਲ ਪਾਲੋ, ਉਹਨਾਂ ਨੂੰ ਵੀ ਉਨੀ ਐਜੂਕੇਸ਼ਨ ਦਿਓ, ਮੁੰਡੇ ਨੂੰ ਵੀ ਦਿਓ। ਅੱਛਾ, ਹਾਲਾਂਕਿ ਆਪਾਂ ਸੁਣਦੇ ਆ ਵੀ ਮੁੰਡੇ ਇੱਦਾਂ, ਉਹ ਸੰਸਕਾਰ ਨੇ ਸਾਡੇ ਘਰਾਂ ਦੇ। ਜੇ ਤੁਸੀਂ ਘਰੋਂ ਬੱਚਿਆਂ ਨੂੰ ਵਧੀਆ ਸੰਸਕਾਰ ਦੇ ਰਹੇ ਹੋ ਤਾਂ ਬੱਚੇ ਬਾਹਰ ਵਧੀਆ ਬਿਹੇਵੀਅਰ ਕਰਨਗੇ, ਵਧੀਆ ਲੋਕਾਂ 'ਚ ਵਿਚਰਨਗੇ। ਜੇ ਘਰੋਂ ਹੀ ਸੰਸਕਾਰ ਗਲਤ ਮਿਲਣਗੇ ਤਾਂ ਉਹ ਨੈਚੁਰਲੀ ਜੋ ਅੱਜ ਕੱਲ੍ਹ ਹੋ ਰਿਹਾ ਆਪਾਂ ਨੂੰ ਦਿਸਣ ਨੂੰ ਮਿਲੇਗਾ ਹੀ। ਬਿਲਕੁਲ, ਮੈਨੂੰ ਲੱਗਦਾ ਵੀ ਅਸੀਂ ਖੁਦ ਇਹ ਚੀਜ਼ ਬਣਾਈ ਹੈ ਵੀ ਕੁੜੀ ਕਮਜ਼ੋਰ ਹੁੰਦੀ ਹੈ ਜਦੋਂ ਅਸੀਂ ਉਹਨੂੰ ਬਰਾਬਰ ਪੜ੍ਹਨ ਦਾ ਮੌਕਾ ਨਹੀਂ ਦਿੰਦੇ, ਜਦੋਂ ਅਸੀਂ ਉਹਨੂੰ ਇਹ ਚੀਜ਼ ਨਹੀਂ ਸਿਖਾਉਂਦੇ ਵੀ ਜ਼ਿੰਦਗੀ 'ਚ ਜੇ ਮਤਲਬ ਕੋਈ ਵੀ ਵਹੀਕਲ ਡਰਾਈਵ ਕਰਨਾ ਮੁੰਡੇ ਲਈ ਜ਼ਰੂਰੀ ਆ ਤਾਂ ਕੁੜੀ ਲਈ ਵੀ ਜ਼ਰੂਰੀ ਆ, ਅਸੀਂ ਉਹਨੂੰ ਉਹ ਨਹੀਂ ਸਿਖਾਉਂਦੇ। ਅਸੀਂ ਉਹਨੂੰ ਇਹ ਕੌਨਫੀਡੈਂਸ ਦਿੰਦੇ ਹੀ ਨਹੀਂ ਹੈਗੇ ਵੀ ਜੇ ਮੁੰਡਾ ਰਾਤ ਨੂੰ 10 ਵਜੇ ਘਰੋਂ ਬਾਹਰ ਜਾ ਸਕਦਾ ਤਾਂ ਉਸੇ ਕੌਨਫੀਡੈਂਸ ਨਾਲ ਤੂੰ ਵੀ ਜਾ ਸਕਦੀ ਹੈ ਨਾ। ਤਾਂ ਜਦੋਂ ਸ਼ੁਰੂ ਤੋਂ ਹੀ ਅਸੀਂ ਕਮਜ਼ੋਰੀ ਦਿਮਾਗ 'ਚ ਭਰ ਦਿੰਦੇ ਹਾਂ ਤਾਂ ਫਿਰ ਕੱਲ੍ਹ ਨੂੰ ਅਸੀਂ ਉਹ 'ਤੇ ਰਿਐਕਟ ਕਰਦੇ ਹਾਂ ਵੀ ਔਰਤਾਂ ਤਾਂ ਹੁੰਦੀਆਂ ਹੀ ਕਮਜ਼ੋਰ ਨੇ। ਤਾਂ ਮੈਨੂੰ ਲੱਗਦਾ ਵੀ ਇਹ ਸਾਡੀ ਪਰਵਰਿਸ਼ 'ਚ ਹੋਣਾ ਚਾਹੀਦਾ ਵੀ ਔਲਾਦ ਸਿਰਫ ਔਲਾਦ ਆ, ਹੈ ਨਾ, ਅਤੇ ਇਨਸਾਨ ਸਿਰਫ ਇਨਸਾਨ ਆ, ਉਹਨੂੰ ਮੁੰਡੇ ਜਾਂ ਕੁੜੀ 'ਚ ਤੁਸੀਂ ਨਾ ਡਿਵਾਈਡ। ਸਿਰਫ ਉਹਦਾ ਕੌਨਫੀਡੈਂਸ ਬਿਲਡ ਕਰਨ ਦੀ ਲੋੜ ਹੈ। ਤੁਸੀਂ ਕੌਨਫੀਡੈਂਸ ਜਿਹੜਾ ਬਿਲਡ ਭਾਵੇਂ ਕੁੜੀ 'ਚ ਕਰ ਦਿਓ ਭਾਵੇਂ ਮੁੰਡੇ 'ਚ ਕਰ ਦਿਓ, ਉਹ ਇਕੁਅਲ ਹੈ, ਦੋਨੇ ਸੇਮ ਕੰਮ ਕਰੇਗਾ। ਜੇ ਤੁਸੀਂ ਮੁੰਡੇ 'ਚ ਵੀ ਕੌਨਫੀਡੈਂਸ ਬਿਲਡ ਨਹੀਂ ਕਰੋਗੇ ਤਾਂ ਮੁੰਡਾ ਵੀ ਕੁੜੀ ਨਾਲੋਂ ਵੀ ਵੀਕ ਹੋ ਜਾਏਗਾ। ਦੇਖੋ ਕਈ ਘਰਾਂ ਦੇ ਹੈਗੇ ਨੇ ਤੁਹਾਡੇ ਆਪਣੇ, ਤੁਸੀਂ ਦੇਖ ਲਿਓ ਰਿਸ਼ਤੇਦਾਰੀ 'ਚ ਸਾਡੇ ਆਪਣੇ ਜਿਹੜੇ ਬੱਚੇ ਨੇ, ਮਤਲਬ ਕਿ ਪੇਰੈਂਟਸ ਨੇ ਬੱਚਿਆਂ ਨੂੰ ਜੇ ਉਹ ਸਕੂਟਰ ਨਹੀਂ ਚਲਾਉਣ ਦਿੱਤਾ, ਉਹਨੂੰ ਹੁਣ ਤੱਕ ਸਕੂਟਰ ਨਹੀਂ ਚਲਾਉਣਾ ਆਉਂਦਾ ਮੁੰਡੇ ਨੂੰ। ਸਾਡੇ ਰਿਸ਼ਤੇਦਾਰੀ 'ਚ ਇੱਕ ਮੁੰਡਾ ਹੈਗਾ, ਉਹ ਮੁੰਡਾ ਇੰਜੀਨੀਅਰ ਹੈ, ਅਤੇ ਉਹਨੂੰ ਉਹਦੇ ਫਾਦਰ ਨੇ ਕਾਰ ਨਹੀਂ ਚਲਾਉਣੀ, ਨਹੀਂ ਤੂੰ ਕਾਰ ਕਿਤੇ ਮਾਰ ਦੇਗਾ, ਜੇ ਕਰੇਗਾ। ਉਹ ਅੱਜ ਤੱਕ ਕਾਰ ਹੀ ਨਹੀਂ ਸਿੱਖ ਸਕਿਆ, ਉਹ ਹੁਣ ਵੀ ਕਾਰ ਨਹੀਂ ਚਲਾ ਸਕਦਾ। ਮਤਲਬ ਕਿ ਉਹ ਸਾਡੀ ਹੀ ਗਲਤੀ ਹੁੰਦੀ ਹੈ ਜਿੱਥੇ ਵੀ, ਮਤਲਬ ਕਿ ਜੇ ਕਿਸੇ ਬੱਚੇ ਦੀ ਬੱਚੇ 'ਚ ਜੋ ਕਮਜ਼ੋਰੀ ਹੈ ਨਾ, ਉਹ ਅਸਲ 'ਚ ਬੱਚੇ ਦੀ ਨਹੀਂ ਹੁੰਦੀ, ਉਹ ਉਹਦੇ ਪੇਰੈਂਟਸ ਦੀ ਹੁੰਦੀ ਹੈ। ਕਈ ਲੋਕ ਕਹਿ ਦਿੰਦੇ ਨੇ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਿਆ,
ਹਨਾ ਵੀ ਉਹ ਜਤਾਉਂਦੇ ਨੇ ਵੀ ਜੇ ਸਾਡੇ ਅੰਦਰ ਇਹ ਕਮੀ ਸੀਗੀ, ਸਾਡੇ ਘਰ 'ਚ ਮੁੰਡਾ ਨਹੀਂ ਸੀ ਤਾਂ ਅਸੀਂ ਕੁੜੀਆਂ ਨੂੰ ਬਿਲਕੁਲ ਮੁੰਡਿਆਂ ਵਾਂਗੂ ਪਾਲਿਆ, ਉਹਨਾਂ ਨੂੰ ਮੁੰਡਿਆਂ ਵਰਗਾ ਮਾਹੌਲ ਦਿੱਤਾ। ਤਾਂ ਤੁਹਾਨੂੰ ਇਹ ਲੱਗਦਾ ਵੀ ਕੁੜੀਆਂ ਨੂੰ ਸਾਰਾ ਦਿਨ ਇਹ ਸੁਣਾਉਂਦੇ ਰਹਿਣਾ ਜ਼ਰੂਰੀ ਹੈ ਵੀ ਅਸੀਂ ਤੈਨੂੰ ਮੁੰਡਿਆਂ ਵਾਂਗ ਪਾਲਿਆ? ਮਤਲਬ ਤਵੱਜੋ ਤਾਂ ਤੁਸੀਂ ਫਿਰ ਉਹਨੂੰ ਇਹੀ ਦਿਖਾ ਰਹੇ ਹੋ ਵੀ ਮਤਲਬ ਮੁੰਡਾ ਸਾਡੇ ਲਈ ਜ਼ਰੂਰੀ ਸੀ, ਜੇ ਨਹੀਂ ਹੋਇਆ ਤਾਂ ਅਸੀਂ ਤੈਨੂੰ ਮੁੰਡਿਆਂ ਵਾਂਗੂ ਮਾਹੌਲ ਦਿੱਤਾ। ਨਹੀਂ ਨਹੀਂ, ਉਹ ਪਤਾ ਜੇ ਇਹ ਇਸ ਦਾ ਜਵਾਬ ਜੇ ਅਵਨੀਤ ਇੱਥੇ ਹੁੰਦੀ ਤਾਂ ਤੁਹਾਨੂੰ ਉਹ ਪ੍ਰੋਪਰ ਦਿੰਦੀ। ਤੇ ਇਦਾਂ ਬੜਾ ਦੀ ਵਧੀਆ ਜਵਾਬ ਦੇਣਾ ਸੀ ਉਹਨੇ। ਅਸੀਂ ਕਦੇ ਵੀ ਇਦਾਂ ਨਹੀਂ ਉਹਨਾਂ ਨੂੰ ਕਿਹਾ ਵੀ ਮੁੰਡਿਆਂ ਵਾਂਗਰਾ ਪਾਲਿਆ। ਅਸੀਂ ਤਾਂ ਜਸਟ ਐਜੂਕੇਸ਼ਨ ਦਿੱਤੀ ਪੂਰੀ ਉਹਨਾਂ ਨੂੰ, ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦਿੱਤੀ। ਦੋਨਾਂ ਵੱਡੀ ਬੇਟੀ ਨੂੰ ਬਹੁਤ ਹੁਣ ਮਾਸਟਰ ਆਰਕੀਟੈਕਚਰ ਕਰਕੇ ਗਈ ਹੈ, ਹੁਣ ਉੱਥੇ MBA ਕੀਤੀ ਉਹਨੇ ਕੈਨੇਡਾ। ਤੇ ਕੋਈ ਇਦਾਂ ਦੀ ਗੱਲ ਨਹੀਂ, ਅਸੀਂ ਕਦੇ ਮੁੰਡੇ ਕੁੜੀ ਇਦਾਂ ਨਹੀਂ ਸੁਣਾਇਆ ਹੈਗਾ ਵੀ ਤੈਨੂੰ ਮੁੰਡਿਆਂ ਵਾਂਗਰਾ ਕੀਤਾ ਨਾ। ਕੋਈ ਇਦਾਂ ਦੀ ਸਹੂਲਤਾਂ ਵੀ ਨਹੀਂ ਸਾਨੂੰ ਬੱਚਿਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਜਿਹੜਾ ਉਹਦੀਆਂ ਉਹ ਸਹੂਲਤਾਂ ਉਹਦਾ ਫਿਊਚਰ ਖਰਾਬ ਕਰ ਦੇਣ। ਮਤਲਬ ਕਿ ਇਹ ਵੀ ਸਾਨੂੰ ਦੇਖਣਾ ਪਏਗਾ, ਪੇਰੈਂਟਸ ਨੂੰ ਦੇਖਣਾ ਪਏਗਾ ਵੀ ਅਸੀਂ ਜਿਹੜੇ ਬੱਚੇ ਨੂੰ ਕੋਈ ਸਹੂਲਤ ਦੇ ਰਹੇ ਹਾਂ ਤਾਂ ਉਹ ਉਹਦਾ ਫਿਊਚਰ ਤਾਂ ਨਹੀਂ ਖਰਾਬ ਕਰ ਦੇਗਾ। ਕਈ ਵਾਰੀ ਅਸੀਂ ਸੋਚਦੇ ਨਹੀਂ ਹੈਗੇ ਤੇ ਬਾਅਦ ਵਿੱਚ ਸਾਨੂੰ ਪਛਤਾਉਣਾ ਪੈਂਦਾ, ਉਹ ਵੇਲਾ ਲੰਘ ਜਾਂਦਾ। ਤਾਂ ਬੱਚੇ ਨੂੰ ਸਟਰਗਲ ਵੀ ਕਰਨ ਦੇਣਾ ਚਾਹੀਦਾ ਹੈ। ਜੇ ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ ਨੇ, ਪੈਸਾ ਹੈਗਾ, ਸਾਰਾ ਕੁਝ ਹੈਗਾ, ਉਹਨੂੰ ਸਟਰਗਲ ਵੀ ਕਰਨ ਦੇਣਾ ਚਾਹੀਦਾ। ਉਹ ਜਿਵੇਂ ਸਿਆਣੇ ਕਹਿੰਦੇ ਨੇ ਅਕਲ ਬਦਾਮ ਖਾ ਕੇ ਨਹੀਂ ਆਉਂਦੀ, ਧੱਕੇ ਖਾ ਕੇ ਆਉਂਦੀ ਹੈ। ਤੇ ਉਹ ਇਹ ਵੀ ਨਿਆਣਿਆਂ ਨੂੰ ਧੱਕੇ ਜ਼ਰੂਰ ਖਵਾਉਣੇ ਚਾਹੀਦੇ ਨੇ। ਹਾਂ, ਥੋੜੇ ਜਿਹੇ ਧੱਕੇ ਜ਼ਰੂਰ ਖਵਾਉਣੇ ਚਾਹੀਦੇ ਨੇ ਉਹਨੂੰ, ਤਾਂ ਕਿ ਤਾਂ ਸਮਝ ਆਵੇ ਵੀ ਜ਼ਿੰਦਗੀ ਕੀ ਹੁੰਦੀ ਹੈ, ਲਾਈਫ ਕਿਵੇਂ ਜੀਣੀ ਹੈ। ਹਾਂ, ਬੱਚਾ ਜਦੋਂ ਵਿਚਰਦਾ ਬਾਹਰ ਜਾ ਕੇ ਲੋਕਾਂ 'ਚ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ, ਹਰੇਕ ਬੰਦੇ ਦਾ ਆਪਣਾ ਬਿਹੇਵੀਅਰ ਹੁੰਦਾ, ਤਾਂ ਉਹ ਫਿਰ ਉੱਥੇ ਉਹਨੂੰ ਪਤਾ ਲੱਗ ਜਾਂਦਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ। ਤੁਹਾਡਾ ਪਾਲਣ ਦਾ ਢੰਗ ਕੀ ਸੀਗਾ? ਕੁਛ ਨਹੀਂ, ਬਸ ਆਮ ਜਿਵੇਂ ਆਪਾਂ ਆਮ ਬੱਚੇ ਜਿਵੇਂ ਆਪਣਾ ਪਾਲੀ ਦੇ ਉੱਦਾਂ ਹੀ। ਅਸੀਂ ਦੋਨੇ ਬੇਟੀਆਂ ਜਿਹੜੀਆਂ ਅਸੀਂ ਸ਼ੁਰੂ 'ਚ ਦੇਖੋ ਪਹਿਲਾਂ ਕਰੱਚ 'ਚ ਰਹੀਆਂ ਦੋਨੇ, ਅਸੀਂ ਦੋਨੇ ਜੌਬ ਕਰਦੇ ਸੀਗੇ। ਅਸੀਂ ਸਵੇਰੇ ਕਰੱਚ ਛੱਡ ਦਿੰਦੇ ਸੀਗੇ, ਸ਼ਾਮ ਨੂੰ ਘਰ ਲੈ ਆਉਂਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਵੱਡੀਆਂ ਹੋ ਗਈਆਂ, ਮੇਰੇ ਸਕੂਲ ਸਕਾਲ ਜਾਣ ਲੱਗ ਗਈਆਂ। ਤਕਰੀਬਨ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਪ ਹੀ ਮੰਮੀ ਪਾਪਾ ਨੇ ਤਾਂ ਜਾਣਾ ਹੀ ਹੈ, ਤਾਂ ਉਹ ਆਪ ਹੀ ਰਹਿਣਾ ਸਿੱਖ ਗਏ। ਹਾਂ, ਆਪਣੇ ਆਪ ਹੀ। ਜ਼ਿਆਦਾਤਰ ਅਸੀਂ ਜਿਹੜਾ ਟਾਈਮ ਸਾਡਾ ਕਲੋਨੀ 'ਚ ਲੰਘਿਆ ਉੱਥੇ ਥੋੜ੍ਹਾ ਜਿਹਾ ਅਸੀਂ ਇਹ ਦੁਪਹਿਰੇ ਘਰ ਆ ਜਾਂਦੀ ਸੀਗੀ ਘੰਟਾ ਕੁ। ਉਦੋਂ ਚਲੋ ਬੱਚੇ ਹੁੰਦੇ ਸੀ, ਉਹਨੇ ਨਾਲ ਹੀ ਉਹਨਾਂ ਨੂੰ ਥੋੜ੍ਹਾ ਜਿਹਾ ਸਪੋਰਟ ਜੀ ਮਿਲ ਜਾਂਦੀ ਸੀਗੀ। ਨਾਲ ਹੀ ਆਫਿਸ ਸੀ, ਨਾਲ ਹੀ ਦਫ਼ਤਰ ਸੀਗਾ, ਸਿਰਫ 1-2 ਮਿੰਟ ਦਾ ਵਾਕਿੰਗ ਡਿਸਟੈਂਸ ਸੀਗਾ ਦਫ਼ਤਰ ਦਾ ਜਿੱਥੇ ਅਸੀਂ ਰਹਿੰਦੇ ਸੀਗੇ, ਇਹਦੇ ਦਫ਼ਤਰ ਦਾ। ਤੇ ਮੈਂ ਤਾਂ ਚਲੋ ਮੈਂ ਸਮਾਣੇ ਵੀ ਜਾਂਦਾ ਰਿਹਾ, ਇੱਧਰ ਨਾਭੇ ਵੱਲ ਵੀ ਬਾਹਰ ਵੀ ਜਾਂਦਾ ਰਿਹਾ, ਮੈਂ ਲੇਟ ਫੇਟ ਆਉਂਦਾ ਸੀਗਾ। ਤੇ ਬਾਕੀ ਉਹ ਵੀ ਕਲੋਨੀ 'ਚ ਸਾਡੇ ਪੜੋਸੀ ਬੜੇ ਅੱਛੇ ਸੀਗੇ, ਉਹਨਾਂ ਨਾਲ ਬੜਾ ਪਿਆਰ ਸੀਗਾ। ਉਹ ਬੇਟੀਆਂ ਸਾਡੀ ਪੜੋਸੀਆਂ ਦੇ ਘਰ ਰੋਟੀ ਖਾ ਆਉਂਦੀਆਂ ਸੀ, ਆਪ ਹੀ ਉਹ ਖਵਾ ਦਿੰਦੇ ਸੀਗੇ, ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿਹੜੇ ਵੇਲੇ ਰੋਟੀ ਖਾ ਲਈ। ਉਹ ਪਿਆਰ ਹੀ ਬਹੁਤ ਕਰਦੇ ਸੀ, ਬਹੁਤ ਪਿਆਰ ਕਰਦੇ ਸੀ, ਬਹੁਤ ਪਿਆਰ ਕਰਦੇ ਸੀ। ਚੰਗੇ ਲੋਕ ਵੀ ਹੁੰਦੇ ਬਹੁਤ, ਆਪਾਂ ਹੁਣ ਯਾਦ ਕਰ ਰਹੇ ਹਾਂ ਉਹਨਾਂ ਨੂੰ ਹਨਾ। ਹਾਂ, ਇਹ ਸਵਾਲ ਮੈਂ ਤੁਹਾਨੂੰ ਸ਼ੁਰੂ 'ਚ ਪੁੱਛਣਾ ਸੀਗਾ ਵੀ ਉਦੋਂ ਜਦੋਂ ਪਤਾ ਹੁੰਦਾ ਸਾਰਿਆਂ ਨੂੰ ਵੀ ਇਹਨਾਂ ਦੇ ਪਹਿਲੀ ਬੇਟੀ ਆ ਤੇ ਦੂਜਾ ਬੱਚਾ ਜਦੋਂ ਕਨਸੀਵ ਹੁੰਦਾ ਤਾਂ ਲੋਕ ਸਲਾਹਾਂ ਦਿੰਦੇ ਹੁੰਦੇ ਆ ਵੀ ਤੁਸੀਂ ਟੈਸਟ ਕਰਾ ਲਿਓ। ਤੁਹਾਨੂੰ ਇੱਥੋਂ ਤੱਕ ਵੀ ਡਾਕਟਰਾਂ ਦੇ ਨਾਂ ਤੱਕ ਦੱਸੇ ਜਾਂਦੇ ਆ ਵੀ ਫਲਾਣੀ ਜਗ੍ਹਾ ਹੋ ਸਕਦਾ, ਜਦ ਕਿ ਇਹ ਬਹੁਤ ਵੱਡਾ ਕ੍ਰਾਈਮ ਹੈ ਹਨਾ। ਸਾਨੂੰ ਵੀ ਪਤਾ ਹੁੰਦਾ ਵੀ ਇਹ ਕ੍ਰਾਈਮ ਆ। ਉਹ ਇਕੱਲਾ ਮਤਲਬ ਇਹ ਨਹੀਂ ਹੈਗਾ ਕਿ ਉਹ ਕਾਨੂੰਨ ਦੀ ਨਜ਼ਰ 'ਚੋਂ, ਕੁਦਰਤ ਦੀ ਨਜ਼ਰ 'ਚੋਂ ਵੀ ਇੱਕ ਤੁਸੀਂ ਗਲਤ ਕਰਦੇ ਹੋ। ਤੁਹਾਨੂੰ ਵੀ ਐਵੇਂ ਦੀਆਂ ਸਲਾਹਾਂ ਦਿੱਤੀਆਂ ਸੀ ਲੋਕਾਂ ਨੇ? ਨਾ, ਅਸੀਂ ਆਪ ਹੀ ਸੋਚਿਆ ਸੀਗਾ ਵੀ ਜੇ ਕਿਸਮਤ 'ਚ ਬੇਟਾ ਹੋਇਆ ਤਾਂ ਬੇਟਾ ਹੋਏਗਾ, ਬੇਟੀ ਹੋਏਗੀ ਤਾਂ ਬੇਟੀ ਹੋਣੀ ਹੈ। ਅਸੀਂ ਕਿਤੇ ਸੋਚਿਆ ਹੀ ਨਹੀਂ ਸੀ ਵੀ ਟੈਸਟ ਬਾਰੇ ਤਾਂ ਅਸੀਂ ਕਦੇ ਸੋਚਿਆ ਨਹੀਂ ਸੀ। ਸਗੋਂ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਸੋਚਿਆ ਹੋਇਆ ਸੀ ਵੀ ਪੱਕਾ ਟੈਸਟ ਕਰਾਇਆ ਹੋਇਆ ਇਹਨਾਂ ਨੇ। ਮਦਨ ਲਾਲ ਨੂੰ ਵੀ ਪੱਕਾ ਉਹ ਸੀਗਾ ਵੀ ਟੈਸਟ ਕਰਾਇਆ ਵੀ ਇੰਨੇ ਸਾਲਾਂ ਬਾਅਦ ਵੀ ਬੇਟਾ ਹੀ ਹੋਣਾ। ਦੇਖੋ, ਇਹ ਕਿਹੋ ਜਿਹੀ ਸੋਚ ਆ ਵੀ ਕਿਸੇ ਨੂੰ ਲੱਗਦਾ ਵੀ ਜੇ ਇੰਨੇ ਸਾਲ ਬਾਅਦ ਕੋਈ ਦੂਜੇ ਬੱਚੇ ਨੂੰ ਮਤਲਬ ਜਨਮ ਦੇ ਰਿਹਾ ਤਾਂ ਜ਼ਰੂਰ ਇਹਨੇ ਟੈਸਟ ਕਰਾਇਆ ਹੋਇਆ ਨਾ, ਵੀ ਕਿੱਡੀ ਜ਼ਰੂਰੀ ਚੀਜ਼ ਆ ਵੀ ਦੂਜਾ ਬੱਚਾ ਤੁਹਾਡੇ ਮੁੰਡਾ ਹੋਣਾ ਚਾਹੀਦਾ। ਅਸੀਂ ਨਹੀਂ ਕਰਾਇਆ, ਅਸੀਂ ਸੋਚਿਆ ਵੀ ਨਹੀਂ ਸੀ। ਸਾਡੀ ਦੂਜੀ ਬੇਟੀ ਦਾਤ ਹੈ ਰੱਬ ਦੀ, ਹੈ ਨਾ। ਇਹ ਬਾਈ ਨੇਚਰ ਹੈ, ਇਹਦੇ 'ਚ ਆਪਾਂ ਕੋਈ ਕੁਝ ਨਹੀਂ ਕਰ ਸਕਦਾ ਹੈਗਾ। ਅਸੀਂ ਤਾਂ ਬੱਚਿਆਂ ਨੂੰ ਨਾ ਰਾਜਕੁਮਾਰਾਂ ਵਾਂਗਣਾ ਪਾਲਿਆ, ਬੜੇ ਮਾਣ ਨਾਲ ਮੈਂ ਆਪਣੀਆਂ ਧੀਆਂ ਨੂੰ ਪਾਲਿਆ। ਮੈਂ ਕਦੇ ਨਹੀਂ ਇਹ ਕਿਹਾ ਵੀ ਪੁੱਤਰ ਹੁੰਦਾ, ਮੈਂ ਕਦੇ ਐਵੇਂ ਨਹੀਂ ਕੀਤਾ ਹੈਗਾ। ਬਾਕੀ ਵਾਹਿਗੁਰੂ ਦੀ ਕਿਰਪਾ, ਮਤਲਬ ਕਿ ਕਿਸੇ ਚੀਜ਼ ਦੀ ਕਮੀ ਵੀ ਹੈ ਨਹੀਂ ਕਿ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ। ਉਹ ਬੱਚਿਆਂ ਦੇ ਆਪਣੇ ਭਾਗ ਹੁੰਦੇ ਨੇ, ਉਹਨਾਂ ਦੀ ਕਿਸਮਤ ਦਾ ਹੀ ਕਹਿ ਦਿੰਦੇ ਆ ਵੀ ਉਹਨਾਂ ਦੀ ਕਿਸਮਤ ਦਾ ਪਤਾ ਨਹੀਂ ਆਪਾਂ ਖਾ ਰਹੇ ਹਾਂ। ਬਿਲਕੁਲ, ਠੀਕ ਹੈ ਕਿ ਨਹੀਂ, ਭਾਗ ਨੇ ਉਹਨਾਂ ਦੇ ਹਨਾ। ਸਾਨੂੰ ਇੱਕ ਰਿਸ਼ਤੇਦਾਰ ਨੇ ਰਿਸ਼ਤੇਦਾਰ ਲੈ ਗਿਆ ਸੀ ਸਾਨੂੰ, ਉੱਥੇ ਮੁੰਡੇ ਦੀ ਦਵਾਈ ਮਿਲਦੀ ਹੈ। ਆਹੋ, ਉਹ ਸਾਨੂੰ ਬਾਬਾ ਮਿਲੇ ਹੀ ਨਾ। ਅਸੀਂ ਗਏ ਮੌਕੇ ਕੋਲ ਤੇ ਸਾਡਾ ਰਿਸ਼ਤੇਦਾਰ ਕਹਿੰਦਾ ਨਹੀਂ ਤੁਹਾਨੂੰ ਲੈ ਕੇ ਜਾਣਾ। ਅਸੀਂ ਫਿਰ ਬੰਦਾ ਕਈ ਵਾਰੀ ਕਹਿੰਦਾ ਚਲੋ ਧੱਕਾ ਕਰ ਰਿਹਾ, ਜਾ ਆਉਂਦੇ ਹਾਂ। ਅਸੀਂ ਗਏ ਤਾਂ ਸਾਨੂੰ ਮਿਲਿਆ ਹੀ ਨਾ, ਕਿ ਬਾਬਾ ਮਿਲੇ ਹੀ ਨਾ। ਤੇ ਇੱਕ ਹੋਰ ਤੁਹਾਨੂੰ ਫਨੀ ਜਿਹੀ ਗੱਲ ਸੁਣਦੀ ਹੈ। ਮੇਰੇ ਆਫਿਸ 'ਚ ਨਾ ਇੱਕ SSA ਸੀਗਾ, ਮੈਂ ਜਦੋਂ ਇੱਥੇ ਡਿਵੀਜ਼ਨ 'ਚ ਹੁੰਦੀ ਸੀ ਤਾਂ ਉਹਦੀ 2 ਬੇਟੀਆਂ ਸੀਗੀਆਂ।
ਹੁਣ ਉਹਦੇ ਬੇਟਾ ਹੋ ਗਿਆ ਹੋਣਾ ਕਿਤੇ ਹੈ, ਉਹ ਇੱਕ ਦਿਨ ਨਾ ਮੇਰੇ ਕੋਲ ਆਇਆ ਤੇ ਕਹਿੰਦਾ ਮੈਡਮ ਤੁਹਾਡੇ ਨਾਲ ਹੀ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦਾ ਉਹ ਫਲਾਣੀ ਥਾਂ 'ਤੇ ਨਾ ਇੱਕ ਬਾਬਾ ਦਵਾਈ ਦਿੰਦਾ ਹੈ, ਤੁਸੀਂ ਵੀ ਲੈ ਆਓ ਬੇਟੇ ਦੀ। ਮੈਂ ਕਿਹਾ ਨਹੀਂ ਮੈਨੂੰ ਲੋੜ ਹੀ ਨਹੀਂ, ਮੇਰੇ ਕੋਲ 2 ਬੇਟੀਆਂ ਨੇ। ਮੈਂ ਕਿਹਾ ਮੈਂ ਇਹ ਸਲਾਹ ਦੇਣ ਲਈ ਤੁਹਾਡਾ ਸ਼ੁਕਰੀਆ, ਪਰ ਮੈਂ ਇੱਦਾਂ ਦਾ ਕੋਈ ਸੋਚਿਆ ਨਹੀਂ। ਹੈਗੇ ਇੱਦਾਂ ਦੇ ਵੀ ਲੋਕ ਹੈ ਨਾ। ਬਿਲਕੁਲ, ਲੋਕੀ ਤੁਹਾਨੂੰ ਮਤਲਬ ਇਹ ਜ਼ਮਾਨਾ ਹੀ ਇੱਕ ਉਸ ਤੁਹਾਡੇ ਵੇਲੇ ਖਾਸ ਕਰਕੇ ਹੁੰਦਾ ਸੀ ਵੀ ਹੁਣ ਲੋਕ ਸਮਝਣ ਲੱਗ ਗਏ ਨੇ ਵੀ ਔਲਾਦ ਵੀ 2 ਬੱਚੇ ਜ਼ਰੂਰੀ ਨੇ, ਹੈ ਨਾ। ਹਾਂ, ਜਾਂ ਹਾਲੇ ਵੀ ਤੱਕ ਵੀ ਆਪਾਂ ਬਹੁਤ ਸਾਰੇ ਪੜ੍ਹੇ ਲਿਖੇ ਪਰਿਵਾਰਾਂ 'ਚ ਤਾਂ ਚਲੋ ਆਪਾਂ ਹੁਣ ਵੀ ਸੁਣਦੇ ਹਾਂ, ਜਿਵੇਂ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਵਾਇਰਲ ਹੋਈ ਸੀ ਚੀਜ਼, ਜਿੱਥੇ ਇੱਕ ਖੁਦ ਗਾਇਨੀ ਦੀ ਡਾਕਟਰ ਤੇ ਉਹਦੀ ਸੱਸ ਜਿਹੜੀ ਉਹ ਵੀ ਡਾਕਟਰ ਸੀਗੀ, ਉਹ ਉਹਨੂੰ ਫੋਰਸ ਕਰਦੀ ਸੀ ਵੀ 2 ਬੇਟੀਆਂ ਨੇ ਤੇਰੀਆਂ ਤੇ ਤੂੰ ਤੀਜਾ ਬੱਚਾ ਜਦੋਂ ਉਹਨੂੰ ਕਨਸੀਵ ਹੋਇਆ ਤਾਂ ਤੂੰ ਅਬੋਰਸ਼ਨ ਕਰਵਾ, ਕਿਉਂਕਿ ਉਹ ਵੀ ਬੇਟੀ ਸੀ, ਹੈ ਨਾ। ਤਾਂ ਮਤਲਬ ਸੋਚ ਆ ਜਿਹੜੀ ਉਹ ਜ਼ਰੂਰੀ ਨਹੀਂ ਵੀ ਅਨਪੜ੍ਹਾਂ 'ਚ ਹੀ ਆ ਜਾਂ ਪੜ੍ਹੇ ਲਿਖਿਆਂ 'ਚ ਆ, ਉਹ ਮੈਨੂੰ ਲੱਗਦਾ ਕਿਸੇ ਦੇ ਦਿਮਾਗ 'ਚ ਵੀ ਹੈਗੀ ਆ ਜੇ ਉਹਨੇ ਸਿਰਫ ਇੱਕ ਮੇਲ ਜੈਂਡਰ ਨੂੰ ਹੀ ਤਵੱਜੋ ਦੇਣੀ ਹੈ ਨਾ। ਤਾਂ 2 ਬੇਟੀਆਂ ਤੋਂ ਬਾਅਦ ਵੀ ਲੋਕ ਸਲਾਹ ਦਿੰਦੇ ਨੇ, ਚਾਹੇ ਆਪਣੇ ਪਾਲਣ ਦੀ ਵੀ ਪਹੁੰਚ ਨਾ ਹੋਵੇ। ਤੇ ਲੋਕਾਂ ਦੇ ਮੈਕਸਿਮਮ ਤੁਸੀਂ ਦੇਖੋ 2 ਬੇਟੀਆਂ ਤੋਂ ਬਾਅਦ ਬੇਟਾ ਹੈਗੇ ਨੇ ਬੜੇ ਲੋਕਾਂ ਦੇ ਇੱਦਾਂ। 2 ਤੋਂ ਬਾਅਦ 3 ਤੋਂ ਬਾਅਦ ਵੀ ਨੇ, ਕਈ ਹਲੇ 4 ਤੋਂ ਬਾਅਦ ਵੀ ਇੱਛਾ ਰੱਖਦੇ ਆ। ਦੇਖੋ ਤੁਸੀਂ ਉਹ ਜਿਹੜੇ ਪਹਿਲਾਂ ਬੱਚੇ ਪੈਦਾ ਹੋਏ ਤੁਸੀਂ ਉਹਨਾਂ ਦਾ ਫਿਊਚਰ ਵੀ ਖਰਾਬ ਕਰ ਰਹੇ ਹੋ ਨਾਲ, ਹੈ ਨਾ। ਹੋਰ ਬੱਚੇ ਪੈਦਾ ਕਰਕੇ ਅੱਜ ਕੱਲ੍ਹ ਤੁਸੀਂ ਦੇਖੋ ਇੰਨੀ ਮਹਿੰਗਾਈ ਹੈ, ਐਜੂਕੇਸ਼ਨ ਇੰਨੀ ਮਹਿੰਗੀ ਹੈ। ਤੁਸੀਂ ਉਹ ਸੋਚੋ ਵੀ ਜਿਹੜੇ ਬੱਚੇ ਹੈਗੇ ਨੇ, ਜਿਹੜੇ ਐਟ ਪ੍ਰੈਜ਼ੈਂਟ ਤੁਹਾਡੇ ਕੋਲ ਹੈਗੇ, ਤੁਸੀਂ ਉਹਨਾਂ ਦੀ ਲਾਈਫ ਵਧੀਆ ਬਣਾਉਣ ਬਾਰੇ ਉਹਨਾਂ ਬਾਰੇ ਸੋਚੋ। ਮੁੰਡਾ ਕਦੋਂ ਹੋਏਗਾ, ਕਦੋਂ ਪਲੇਗਾ, ਕਦੋਂ ਤੁਹਾਨੂੰ ਸੁੱਖ ਦੇਏਗਾ ਕਿ ਨਹੀਂ ਦੇਏਗਾ। ਇਹ ਤਾਂ ਜੇ ਦੇਣਾ ਤਾਂ ਤੁਹਾਨੂੰ ਕੁੜੀਆਂ ਨੇ ਵੀ ਦੇ ਦੇਣਾ, ਨਹੀਂ ਦੇਣਾ ਤੇ ਚਾਹੇ ਮੁੰਡੇ ਹੋਣ ਉਹਨਾਂ ਨੇ ਵੀ ਦੇਣਾ। ਕਈ ਪਰਿਵਾਰਾਂ ਦੇ ਮਤਲਬ ਸ਼ਾਇਦ ਲੋਕਾਂ ਨੂੰ ਸੁਣ ਕੇ ਹੈਰਾਨੀ ਹੋਊਗੀ ਇਹ ਚੀਜ਼, ਪਰ ਕਈ ਪਰਿਵਾਰਾਂ 'ਚ ਇੱਕ ਮੁੰਡਾ ਇੱਕ ਕੁੜੀ ਵੀ ਹੁੰਦੀ ਆ, ਫਿਰ ਵੀ ਲੋਕ ਮਤਲਬ ਤੀਜਾ ਬੱਚਾ ਕਰਦੇ ਆ ਵੀ ਸਾਡੇ ਤਾਂ ਜੀ ਜੋੜੀ ਬਣਾਉਣ ਨੂੰ ਬਹੁਤ ਉਹ ਕਹਿੰਦੇ ਆ ਵੀ ਮੁੰਡਿਆਂ ਦੀ ਜੋੜੀ ਹੋਣੀ ਚਾਹੀਦੀ ਹੈ ਨਾ। ਉਹ ਪਹਿਲਾਂ ਹੁੰਦਾ ਸੀ, ਹੁਣ ਨਹੀਂ। ਹੁਣ ਤਾਂ ਲੋਕ ਜਾਗਰੂਕ ਨੇ। ਹੁਣ ਤਾਂ ਸਾਡੀ ਸੋਚ ਦਾ ਨਾ ਅਸਲ 'ਚ ਸਾਡੇ ਰਿਸ਼ਤੇਦਾਰਾਂ ਨੂੰ ਵੀ ਪਤਾ ਸੀਗਾ ਵੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਦੀ ਆਪਣੀ ਹੋਟ ਹੈ, ਉਹਨਾਂ ਨੂੰ ਮਤਲਬ ਕਿ 1-2 ਵਾਰੀ ਸ਼ੁਰੂ 'ਚ ਤਾਂ ਖੈਰ ਕਿਹਾ, ਮਦਰ ਵੀ ਇੱਕ ਵਾਰੀ ਗੱਲ ਕੀਤੀ ਸੀ। ਮੈਂ ਕੀ ਤੁਸੀਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਦੇ ਰਹਿੰਦੇ ਹੋ। ਮੁੰਡਾ ਮੈਂ ਤੁਹਾਡਾ, ਮੈਂ ਤੁਹਾਡਾ ਕਿੰਨੀ ਸੇਵਾ ਕਰਦਾ, ਮੈਂ ਮੁੰਡਾ ਹੀ ਤੁਹਾਡਾ, ਮੈਂ ਤੁਹਾਡਾ ਲੈ ਗਏ ਸੀਗੇ ਮਨੀਗੜ੍ਹ ਲੈ ਗਏ ਤੇ ਉੱਥੇ ਜਿਹੜੇ ਬਾਬਾ ਜੀ ਸੀਗੇ ਤੇ ਉੱਥੇ ਲੈ ਗਏ ਐਵੇਂ। ਤੇ ਮੇਰੇ ਛੋਟੀ ਬੇਟੀ ਹੈਗੀ ਸੀ ਮੇਰੇ ਕੋਲ, ਅਜੇ ਉਹ ਕਹਿ ਨਹੀਂ ਲੱਗੇ ਸੀ, ਮੈਂ ਉੱਥੇ ਹੀ ਟੋਕਤਾ। ਮੈਂ ਕਿਹਾ ਵੀ ਨਹੀਂ ਵੀ ਇੱਦਾਂ ਦਾ ਕੋਈ ਗੱਲ ਨਹੀਂ ਕਰਨੀ ਤੁਸੀਂ ਇੱਥੇ। ਇਹ ਸਿਰਫ ਤੁਸੀਂ ਇਸ ਲਈ ਕਰ ਸਕੇ ਕਿਉਂਕਿ ਉਹਨਾਂ ਦੀ ਸਪੋਰਟ ਸੀਗੀ ਤੁਹਾਨੂੰ, ਨਹੀਂ ਤਾਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਇਸ ਚੀਜ਼ 'ਚ ਪਿਸਦੀਆਂ ਨੇ, ਜਿੱਥੇ ਬੰਦੇ ਵੱਲੋਂ ਉਹਨਾਂ ਦੀ ਗੱਲ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਤੇ ਪਰਿਵਾਰ ਦਾ ਜਿਹੜਾ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਵੀ ਆਪਾਂ ਸੋਚ ਨਹੀਂ ਸਕਦੇ ਵੀ ਬਹੁਤ ਬੜੀਆਂ ਲਿਖੀਆਂ ਕੁੜੀਆਂ ਦੇ ਵੀ 3-3 4-4 ਅਬੋਰਸ਼ਨ ਨੇ ਜਿਹੜੇ ਉਹ ਇਸੇ ਚੱਕਰ 'ਚ ਕਰਵਾ ਦਿੱਤੇ ਜਾਂਦੇ। ਇੱਥੇ ਤੁਸੀਂ ਬਿਲਕੁਲ ਸਹੀ ਹੋ ਵੀ ਇਹ ਜੈਂਟਸ ਦੇ ਵਿੱਚ ਕਈ ਜੈਂਟਸ ਜਿਹੜੇ ਸਪੋਰਟ ਨਹੀਂ ਕਰਦੇ ਨਾ, ਉੱਥੇ ਵੱਡੀ ਵਾਕਈ ਪ੍ਰੋਬਲਮ ਹੈ। ਉੱਥੇ ਵਾਕਈ ਪ੍ਰੋਬਲਮ ਹੈਗੀ ਹੈ। ਇਹ ਬਿਲਕੁਲ ਇਹ ਬੜੀ ਮੂਰਖਤਾ ਵਾਲੀ ਗੱਲ ਹੈ, ਬਹੁਤ ਵੱਡੀ। ਹਾਂ, ਇਹ ਤਾਂ ਬਹੁਤ ਵੱਡੀ ਮੂਰਖਤਾ ਵਾਲੀ ਗੱਲ ਹੈ। ਕਿਉਂਕਿ ਇਹ ਵੀ ਕਿਹਾ ਜਾਂਦਾ ਵੀ ਦੇਖੋ ਮੈਂ ਔਰਤ ਹਾਂ, ਮੈਨੂੰ ਪਤਾ ਹੈ ਕਿ ਜੇ ਮੇਰੀ ਜ਼ਿੰਦਗੀ 'ਚ ਕੁਝ ਵਧੀਆ ਹੋ ਸਕਦਾ ਜਾਂ ਮੇਰੇ ਲਾਈਫ ਪਾਰਟਨਰ ਦੀ ਜ਼ਿੰਦਗੀ 'ਚ ਮੇਰੀ ਵਜ੍ਹਾ ਨਾਲ ਕੁਝ ਵਧੀਆ ਹੋ ਸਕਦਾ ਤਾਂ ਮੈਂ ਉਸ ਚੀਜ਼ 'ਚ ਕਦੀ ਕਮੀ ਨਹੀਂ ਛੱਡੂੰਗੀ, ਹੈ ਨਾ। ਫਿਰ ਵੀ ਮਤਲਬ ਸਾਡੇ ਆਲੇ ਦੁਆਲੇ ਜਿਹੜੀਆਂ ਖਾਸ ਕਰਕੇ ਔਰਤਾਂ ਹੀ ਨੇ, ਸਾਡੀਆਂ ਸੱਸਾਂ ਨੇ, ਸਾਡੀਆਂ ਮਾਵਾਂ ਵੀ ਉਸ ਚੀਜ਼ 'ਚ ਸ਼ਾਮਿਲ ਹੁੰਦੀਆਂ ਨੇ। ਉਹਨਾਂ ਨੂੰ ਹੁੰਦਾ ਵੀ ਨਹੀਂ ਤੇਰੇ ਮੁੰਡਾ ਹੋਣਾ ਬਹੁਤ ਜ਼ਰੂਰੀ ਹੈ, ਚਾਹੇ ਮੈਂ ਕਿਸੇ ਦੇ ਮੁੰਡੇ ਦੇ ਹੱਥੋਂ ਜਿੰਨੀ ਮਰਜ਼ੀ ਦੁਖੀ ਹੋਵਾਂ, ਚਾਹੇ ਮੈਨੂੰ ਕੱਲ੍ਹ ਨੂੰ ਮੇਰੀ ਔਲਾਦ ਜਿੰਨਾ ਮਰਜ਼ੀ ਦੁਖੀ ਕਰ ਰਹੀ ਹੋਵੇ, ਈਵਨ ਕਿ ਉਹ ਸੱਸਾਂ ਜਿਨ੍ਹਾਂ ਦੇ ਮੁੰਡੇ ਉਹਨਾਂ ਨੂੰ ਆ ਕੇ ਮਤਲਬ ਰੋਟੀ ਪਾਣੀ ਵੀ ਨਹੀਂ ਪੁੱਛਦੇ, ਉਹ ਵੀ ਨੂੰਹ ਨੂੰ ਨਸੀਹਤ ਦੇਣਗੀਆਂ ਵੀ ਤੇਰੇ ਲਈ ਮੁੰਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ, ਕਿਉਂਕਿ ਸਾਡਾ ਰੁਤਬਾ ਬਣਦਾ ਉਹਦੇ ਨਾਲ, ਹੈ ਨਾ। ਇਹੀ ਸੋਚ ਬਦਲਣ ਦੀ ਲੋੜ ਹੈ। ਇਹ ਸੋਚ ਜਿਹੜੀ ਹੈ ਮਤਲਬ ਕਿ ਇਹਨੂੰ ਬਦਲਣ ਦੀ ਲੋੜ ਹੈ। ਇਹ ਕੋਈ ਵਧੀਆ ਸੋਚ ਨਹੀਂ ਹੈਗੀ। ਚਲੋ ਠੀਕ ਹੈ, ਬਾਕੀ ਮੁੰਡਾ ਜਾਂ ਕੁੜੀ ਹੋਣਾ ਉਹ ਤਾਂ ਬੰਦੇ ਦੇ ਵੱਸ 'ਚ ਹੈ ਨਹੀਂ, ਹੱਥ 'ਤੇ ਹੈ ਨਹੀਂ, ਉਹ ਤਾਂ ਬਾਈ ਨੇਚਰ ਗੋਡ ਗਿਫਟਡ ਚੀਜ਼ ਹੈ, ਜੋ ਵੀ ਹੋਣਾ ਉਹ ਤਾਂ ਦਾਤ ਹੈ। ਤੇ ਉਹਦੇ 'ਚ ਸੁੱਖ ਜਿਹੜਾ ਹੈਗਾ ਤੁਹਾਨੂੰ, ਜੇ ਮੁੰਡੇ ਨੇ ਪ੍ਰਮਾਤਮਾ ਨੇ ਚਾਹਿਆ ਤਾਂ ਮੁੰਡੇ ਕੋਲੋਂ ਵੀ ਮਿਲ ਜਾਣਾ, ਤੇ ਜੇ ਨਹੀਂ ਚਾਹਿਆ ਮੁੰਡੇ ਕੋਲੋਂ ਨਹੀਂ ਮਿਲਣਾ, ਤੇ ਮਿਲਣਾ ਤਾਂ ਕੁੜੀਆਂ ਕੋਲੋਂ ਜ਼ਿਆਦਾ ਮਿਲ ਜਾਣਾ। ਮੁੰਡਾ ਵੀ ਤੁਹਾਨੂੰ ਕਿਸੇ ਦੀ ਧੀ ਲਿਆ ਕੇ ਸੁੱਖ ਦਿੰਦਾ ਨਾ, ਇਹ ਤਾਂ ਹੈ ਨਹੀਂਗਾ ਵੀ ਤੁਸੀਂ ਇੱਕ ਮੁੰਡਾ ਹੋ ਗਿਆ ਤੁਸੀਂ ਇਕੱਲੇ ਮੁੰਡੇ ਨਾਲ ਹੀ ਸਾਰ ਲੈਣਾ। ਹਾਂ, ਜੇ ਮੁੰਡਾ ਹੈਗਾ ਤਾਂ ਉਹਦੇ ਵਾਸਤੇ ਵੀ ਧੀ ਚਾਹੀਦੀ ਹੈ, ਕਿਸੇ ਦੀ ਧੀ ਚਾਹੀਦੀ ਹੈ, ਤਾਂ ਹੀ ਹੈ ਨਾ। ਹਾਂ, ਤੇ ਹੁਣ ਸਾਡੇ ਜਿਹੜੇ ਅਸੀਂ ਆਪਣਾ ਜਿਹੜਾ ਹੁਣ ਮੇਰਾ ਬੇਟਾ ਹੈ ਗੁਰਫਤਿਹ ਸਿੰਘ ਜਵਾਈ ਸਾਡਾ, ਤੇ ਉਹ ਸਾਡੇ ਬੱਚਿਆਂ ਵਰਗੇ ਹੀ ਹੈ। ਉਹ ਹਰ ਗੱਲ ਇਹਨਾਂ ਤੋਂ ਪੁੱਛੇਗਾ,
ਪਾਪਾ ਇਹ ਗੱਲ ਦੱਸੋ, ਇਹ ਗੱਲ ਦੱਸੋ। ਅਸੀਂ ਕਦੇ ਸੋਚਿਆ ਹੀ ਨਹੀਂ, ਨਾ ਉਹਨੇ ਕਦੀ ਸੋਚਿਆ ਵੀ ਇਹ ਮੇਰੇ ਸਹੁਰੇ ਆ ਜਾਂ ਕੁਛ ਨਾ। ਹਾਂਜੀ। ਉਹ ਬੱਚਿਆਂ ਉਹਨੇ ਕੋਈ ਸਲਾਹ ਲੈਣੀ, ਮੈਨੂੰ ਫੋਨ ਕਰ ਲੈਂਦਾ, ਮੈਨੂੰ ਕਰਦਾ ਉਹ। ਮਤਲਬ ਕਿ ਇਹ ਵੀ ਇਹਦਾ ਸਾਰਾ ਤੋਰ ਮੋੜ ਤੇ ਇਹ ਹੈ ਵੀ ਪਿਆਰ ਹੈ ਤੁਹਾਡੇ ਤੇ ਹੈ। ਕੌਨਫੀਡੈਂਸ ਤੁਸੀਂ ਦੇਣਾ। ਦੇਖੋ ਕਈ ਵਾਰੀ ਆਪਣੇ ਤੋਂ ਆਪਣੀ ਵੱਡੀ ਏਜ ਵਾਲੇ ਬੰਦੇ ਨੂੰ ਵੀ ਆਪਾਂ ਕੌਨਫੀਡੈਂਸ ਦੇ ਦਈਏ ਤਾਂ ਉਹਦਾ ਵੀ ਕੌਨਫੀਡੈਂਸ ਬਿਲਡ ਹੋ ਜਾਂਦਾ। ਇੱਕ ਤੁਹਾਨੂੰ ਉਦਾਹਰਨ ਇੱਕ ਦੱਸਦਾ, ਮੈਂ ਇੰਸੀਡੈਂਟ ਦੱਸਦਾ। ਬੇਟੀ ਮੇਰੀ ਬੰਗਲੌਰ ਸੀਗੀ ਤੇ ਰਾਤ ਨੂੰ 11 11:30 ਵਜੇ ਇਹਨੂੰ ਸਟੋਨ ਦੀ ਪੇਨ ਹੋ ਗਈ। ਇਹਨੇ ਮੈਨੂੰ ਫੋਨ ਕੀਤਾ 11 ਵਜੇ ਫੋਨ, ਕਹਿੰਦੀ ਪਾਪਾ ਮੇਰੇ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ। ਮੈਂ ਬੇਟਾ ਤਕੜਾ ਹੋ ਜਾ, ਫਿਰ ਹੋ ਰਹੀ ਤਾਂ ਹੋਈ ਜਾਣ ਤੇ ਫਿਰ ਤਾਂ ਕੀ ਹੋ ਗਿਆ, ਪੇਨ ਹੋ ਰਹੀ ਹੈ ਤਾਂ ਹੁਣ ਬੇਟੇ ਤੈਨੂੰ ਝੱਲਣੀ ਪੈਣੀ ਹੈ। ਮੈਂ ਤਕੜੇ ਹੋ ਕੇ ਮੈਂ ਤੂੰ ਨਾ ਕਿਸੇ ਤਰ੍ਹਾਂ ਜਿਵੇਂ ਔਖੀ ਸੌਖੇ ਹਸਪੀਟਲ ਪਹੁੰਚ ਜਾ। ਪੇਨ ਦੇ ਵਿੱਚ ਹੀ ਦੇਖੋ ਉਹਨੇ ਪਤਾ ਨਹੀਂ ਆਟੋ ਕੀਤਾ ਕੀ ਕੀਤਾ, ਉੱਥੇ ਹਸਪੀਟਲ ਪਹੁੰਚ ਗਈ। ਤੇ ਉਸ ਤੋਂ ਬਾਅਦ ਮੈਂ ਇਹਦੇ ਇੱਕ ਦੋ ਕਲੀਗ ਦਾ ਨੰਬਰ ਸੀ, ਮੈਂ ਉਹਨੂੰ ਫੋਨ ਕਰਤਾ ਵੀ ਉਹ ਇਦਾਂ ਕਰਕੇ ਪ੍ਰੋਬਲਮ ਆਈ ਹੈ, ਪਲੀਜ਼ ਹੈਲਪ ਕਰੋ। 24 ਪਹੁੰਚ ਗਏ। ਕਹਿੰਦਾ ਭਾਵੇਂ ਵੀ ਤੁਸੀਂ ਕੌਨਫੀਡੈਂਸ ਚੰਗੇ ਭਲੇ ਇੱਕ ਬਿਮਾਰ ਬੰਦੇ ਨੂੰ ਦੇ ਦਿਓ, ਉਹ ਵੀ ਉੱਠ ਕੇ ਖੜਾ ਹੋ, ਉਹਨੂੰ ਉਹਦੇ ਵਿੱਚ ਵੀ એનર્ਜੀ ਆ ਜਾਂਦੀ ਹੈ। ਸਿਰਫ ਤੁਹਾਨੂੰ ਕੌਨਫੀਡੈਂਸ ਦੇਣ ਦੀ ਲੋੜ ਹੈ। ਤੇ ਜੇ ਅਸੀਂ ਉਹਦਾ ਕੌਨਫੀਡੈਂਸ ਖਿੱਚ ਲਾਂਗੇ ਤਾਂ ਫਿਰ ਉਹ ਆਪੇ ਹੀ ਡਾਊਨ ਹੋ ਜਾਏਗਾ। ਸਵਾਲ ਤਾਂ ਇਹ ਹੈ ਵੀ ਕੌਨਫੀਡੈਂਸ ਦੇਣ ਦੀ ਲੋੜ ਹੈ ਸਾਨੂੰ। ਬਿਲਕੁਲ ਮੈਨੂੰ ਲੱਗਦਾ ਵੀ ਕਈ ਵਾਰੀ ਮਾਂ ਪਿਓ ਬਹੁਤ ਸੰਤੁਸ਼ਟ ਹੁੰਦੇ ਆ ਵੀ ਉਹਨਾਂ ਕੋਲੇ 2 ਤੰਦਰੁਸਤ ਬੱਚੇ ਨੇ, ਪਰ ਜਿਹੜੇ ਸਾਡੇ ਬਜ਼ੁਰਗ ਹੁੰਦੇ ਆ ਉਹ ਪ੍ਰੈਸ਼ਰ ਬਹੁਤ ਬਣਾਉਂਦੇ ਆ ਵੀ ਨਹੀਂ ਮੈਨੂੰ ਪੋਤਾ ਚਾਹੀਦਾ, ਮੈਨੂੰ ਦੋਤਾ ਚਾਹੀਦਾ ਹੈ ਨਾ। ਮੈਂ ਤਾਂ ਇਹ ਸੋਚਿਆ ਸੀ ਵੀ ਜਦੋਂ ਮੇਰਾ ਪੋਤਾ ਹੋਇਆ ਤਾਂ ਅਸੀਂ ਇੰਨੀ ਵੱਡੀ ਖੁਸ਼ੀ ਕਰਾਂਗੇ, ਜਾਂ ਮੇਰੇ ਜਦੋਂ ਦੋਤਾ ਹੋਇਆ। ਤਾਂ ਇਹ ਚੀਜ਼ਾਂ ਤਾਂ ਦਿਮਾਗ 'ਚ ਰਹਿੰਦੀਆਂ ਨੇ ਨਾ, ਕਿਤੇ ਥੋੜ੍ਹੀਆਂ ਬਹੁਤੀਆਂ ਤੁਹਾਨੂੰ ਵੀ ਮਹਿਸੂਸ ਕਰਨ ਨੂੰ ਮਿਲੀਆਂ ਹੋਣਗੀਆਂ। ਜਿਵੇਂ ਦੀਦੀ ਕਹਿੰਦੇ ਵੀ ਮੇਰੇ ਸਾਸੂ ਮਾਂ 2 ਬੇਟੀਆਂ ਤੋਂ ਬਾਅਦ ਵੀ ਲੈ ਗਏ ਸੀਗੇ ਤੁਹਾਨੂੰ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਤੁਸੀਂ ਉਹਨਾਂ ਬਜ਼ੁਰਗਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜੇ ਮੇਰੇ ਸੱਸ ਸਹੁਰਾ ਨੇ ਉਹਨਾਂ ਦੀ ਸੇਵਾ ਜਿਹੜੀ ਉਹਨਾਂ ਦੀ ਔਲਾਦ ਕਰੂਗੀ, ਅਤੇ ਕੱਲ੍ਹ ਨੂੰ ਜਿਹੜੀ ਮੇਰੀ ਔਲਾਦ ਆ ਉਹਦਾ ਭਾਅ ਸਿਰਫ ਮੈਨੂੰ ਹੋ ਸਕਦਾ। ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਜਾ ਕੇ ਤੀਜੀ ਪੀੜ੍ਹੀ 'ਚ ਦਾਦਾ ਦਾਦੀ ਨੂੰ ਸੰਭਾਲਣਗੇ ਜਾਂ ਉਹ ਜਾ ਕੇ ਆਪਣੇ ਨਾਨਾ ਨਾਨੀ ਨੂੰ ਸੰਭਾਲਣਗੇ ਨਾ। ਤਾਂ ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਇੱਕ ਫਾਲਤੂ ਦਾ ਹੀ ਪ੍ਰੈਸ਼ਰ ਕ੍ਰੀਏਟ ਕਰ ਦਿੰਦੇ ਹਾਂ? ਫਾਲਤੂ ਦਾ ਹੀ ਆ, ਤਾਂ ਉਹ ਤਾਂ ਆਪਾਂ ਨੂੰ ਪਤਾ ਹੀ ਆ, ਪਰ ਲੋਕ ਨਹੀਂ ਨਾ ਸਮਝਦੇ ਹੈਗੇ। ਤੁਸੀਂ ਆਮ ਆਲੇ ਦੁਆਲੇ ਦੇਖੋ, ਤੁਸੀਂ ਘਰਾਂ ਦੇ ਵਿੱਚ ਅਕਸਰ ਲੜਾਈਆਂ ਇਹੀ ਚੱਲਦੀਆਂ ਨੇ। ਤੁਸੀਂ ਵਿਚਰਦੇ ਪਿੰਡਾਂ ਵਿੱਚ ਜ਼ਿਆਦਾ, ਦੂਜੇ ਵਿਆਹ ਤੱਕ ਗੱਲ ਆ ਜਾਂਦੀ। ਸ਼ਹਿਰਾਂ ਵਿੱਚ ਵੀ ਹੈ, ਸ਼ਹਿਰਾਂ ਵਿੱਚ ਪਤਾ ਨਹੀਂ ਅੰਦਰ ਕੀ ਰਿੱਝਦਾ ਰਹਿੰਦਾ, ਆਪਾਂ ਨੂੰ ਘੱਟ ਪਤਾ ਲੱਗਦਾ। ਪਿੰਡਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ, ਜ਼ਮੀਨਾਂ ਪਿੱਛੇ ਜ਼ਮੀਨ ਜਵਾਈ ਨੂੰ ਚਲੀ ਜਾਏਗੀ, ਇਹ ਹੋ ਜਾਏਗਾ ਉਹ ਹੋ ਜਾਏਗਾ। ਜੇ ਹੈਗੀ ਜ਼ਮੀਨ ਕੁੜੀ ਨੂੰ ਚਲੀ ਜਾਏਗੀ, ਜਵਾਈ ਵਰਤ ਲੇਗਾ। ਅਤੇ ਕੱਲ੍ਹ ਨੂੰ ਜੇ ਮੁੰਡਾ ਹੁੰਦਾ ਨੂੰਹ ਲਿਆਉਂਦਾ ਉਹ ਵਰਤਦੀ, ਉਹ ਵੀ ਤਾਂ ਕਿਸੇ ਦੀ ਧੀ ਹੈ। ਜੇ ਕੋਈ ਇਹ ਮੁੰਡਾ ਵਰਤੇਗਾ ਉਹ ਵੀ ਆਪਣਾ ਮੁੰਡਾ ਹੀ ਹੈ। ਪਰ ਇਹ ਵੀ ਆ ਵੀ ਲੋਕ ਆਪਦੇ 2 ਮੁੰਡਿਆਂ ਨੂੰ ਜ਼ਮੀਨ ਜਾਇਦਾਦ ਪਿੱਛੇ ਲੜਦੇ ਜਰ ਲੈਂਦੇ ਆ, ਪਰ ਜਦੋਂ ਜੇ ਉਸੇ ਜਾਇਦਾਦ ਪਿੱਛੇ ਜਵਾਈ ਲੜ ਰਹੇ ਹੋਣ ਤਾਂ ਫਿਰ ਉੱਥੇ ਤੁਹਾਨੂੰ ਫਿਰ ਦੱਸਿਆ ਜਾਂਦਾ ਵੀ ਦੇਖਿਆ ਤੈਨੂੰ ਕਿਹਾ ਸੀ ਤਾਂ ਜੇ ਮੁੰਡਾ ਹੁੰਦਾ ਤਾਂ ਸ਼ਾਇਦ ਆਹ ਨਤੀਜੇ ਨਾ ਹੁੰਦੇ। ਚਲੋ ਇੱਦਾਂ ਦੀ ਨੌਬਤ, ਇੱਦਾਂ ਚੀਜ਼ ਇਹ ਸੋਲਵ ਹੋਣ ਵਾਲੀ ਹਰ ਸਿਚੁਏਸ਼ਨ ਹਰ ਪਰਿਵਾਰ ਦੀ ਘਰ ਦੀ ਵੱਖੋ ਵੱਖਰੀ ਹੁੰਦੀ ਹੈ, ਇਹਦੇ 'ਚ ਡਿਪੈਂਡ ਕਰਦਾ ਵੀ ਉਹਨਾਂ ਦੀ ਸੋਚ ਕਿੱਥੇ ਖੜੀ ਹੈ। ਇਹ ਤੁਹਾਡੀ ਸੋਚ ਜੇ ਅੱਛੀ ਹੈ ਤਾਂ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਪਹਿਲਾਂ ਹੀ ਆਪ ਹੀ ਉਹਦੇ ਨਾਲ ਦੇ ਦਿਓ। ਜਿਵੇਂ ਹੁਣ ਮੇਰੀ ਜਿਹੜੀ ਪ੍ਰਾਪਰਟੀ ਹੋਏਗੀ ਤਾਂ ਮੈਂ ਆਪਣੀਆਂ ਦੋਨਾਂ ਬੇਟੀਆਂ 'ਚ ਇਕੁਅਲੀ ਵੰਡ ਦਾਂਗੀ ਪਹਿਲਾਂ ਹੀ। ਇਸ ਤੋਂ ਪਹਿਲਾਂ ਕਿ ਕੋਈ ਲੜਾਈ ਪਏ ਜਾਂ ਕੁਛ, ਅਤੇ ਬੱਚਿਆਂ ਵਾਸਤੇ ਹੀ ਹੈ। ਅਸੀਂ ਤਾਂ ਮੇਰੀ ਤਾਂ ਸੋਚ ਇਹ ਹੈ ਵੀ ਬੱਚਿਆਂ ਨੂੰ ਹੁਣ ਸਪੋਰਟ ਕਰੋ, ਜਦੋਂ ਉਹ ਸੈਟਲ ਹੋ ਰਹੇ ਨਾ। ਹੁਣ ਬੱਚਿਆਂ ਨੂੰ ਸਾਡੀ ਸਪੋਰਟ ਦੀ ਲੋੜ ਹੈ, ਸਾਡੇ ਪੈਸੇ ਦੀ ਲੋੜ ਹੈ। ਉਸ ਤੋਂ ਬਾਅਦ ਤਾਂ ਉਹਨਾਂ ਕੋਲ ਆਪਣਾ ਬਹੁਤ ਹੋ ਜਾਣਾ, ਉਹਨਾਂ ਨੇ ਸਾਡਾ ਪੈਸਾ ਕੀ ਕਰਨਾ ਫਿਰ, ਹੈ ਨਾ। ਜਦੋਂ ਲੋੜ ਹੈ ਉਦੋਂ ਕਰੋ ਸਪੋਰਟ ਉਹਨਾਂ ਦੀ। ਉਸ ਤੋਂ ਬਾਅਦ ਤਾਂ ਕੀ ਖਾਦੇ ਰੱਜੇ ਹੋਏ ਨੂੰ ਰਜਾਓਗੇ ਤਾਂ ਉਹ ਕੋਈ ਫਾਇਦਾ ਹੀ ਨਹੀਂ, ਹੈ ਨਾ। ਵਿਆਹ ਵਕਤ ਤੁਸੀਂ ਉਹਨਾਂ ਦੇ ਡਿਸੀਜ਼ਨ ਜਾਣਿਆ ਸੀ ਵੀ ਬੇਟੀ ਨੂੰ ਕੀ ਚਾਹੀਦਾ ਜਾਂ ਕਿੱਦਾਂ ਦਾ ਪਾਰਟਨਰ ਚਾਹੀਦਾ, ਜਾਂ ਉਦੋਂ ਤੁਸੀਂ ਆਪਣੀ ਸੋਚ ਮੁਤਾਬਕ ਜਾਂ ਆਪਣੀ ਚੋਇਸ ਮੁਤਾਬਕ ਮੁੰਡਾ ਲੱਭਿਆ? ਅਸੀਂ ਆਪਣੀ ਰਿਸ਼ਤੇਦਾਰੀ 'ਚੋਂ ਹੀ ਅੱਛਾ ਮੁੰਡਾ ਸੀਗਾ, ਅਤੇ ਅਸੀਂ ਦੇਖ ਲਿਆ ਵੀ ਇਹ ਠੀਕ ਹੈ, ਵੀ ਸਾਡੇ ਅਕੋਰਡਿੰਗ ਵਧੀਆ ਰਹੇਗਾ, ਤਾਂ ਅਸੀਂ ਫਿਰ ਉੱਥੇ ਕਰਤਾ ਉਹਦਾ। ਇਹ ਤਾਂ ਨਹੀਂ ਸੀਗਾ ਵੀ ਜਿਵੇਂ ਕੁੜੀਆਂ ਨਾਲ ਆਪਾਂ ਇਮੋਸ਼ਨਲੀ ਜ਼ਿਆਦਾ ਜੁੜੇ ਹੁੰਦੇ ਹਾਂ, ਮਤਲਬ ਇਹ ਤਾਂ ਹਰ ਇੱਕ ਮਾਂ ਪਿਓ ਨੂੰ ਪਤਾ ਵੀ ਧੀ ਨੇ ਇੱਕ ਦਿਨ ਮਤਲਬ ਵਿਆਹ ਕੇ ਦੂਜੇ ਘਰ ਜਾਣਾ ਹੁੰਦਾ ਨਾ, ਪਰ ਮਤਲਬ ਬਾਹਰ ਭੇਜਣਾ ਇਹ ਨਹੀਂ ਸੀਗਾ ਵੀ ਕੋਲੇ ਰੱਖੀਏ, ਕੋਈ ਕੋਲੇ ਹੀ ਮੁੰਡਾ ਇੱਥੇ ਹੀ ਦੇਖੀਏ? ਨਹੀਂ, ਮੈਂ ਤਾਂ ਉਹਨੂੰ ਬਹੁਤ ਦੇਰ ਦੀ ਕਹਿ ਰਹੀ ਸੀ ਤੂੰ ਬਾਹਰ ਜਾ, ਇੱਥੇ ਰੱਖ ਕੇ ਕੀ ਕਰਨਾ, ਆਪਾਂ ਦੇਖ ਹੀ ਰਹੇ ਕੀ ਹਾਲ ਹੈ ਬੱਚਿਆਂ ਦਾ। ਇੱਥੇ ਉਹ ਜੋਬ ਕਰਦੀ ਸੀ ਆਪਣੇ ਇੱਥੇ ਮੰਡੀ ਗੋਬਿੰਦਗੜ੍ਹ ਕਿਹੜਾ ਕਾਲਜ ਰਿਮਟ 'ਚ, ਉੱਥੇ 27,000 ਰੁਪਇਆ ਦਿੰਦੇ ਸੀ। ਸਵੇਰੇ ਤੋਂ ਜਾਂਦੀ ਸੀ 7 ਵਜੇ ਤੋਂ ਸ਼ਾਮ ਨੂੰ 7 ਵਜੇ ਘਰ ਪਹੁੰਚਦੀ ਸੀ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਛੱਡ ਇੱਥੋਂ ਵੀ ਤੂੰ ਜਾ ਬਾਹਰ,
ਬਾਹਰ ਚਲ ਜਾ, ਉੱਥੇ ਫਿਰ ਵੀ ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ, ਪਰ ਇੱਕ ਵਾਰੀ ਤਾਂ ਆਪਾਂ ਕਹਿੰਦੇ ਆ ਨਾ ਵੀ ਥੋੜਾ ਸੌਖੇ ਹੋਈਏ, ਹੈ ਨਾ। ਨਹੀਂ ਚਲੋ ਉੱਥੇ ਮਿਹਨਤ ਤਾਂ ਹੈਗੀ ਹੈ, ਇਹ ਨਹੀਂ ਪਰ life ਆਪਾਂ ਇਹ ਤਾਂ ਨਹੀਂ ਹੈ ਕਹਿ ਸਕਦੇ ਵੀ ਉੱਥੇ ਜਾ ਕੇ ਪਤਾ ਨਹੀਂ ਬੰਦਾ ਰਾਜਾ ਬਣ ਜਾਂਦਾ ਜਾਂ ਕੀ ਬਹੁਤ, ਪਰ ਉੱਥੇ ਜੇ ਸਟਰਗਲ ਹੈਗੀ ਹੈ ਤਾਂ ਤੁਹਾਡਾ ਲਾਈਫ ਵੀ ਅੱਛੀ ਹੈ। ਸਟਰਗਲ ਹੈਗੀ ਹੈ ਪਰ ਉੱਥੇ ਅੱਛੀ ਹੈ। ਇੱਥੇ ਸਟਰਗਲ ਕਰਕੇ ਵੀ ਲਾਈਫ ਅੱਛੀ ਨਹੀਂ ਹੈਗੀ। ਇਹ ਅੱਜ ਕੱਲ੍ਹ ਦੇ ਸਾਡੀ ਜਨਰੇਸ਼ਨ 'ਚ ਇੱਕ ਪ੍ਰੋਬਲਮ ਆ ਗਈ ਹੈ, ਕਿਉਂਕਿ ਸਾਡੇ ਸਿਸਟਮ ਦੇਖ ਲਓ, ਸਾਡਾ ਪੋਲੀਟੀਕਲ ਸਿਸਟਮ ਦੇਖ ਲਓ, ਉਹਨਾਂ ਦੀ ਵਿਲ ਨਹੀਂ ਹੈਗੀ ਪੋਲੀਟੀਕਲ ਲੋਕਾਂ ਦੀ ਵੀ ਸਾਡਾ ਸਿਸਟਮ ਵਧੀਆ ਹੋਵੇ ਜਾਂ ਲੋਕਾਂ ਬੱਚਿਆਂ ਦਾ ਫਿਊਚਰ ਅੱਛਾ ਹੋਵੇ, ਰੁਜ਼ਗਾਰ ਹੋਵੇ। ਇਹ ਚੀਜ਼ ਸਾਰੀ ਪਤਾ ਨਹੀਂ ਕਿੱਥੇ ਰਹਿ ਗਈ, ਜਦੋਂ ਕਿ ਸਾਰਾ ਕੰਮ ਸਾਡੇ ਪੋਲੀਟੀਕਲ ਲੋਕਾਂ ਨੂੰ ਕਰਨਾ ਚਾਹੀਦਾ ਪਰ ਉਹ ਨਹੀਂ ਕਰ ਰਹੇ, ਜਿਸ ਦੀ ਵਜ੍ਹਾ ਕਰਕੇ ਸਾਡੇ ਬੱਚੇ ਜਿਹੜੇ ਨੇ ਸਾਰੇ ਉਹ ਬਾਹਰ ਵੱਲ ਮੂਵ ਕਰ ਰਹੇ ਨੇ, ਉਹਦਾ ਇਫੈਕਟ ਹੈ। ਪਰ ਉੱਥੇ ਜੇ ਸਟਰਗਲ ਹੈ ਤਾਂ ਉੱਥੇ ਲਾਈਫ ਵੀ ਅੱਛੀ ਹੈ। ਹੁਣ ਜਿਹੜੀ ਦੂਜੀ ਬੇਟੀ ਹੈ ਉਹਦੇ ਲਈ ਕੀ ਸੋਚਦੇ ਹੋ ਤੁਸੀਂ? ਉਹ ਅਸੀਂ ਉਹਨੂੰ ਛੱਡਿਆ ਹੋਇਆ, ਉਹਦੀ ਆਪਣੀ ਹੀ ਮਰਜ਼ੀ ਹੈ। ਉਹਨੂੰ ਦੋਨੋਂ ਆਪਸ਼ਨਾਂ ਦਿੱਤੀਆਂ, ਬਾਹਰ ਦੀ ਤੇ ਇੱਥੇ ਵੀ। ਜੇ ਉਹਨੂੰ ਇੱਥੇ ਵਧੀਆ ਜੌਬ ਮਿਲ ਗਈ ਤਾਂ ਇੱਥੇ ਰਹੂਗੀ, ਉਹਦੀ ਮਰਜ਼ੀ ਹੈ। ਅਸੀਂ ਕੁਝ ਨਹੀਂ ਥੋਪਿਆ ਉਹਨੂੰ। ਅਸੀਂ ਕਿਹਾ ਸੀ ਵੀ ਤੂੰ ਚਲੀ ਜਾ ਬਾਹਰ, ਹਾਂਜੀ, ਕਹਿੰਦੀ ਮੈਂ ਨਹੀਂ ਹਜੇ ਜਾਣਾ, ਕਹਿੰਦੀ ਮੈਂ ਅਜੇ ਇੱਥੇ ਸਟੱਡੀ ਕਰਨੀ। ਜੇ ਮੈਂ ਕਹਿੰਦੀ ਜੇ ਇੱਥੇ ਅੱਛੀ ਸੈਟਲ ਹੋ ਗਈ ਫਿਰ ਮੈਂ ਇੱਥੇ ਰਹਾਂਗੀ। ਉਹਦੀ ਆਪਣੀ ਇੱਛਾ ਹੈ, ਮਤਲਬ ਕਿ ਵੀ ਪਹਿਲਾਂ ਇੱਥੇ ਕੋਸ਼ਿਸ਼ ਕਰ ਰਹੀ ਹੈ ਉਹ ਵੀ ਮੈਂ ਇੱਥੇ ਹੀ ਸੈਟਲ ਹੋਵਾਂ। ਬਿਲਕੁਲ। ਦੀ ਮੈਂ ਇਹ ਸਵਾਲ ਤੁਹਾਨੂੰ ਪੁੱਛ ਰਹੀ ਹਾਂ ਵੀ ਜੇ ਮੰਨ ਲਓ ਇੱਕ ਵੀ ਪੁਆਇੰਟ ਤੇ ਮੈਂ ਸੋਚਾਂ ਵੀ ਇਹਨਾਂ ਦੀ ਸਪੋਰਟ ਤੁਹਾਡੇ ਨਾਲ ਨਾ ਹੁੰਦੀ ਹੈ ਨਾ, ਦੋਨਾਂ ਬੇਟੀਆਂ ਨੂੰ ਲੈ ਕੇ, ਕਿਉਂਕਿ ਮੈਨੂੰ ਹੁਣ ਯਾਦ ਹੈ ਮੇਰੇ ਹਸਬੈਂਡ ਦੇ ਇੱਕ ਦੋਸਤ ਨੇ, ਤਾਂ ਉਹਨਾਂ ਦੇ ਜਦੋਂ 2 ਬੇਟੀਆਂ ਹੋਈਆਂ ਤਾਂ ਉਸ ਤੋਂ ਬਾਅਦ ਮਤਲਬ ਉਹਨਾਂ ਦੇ ਪਰਿਵਾਰ 'ਚ ਇਹੋ ਜਿਹੀ ਪ੍ਰੋਬਲਮ ਆਈ ਵੀ ਉਹਨਾਂ ਦੀ ਮਦਰ ਇਨ ਲਾਅ ਨੇ ਜਿੱਦ ਫੜ ਲਈ ਕੁੜੀ ਦੀ ਨੇ ਵੀ ਤੀਜਾ ਮੁੰਡਾ ਹੋਊਗਾ, ਜਾਂ ਜੇ ਨਾ ਹੋਏਗਾ ਤਾਂ ਮਤਲਬ ਅਸੀਂ ਟੈਸਟ ਕਰਾਵਾਂਗੇ ਤੇ ਤੇਰਾ ਅਬੋਰਸ਼ਨ ਹੋਊਗਾ, ਹੈ ਨਾ। ਤਾਂ ਉਹਦੇ ਮਨਾ ਕਰਨ 'ਤੇ ਉਹ ਕੁੜੀ ਜਿਹੜੀ ਬਹੁਤ ਸਾਲ ਆਪਦੇ ਪੇਕੇ ਬੈਠੀ ਰਹੀ, ਅਤੇ ਹੌਲੀ ਹੌਲੀ ਹਸਬੈਂਡ ਨੂੰ ਸਮਝ ਆਈ ਵੀ ਮੇਰਾ ਪਰਿਵਾਰ ਖਰਾਬ ਹੋ ਰਿਹਾ, ਤਾਂ ਉਹ ਵਾਪਸ ਆਪਦੇ ਘਰ ਗਈ। ਜੇ ਇੱਕ ਸਟੇਜ 'ਤੇ ਵੀ ਇਹਨਾਂ ਦੀ ਸਪੋਰਟ ਤੁਹਾਡੇ ਨਾਲ ਨਾ ਹੁੰਦੀ ਤਾਂ ਤੁਸੀਂ ਕਿਵੇਂ ਹੈਂਡਲ ਕਰਦੇ ਇਸ ਚੀਜ਼ ਨੂੰ? ਹਾਂ, ਮੈਂ ਥੋੜ੍ਹੀ ਜਿਹੀ ਉਹ ਆ ਸਟਰੋਂਗ, ਫਿਰ ਮੈਂ ਇਹਨਾਂ ਨਾਲ ਲੜਦੀ ਵੀ ਮੈਂ ਇੱਦਾਂ ਨਹੀਂ ਕਰਨਾ, ਹੈ ਨਾ। ਅਤੇ ਫਿਰ ਜੇ ਇਹ ਜ਼ਿਆਦਾ ਕਹਿੰਦੇ ਫਿਰ ਮੈਂ ਸੈਪਰੇਟ ਹੋ ਜਾਂਦੀ। ਪਰ ਤੁਹਾਡੇ ਕੋਲੇ ਜੌਬ ਸੀਗੀ, ਹੈ ਨਾ, ਤੁਹਾਡੇ ਲਈ ਇਹ ਈਜ਼ੀ ਸਟੈਪ ਆ। ਪਰ ਬਹੁਤ ਸਾਰੇ ਪਲੱਸ ਪੁਆਇੰਟ ਹੈ। ਵੈਸੇ ਇਹਨਾਂ ਨੇ ਕਦੇ ਮੈਨੂੰ ਕਿਹਾ ਵੀ ਨਹੀਂ, ਨਾ ਸਾਡੀ ਇਸ ਪੁਆਇੰਟ 'ਤੇ ਸਾਡੇ ਵਿਸ਼ੇ ਤੇ ਕਦੇ ਗੱਲ ਹੀ ਨਹੀਂ ਹੋਈ। ਅਸੀਂ ਮੁੰਡੇ ਕੁੜੀ ਤਾਂ ਸਾਡੀ ਨਾ ਇਹਨੇ ਕਿਹਾ ਨਾ ਮੈਂ ਕਦੇ ਨੈਵਰ ਕਦੇ ਵੀ ਗੱਲ ਅਸੀਂ ਕਿਹਾ ਹੀ ਨਹੀਂ, ਨਾ ਕਦੇ ਅਸੀਂ ਮਹਿਸੂਸ ਹੀ ਨਹੀਂ ਕੀਤਾ। ਜਿਹੜਾ ਮੁੰਡਾ ਆ ਜਾਂਦਾ ਜਿਵੇਂ ਬੱਚੇ ਬੈਠੇ ਨੇ, ਉਹਨੂੰ ਐਵੇਂ ਲੱਗ ਰਿਹਾ ਵੀ ਮੇਰੇ ਹੀ ਨੇ। ਅਸੀਂ ਕਦੇ ਇੱਦਾਂ ਕੀਤਾ ਹੀ ਨਹੀਂ। ਕੋਈ ਬੱਚੇ ਆ ਜਾਂਦੇ ਨੇ, ਮੇਰੇ ਨਨਾਣ ਦਾ ਬੇਟਾ, ਮੇਰਾ ਭਤੀਜਾ ਆ ਜਾਵੇ, ਇੱਧਰੋਂ ਮੇਰੇ ਦਿਓਰ ਦੇ ਬੇਟੇ, ਸਾਰੇ ਸਾਨੂੰ ਆਪਣੇ ਹੀ ਲੱਗਦੇ ਆ। ਸਾਨੂੰ ਕਦੇ ਲੱਗਿਆ ਹੀ ਨਹੀਂ ਵੀ ਸਾਡੇ ਕੋਲ ਹੈ ਨਹੀਂ ਬੇਟਾ, ਹੈ ਨਹੀਂ ਜਾਂ ਕੁਛ ਨਾ। ਪਰ ਕਈ ਕੁੜੀਆਂ ਕੋਲੇ ਮਤਲਬ ਕੁੜੀਆਂ ਇਮੋਸ਼ਨਲੀ ਇਸ ਚੀਜ਼ ਤੋਂ ਵੀਕ ਹੁੰਦੀਆਂ ਨੇ, ਕਈ ਕੁੜੀਆਂ ਕੋਲੇ ਜੌਬ ਨਹੀਂ ਹੁੰਦੀ ਤਾਂ ਉਹ ਸਫਰ ਕਰਦੀ। ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਹੈਂਡਲ ਕਰਨਾ ਚਾਹੀਦਾ? ਉੱਥੇ ਪ੍ਰੋਬਲਮ ਹੈ। ਉੱਥੇ ਉਹ ਕੁੜੀਆਂ ਜਾਂ ਤਾਂ ਸਟਰੋਂਗ ਹੋਣ, ਹੈ ਨਾ। ਅਤੇ ਪਹਿਲੀ ਗੱਲ ਤਾਂ ਉਹਨਾਂ ਨੂੰ, ਮੈਂ ਤਾਂ ਹਰੇਕ ਕੁੜੀ ਨੂੰ ਇਹੀ ਮੈਸੇਜ ਦਿੰਦੀ ਹਾਂ ਕਿ ਆਪਣਾ ਇੰਡੀਪੈਂਡੈਂਟ ਜ਼ਰੂਰ ਹੋਣਾ ਚਾਹੀਦਾ। ਕੁੜੀਆਂ ਨੂੰ ਆਪਣੀ ਰੋਟੀ ਆਪ ਕਮਾਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਮੁਤਾਬਕ ਜੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਟੀ ਆਪਣੀ ਆਪ ਕਮਾਉਣੀ ਚਾਹੀਦੀ ਹੈ। ਜੇ ਤੁਸੀਂ ਰੋਟੀ ਦੇ ਹੋਵੋਗੇ ਨਾ, ਕਿਸੇ ਤੇ ਮੁਹਤਾਜ ਨਹੀਂ ਹੋਵੋਗੇ, ਤਾਂ ਤੁਸੀਂ ਕੋਈ ਵੀ ਫੈਸਲਾ ਲੈ ਸਕਦੇ। ਫਿਰ ਤੁਹਾਡੀ ਸੋਚ ਵੀ ਮੁਹਤਾਜ ਨਹੀਂ ਰਹਿੰਦੀ ਕਿਸੇ ਦੀ। ਬਿਲਕੁਲ। ਤੇ ਭਾਜੀ ਤੁਸੀਂ, ਮੈਨੂੰ ਲੱਗਦਾ ਵੀ ਸ਼ਾਇਦ ਬੰਦਿਆਂ 'ਚੋਂ ਬਹੁਤ ਥੋੜ੍ਹੇ ਬੰਦੇ ਹੁੰਦੇ ਆ ਜਿਹੜੇ ਇਸ ਤਰੀਕੇ ਨਾਲ ਸੋਚਦੇ ਆ, ਨਹੀਂ ਤਾਂ ਸਭ ਨੂੰ ਹੁੰਦਾ ਵੀ ਮੇਰੇ ਨਾਂ ਨੂੰ ਜਿਹੜਾ ਮੁੰਡਾ ਅੱਗੇ ਤੋਰੇ। ਜਿਹੜੇ ਬੰਦੇ ਇਸ ਤਰੀਕੇ ਨਾਲ ਸੋਚਦੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਤੁਸੀਂ ਮਤਲਬ ਹੁਣ ਤੁਹਾਡੀਆਂ ਧੀਆਂ ਵੱਡੀਆਂ ਹੋ ਗਈਆਂ ਨੇ, ਤੁਸੀਂ ਕੋਈ ਖਾਸ ਸਮੱਸਿਆ ਉਹਨਾਂ ਨੂੰ ਲੈ ਕੇ ਨਹੀਂ ਹੈ ਨਾ ਝੱਲੀ ਹੈਗੀ, ਤਾਂ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੋ ਸਕਦਾ? ਕੋਈ ਮਹੱਤਵ ਨਹੀਂ ਇਹਨਾਂ ਗੱਲਾਂ ਦਾ। ਨਾ ਚੱਲੇ, ਨਾ ਚੱਲ ਕੇ ਕੀ ਹੋ ਜਾਏਗਾ, ਕਿੰਨੀ ਕੁ ਦੇਰ ਚੱਲ ਜਾਏਗਾ ਨਾ। ਸਮਾਜ 'ਚ ਐਡਾ ਵੱਡਾ ਸਮਾਜ, ਐਡੇ ਐਡੇ ਰਾਜੇ ਮਹਾਰਾਜੇ, ਕਿੱਥੇ ਨਾਂ ਬੋਲਦਾ ਉਹਨਾਂ ਦਾ। ਹਾਂਜੀ, ਆ ਤੁਸੀਂ ਆ ਧ੍ਰਿਤਰਾਸ਼ਟਰ ਦੇ ਰਾਜੇ ਦੇ 100 ਪੁੱਤਰ ਸੀਗੇ ਤਾਂ ਉਹਦਾ ਨਾਂ ਚੱਲਦਾ ਹੁਣ। ਇਹ ਤਾਂ ਆਪਣੀ ਸੋਚ ਹੈ। ਉਹਨਾਂ ਦੀ ਲਾਈਫ, ਉਹਨਾਂ ਦੇ 100 ਪੁੱਤਰ ਹੋਣ ਦੇ ਬਾਵਜੂਦ ਵੀ ਜੇ ਆਪਾਂ ਪਤਾ ਨਹੀਂ, ਚਲੋ ਇਤਿਹਾਸ ਹੈ ਜੋ ਵੀ ਹੈ, ਜੇ ਆਪਾਂ ਦੇਖਦੇ ਹਾਂ, ਆਪਾਂ ਜਿਵੇਂ ਉਹਨਾਂ ਦੀ ਕਿੰਨੀ ਕਸ਼ਟ ਭਰੀ ਲਾਈਫ ਸੀਗੀ, ਪਰ ਇਹ ਸਾਰਾ ਕੁਛ ਵਿਧਾਤਾ ਦੇ ਹੱਥ ਵਿੱਚ ਹੈ। ਜਦੋਂ ਅਸੀਂ ਵਿਧਾਤਾ ਦੇ ਹੱਥ 'ਚ ਦੇ ਦਿੰਦੇ ਨਾ ਆਪਣੇ ਆਪ ਨੂੰ, ਸੋਚ ਮਸਤਕ, ਅਸੀਂ ਗੁਰੂ ਅੱਗੇ ਜਦੋਂ ਅਸੀਂ ਮੱਥਾ ਟੇਕਦੇ ਹਾਂ, ਉਹਨੂੰ ਕਹਿੰਦੇ ਹਾਂ ਵੀ ਇਹ ਸੋਚ ਜਿਹੜੀ ਹੈ ਸਾਡੀ ਨਹੀਂ ਹੈਗੀ, ਤੇਰੇ ਵੱਲੋਂ ਦਿੱਤੀ ਹੋਈ ਹੈ, ਵੀ ਸਾਨੂੰ ਸੋਚ ਹੀ ਐਸੀ ਦੇ ਜਿਹਦੇ ਨਾਲ ਸਾਨੂੰ ਸੁੱਖ ਮਿਲਣ
ਤੇ ਜਿਹੜੀ ਉਹਦੇ ਨਾਲ ਸਮਾਜ ਨੂੰ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਜਾਂ ਸਾਡੀ ਸੋਚ ਅੱਛੀ ਹੋਵੇ, ਆਪੇ ਵਧੀਆ ਹੋ ਜਾਂਦਾ। ਜੇ ਆਪਾਂ ਇਸ 'ਚ ਨਾ ਚੱਲੇਗਾ, ਨਾ ਚੱਲਣ ਲੱਗੇ, ਤੁਸੀਂ ਜਦੋਂ ਅੱਖਾਂ ਬੰਦ ਕਰ ਲਈਆਂ ਮਰ ਜਾਣਾ ਬੰਦੇ ਨੇ, ਹਰ ਕਿਸੇ ਨੇ ਮਰਨਾ। ਤੇ ਉਹਦੇ 'ਚ ਕਿਸ ਮਰਨ ਤੋਂ ਬਾਅਦ ਕਿਹਨੂੰ ਯਾਦ ਹੈ ਵੀ ਮੇਰਾ ਨਾਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ? ਇਹ ਕੋਈ ਮਹੱਤਵ ਨਹੀਂ, ਗਲਤ ਹੈ। ਜਾਇਦਾਦ ਦਾ ਕੋਈ ਮਹੱਤਵ ਨਹੀਂ ਹੋਣਾ ਚਾਹੀਦਾ, ਨਾਂ ਦਾ ਕੋਈ ਮਹੱਤਵ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣੀ ਪ੍ਰੈਜੈਂਟ ਲਾਈਫ ਦੇਖੋ, ਉਹਨੂੰ ਇੰਜੋਏ ਕਰੋ ਖੁੱਲ੍ਹੇ ਮਨ ਦੇ ਨਾਲ, ਐਨ ਖੁਸ਼ੀ ਬੱਚਿਆਂ ਨੂੰ ਖੁੱਲ੍ਹਾ ਜੀਣ ਦਿਓ, ਉਹਨਾਂ ਦਾ ਫਿਊਚਰ ਅੱਛਾ ਬਣਾਓ ਤਾਂ ਕਿ ਉਹ ਅੱਗੇ ਆਪਣਾ ਅੱਛਾ ਜੀਣ, ਆਪ ਵਧੀਆ ਜੀਓ। ਇਹ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਗਲਤ ਹੈ ਸੋਚਣੀ ਹੈ। ਪਿਛਲੇ ਹਫਤੇ ਅਸੀਂ ਜਸਵਿੰਦਰ ਬਰਾੜ ਉਹਨਾਂ ਨੂੰ ਮਿਲੇ ਸੀ, ਤਾਂ ਉਹਨਾਂ ਦੇ ਹਸਬੈਂਡ ਨੂੰ ਮੈਂ ਇੱਕ ਸਵਾਲ ਪੁੱਛਿਆ ਸੀ ਵੀ ਤੁਹਾਡੀ ਸਿਰਫ ਇੱਕ ਬੇਟੀ ਆ, ਮਤਲਬ ਤੁਹਾਨੂੰ ਕਦੇ ਨਹੀਂ ਇਹ ਲੱਗਿਆ ਵੀ ਮੇਰਾ ਬੇਟਾ ਹੋਣਾ ਚਾਹੀਦਾ, ਕਿਉਂਕਿ ਉਹ ਬਹੁਤ ਸੁਖੀ ਨੇ ਪਰਿਵਾਰਕ ਤੌਰ 'ਤੇ, ਦੌਲਤ ਬਹੁਤ ਆ, ਸ਼ੌਹਰਤ ਬਹੁਤ ਆ ਨਾ। ਤਾਂ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹ ਕਹਿੰਦੇ ਵੀ ਜਿਹੜੀ ਮੇਰੇ ਨਾਲ ਬੈਠੀ ਆ, ਜਿਹਦੀ ਬਦੌਲਤ ਅੱਜ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ, ਕਹਿੰਦੇ ਉਹ ਕਿਸੇ ਦੀ ਧੀ ਆ। ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ? ਹਾਂ, ਜਿਵੇਂ ਕਿ ਹੁਣ ਸਾਡੀ ਜਿਹੜੀ ਇੰਟਰਵਿਊ ਹੋ ਰਹੀ ਹੈ ਇਹ ਸਤਨਾਮ ਦੀ ਬਦੌਲਤ ਹੋ ਰਹੀ ਹੈ। ਜੇ ਰਾਈਟਰ ਨਾ ਹੁੰਦੀ ਤਾਂ ਉਹਦੇ 'ਚ ਇੰਟਰਵਿਊ ਹੀ ਹੋਣੀ, ਤੇ ਤੁਸੀਂ ਆਉਣਾ ਹੀ ਨਹੀਂ ਸੀਗਾ। ਬਿਲਕੁਲ, ਠੀਕ ਹੈ ਕਿ ਨਹੀਂ? ਦੇਖੋ ਮੈਨੂੰ ਲੱਗਦਾ ਵੀ ਜੇ ਤੁਹਾਡੀਆਂ 2 ਧੀਆਂ ਨਾ ਹੁੰਦੀਆਂ ਤਾਂ ਸ਼ਾਇਦ ਮੈਨੂੰ ਮੌਕਾ ਹੀ ਨਾ ਮਿਲਦਾ ਤੁਹਾਡੇ ਨਾਲ ਗੱਲ। ਅੱਛਾ, ਦੂਜੀ ਗੱਲ ਇੱਕ ਇਹ ਧੀ ਹੋ ਗਈ, ਤੇ ਪਲੱਸ ਜੇ 2 ਧੀਆਂ ਸੀ ਤਾਂ ਤੁਸੀਂ ਇੰਟਰਵਿਊ ਕਰਨ ਆਏ ਨਾ, ਤੇ ਉਹਦੇ ਨਾਲ ਸਾਡੀ ਇੰਪੋਰਟੈਂਸ ਵੱਧ ਗਈ। ਅਸੀਂ ਕਹਿੰਦੇ ਆ ਵੀ ਘਰ 'ਚ ਇੱਕ ਔਰਤ ਜ਼ਰੂਰੀ ਆ ਘਰ ਸੰਭਾਲਣ ਲਈ, ਤੇ ਤੁਸੀਂ ਕਿੰਨੇ ਖੁਸ਼ਕਿਸਮਤ ਹੋ ਵੀ ਤੁਹਾਨੂੰ 3 ਔਰਤਾਂ ਤੁਹਾਡੇ ਆਲੇ ਦੁਆਲੇ ਮਿਲੀਆਂ, ਹੈ ਨਾ। ਚੌਥੀ ਸਾਡੀ ਮਾਂ ਹੁੰਦੀ ਆ। ਚਲੋ ਮਾਂ ਇਹ ਹੈ ਕਿ ਕਈ ਵਾਰੀ ਉਮਰ ਦੇ ਹਿਸਾਬ ਨਾਲ ਉਨੀ ਸ਼ਾਇਦ ਉਹ ਨਹੀਂ ਸਾਨੂੰ ਦੇਖਭਾਲ ਕਰ ਸਕਦੀ, ਪਰ ਇਹ ਹਰ ਵਕਤ ਤੁਹਾਡੇ ਕੋਲ 3 ਔਰਤਾਂ ਦਾ ਰਹਿਣਾ, ਇਹ ਵੀ ਤੁਹਾਡੀ ਬਹੁਤ ਵੱਡੀ ਕਿਸਮਤ ਆ। ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਜੇ ਔਰਤ ਮੰਜੇ 'ਤੇ ਪਈ ਹੋਵੇ ਤਾਂ ਮੈਨੂੰ ਐਂ ਲੱਗਦਾ ਵੀ ਸਾਰਾ ਘਰ ਹੀ ਮੰਜੇ 'ਤੇ ਪਿਆ। ਬਿਲਕੁਲ, ਸਾਰਾ ਘਰ ਹੀ ਬਿਮਾਰ ਹੋ ਜਾਂਦਾ। ਇੱਕ ਪਰਮਾਤਮਾ ਦੀ ਜਿਹੜੀ ਨਾ ਵਿਧਾਤਾ ਦੀ ਇੱਕ ਬੜੀ ਵੱਡੀ ਸਿਰਜਣਾ ਹੈ ਔਰਤ, ਬਹੁਤ ਵੱਡੀ ਸਿਰਜਣਾ ਹੈ। ਜਿਸ ਘਰ 'ਚ ਔਰਤ ਨਹੀਂ ਹੈਗੀ ਤਾਂ ਉੱਥੇ ਦੇਖੋ ਰੌਣਕ ਹੀ ਨਹੀਂ ਹੁੰਦੀ। ਚਾਅ, ਦੁਲਾਰ, ਖੁਸ਼ੀਆਂ, ਖੇੜੇ, ਮਤਲਬ ਕਿ ਉਹ ਤੁਹਾਨੂੰ ਨਜ਼ਰ ਨਹੀਂ ਆਉਣਗੇ। ਸੁਣਨਾ ਮੰਨ ਜਾਏਗਾ, ਮੁੰਡੇ ਚੁੱਪਚਾਪ ਬੈਠੇ ਰਹਿੰਦੇ ਨੇ, ਆਪਣੀ ਗੇਮ ਖੇਡ ਮਤਲਬ ਲਈਏ, ਕੁੜੀਆਂ ਰੌਲਾ ਪਾਈ ਜਾਂਦੀਆਂ ਨੇ। ਸ੍ਰਿਸ਼ਟੀ ਨੇ ਇਹ ਬਣਾਈ, ਜਿਹੜੀ ਔਰਤ ਜਾਂ ਲੜਕੀ ਜਾਂ ਕੁੜੀ ਜੋ ਮਾਂ, ਇਹ ਚੀਜ਼ ਹੀ ਐਸੀਆਂ ਨੇ। ਮਾਂ ਦਾ ਆਪਣਾ ਪਿਆਰ ਹੈ, ਪਤਨੀ ਦਾ ਆਪਣਾ ਹੈ, ਬੇਟੀ ਦਾ ਆਪਣਾ ਹੈ, ਭੈਣ ਦਾ ਆਪਣਾ ਹੈ, ਭੂਆ, ਮਾਸੀ, ਹਰ ਕਿਸੇ ਦਾ ਦੇਖੋ ਕਿੰਨਾ, ਜੇ ਸੋਚੀਏ ਤਾਂ ਇਹ ਬੜਾ ਆਨੰਦ ਹੈ। ਧੀਆਂ ਨਾਲ ਨੇ ਬੜਾ ਹੀ ਆਨੰਦਮਈ ਉਹ ਹੈ ਇੱਕ ਵਰਤਾਰਾ ਕੁਦਰਤ ਦਾ। ਮੈਨੂੰ ਲੱਗਦਾ ਵੀ ਇਸ ਟੌਪਿਕ 'ਤੇ ਬਹੁਤ ਗੱਲਾਂ ਹੋ ਸਕਦੀਆਂ ਨੇ। ਜਿਵੇਂ ਮੇਰੇ ਇੱਕ ਤਾਇਆ ਜੀ ਨੇ, ਉਹਨਾਂ ਦੇ ਵੀ 3 ਬੇਟੀਆਂ ਤੋਂ ਬਾਅਦ ਇੱਕ ਬੇਟਾ। ਤਾਂ ਤਾਈ ਜੀ ਕਹਿਣਗੇ ਵੀ ਜਦੋਂ ਉਹ ਘਰੇ ਸੀਗੀਆਂ ਇੰਨੀ ਰੌਣਕ ਸੀਗੀ ਵੀ ਆਹ ਜਿਹੜਾ ਇਹ ਚੁੱਪ ਕਰਕੇ ਇੱਕ ਕੋਨੇ ਲੱਗ ਕੇ ਬੈਠਾ ਰਹਿੰਦਾ, ਜਾਂ ਕੋਈ ਫਿਲਮ ਚੱਲਦੀ ਰਹਿੰਦੀ ਹੈ ਜਾਂ ਮੋਬਾਈਲ। ਉਹ ਕਹਿਣਗੇ ਵੀ ਮੈਨੂੰ ਅੱਜ ਐਂ ਲੱਗਦਾ ਵੀ ਇਹਦੀ ਜਗ੍ਹਾ ਵੀ ਇੱਕ ਹੋਰ ਕੁੜੀ ਹੀ ਹੋ ਜਾਂਦੀ, ਹੈ ਨਾ। ਤਾਂ ਮੈਂ ਨਿੰਦਣਾ ਨਹੀਂ ਸੀ ਚਾਹੁੰਦੀ, ਪਰ ਤੁਸੀਂ ਗੱਲ ਸੱਚੀ ਕਹੀ ਹੈ ਵੀ ਮੁੰਡੇ ਚੁੱਪਚਾਪ ਬੈਠੇ ਰਹਿਣਗੇ ਇੱਕ ਕੋਨੇ 'ਚ ਨਾ, ਕੁੜੀਆਂ ਰੌਲਾ ਪਾਉਂਦੀਆਂ ਭੱਜ ਭੱਜ ਕੇ ਉੱਪਰ ਚੜੇਗੀ, ਜਾ ਰਹੀ ਆ ਰਹੀ ਹੈ, ਬਸ ਉਹ ਫਿਰ ਰੌਣਕ ਲੱਗੀ ਰਹਿੰਦੀ ਬੱਚਿਆਂ ਤੁਹਾਨੂੰ ਲੱਗਦਾ ਵੀ ਜ਼ਿਆਦਾ ਸੱਚੀ ਧੀਆਂ ਜ਼ਿਆਦਾ ਮੋਹ ਲੈਂਦੀਆਂ ਨੇ? ਹਾਂ ਬਿਲਕੁਲ, ਉਹ ਕੋਈ ਸ਼ੱਕ ਨਹੀਂ। ਮੇਰੀ ਬੇਟੀ ਪਰਸੋਂ ਚੌਥੇ ਮੈਨੂੰ ਦੱਸ ਰਹੀ ਸੀ, ਕਹਿੰਦੀ ਵੀ ਮੈਂ ਆਪਣੀਆਂ ਪੁਰਾਣੀਆਂ ਗੁੱਡੀਆਂ ਨਾ ਸੁੱਟਣ ਚੱਲੀ ਸੀਗੀ, ਵੀ ਹੁਣ ਜਿਵੇਂ ਨਵੀਆਂ ਚੀਜ਼ਾਂ ਆਈ ਜਾਂਦੀਆਂ ਤਾਂ ਪੁਰਾਣੀਆਂ ਚੀਜ਼ਾਂ ਫਿਰ ਬੱਚੇ ਨੂੰ ਹੁੰਦਾ ਵੀ ਸੁੱਟ। ਅਤੇ ਉਹਦੇ ਦਾਦੀ ਆਏ ਸੀ, ਉਹ ਕਹਿੰਦੇ ਵੀ ਸੁੱਟ ਨਾ, ਮੈਂ ਇਹਨਾਂ ਨੂੰ ਪਿੰਡ ਲੈ ਜਾਊਂਗੀ ਅਤੇ ਸੰਭਾਲ ਕੇ ਰੱਖੂੰਗੀ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਸੱਚੀ ਧੀਆਂ ਨੂੰ ਤੁਸੀਂ ਬਸ ਸਿਰਫ ਤੁਹਾਡਾ ਪਾਲਣ ਦਾ ਨਜ਼ਰੀਆ ਹੋਰ ਹੋ ਜਾਂਦਾ, ਬਾਕੀ ਬੱਚਿਆਂ 'ਚ ਕੋਈ ਫਰਕ ਨਹੀਂ ਹੁੰਦਾ, ਚਾਹੇ ਉਹ ਤੁਹਾਡਾ ਧੀ ਆ ਚਾਹੇ ਉਹ ਤੁਹਾਡਾ ਪੁੱਤਰ ਆ, ਹੈ ਨਾ। ਪੁੱਤਰ ਵੀ ਆ ਤਾਂ ਕੱਲ੍ਹ ਨੂੰ ਕਿਸੇ ਦੀ ਧੀ ਆਏਗੀ ਤੁਹਾਨੂੰ ਸੰਭਾਲਣ ਲਈ, ਅਤੇ ਤੁਸੀਂ ਸੱਚੀ ਖੁਸ਼ਕਿਸਮਤ ਹੋ ਜੇ ਤੁਹਾਡੀ ਖੁਦ ਦੀ ਧੀ ਤੁਹਾਨੂੰ ਸੰਭਾਲ ਰਹੀ ਹੈ ਨਾ। ਤਾਂ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਵਿਤਕਰਾ ਨਹੀਂ ਕੀਤਾ, ਪੂਰੇ ਮਾਣ ਨਾਲ ਪਾਲਿਆ, ਅਤੇ ਸਭ ਨੂੰ ਇੱਦਾਂ ਹੀ ਧੀਆਂ ਨੂੰ ਪਾਲਣਾ ਚਾਹੀਦਾ। ਅਸੀਂ ਬਿਲਕੁਲ ਆਪਣੀ ਧੀਆਂ ਨੂੰ ਬਹੁਤ ਮਾਣ ਨਾਲ, ਬੜੇ ਪਿਆਰ ਨਾਲ, ਬੜੇ ਗਰਵ ਨਾਲ ਪਾਲਿਆ। ਸਾਨੂੰ ਕਦੇ ਇਹ ਨਹੀਂ ਹੈ ਵੀ ਇਹ ਕੁੜੀਆਂ, ਮੈਂ ਕਦੇ ਨਹੀਂ ਇੱਦਾਂ ਦੀ ਰੋਈ ਵੀ ਕੁੜੀ ਨਾ, ਨੈਵਰ। ਮੈਂ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਬਾਬੇ ਨੇ ਮੈਨੂੰ ਰੱਖਿਆ ਹੋਇਆ, ਅਤੇ ਸਾਨੂੰ ਦੋਵਾਂ ਨੂੰ ਇੰਨੀ ਇਹ ਚੜ੍ਹਦੀ ਕਲਾ ਵਾਲੀ ਸੋਚ ਦਿੱਤੀ ਹੋਈ ਹੈ। ਅਸੀਂ ਕਦੇ ਇਸ ਪੁਆਇੰਟ 'ਤੇ ਸੋਚਿਆ ਹੀ ਨਹੀਂ ਵੀ ਮੁੰਡਾ ਨਹੀਂ ਹੈਗਾ ਜਾਂ ਕੁਛ, ਸਾਨੂੰ ਕਦੇ ਫੀਲ ਨਹੀਂ ਹੋਇਆ। ਰੱਬ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਵੀ ਸਾਨੂੰ ਕਦੇ ਇੱਦਾਂ ਫੀਲ ਕਰਵਾਈ ਵੀ ਨਾ, ਹੈ ਨਾ। ਹਮੇਸ਼ਾ ਹੀ ਸਾਡੀ ਇੱਦਾਂ ਚੜ੍ਹਦੀ ਕਲਾ ਵਾਲੀ ਸੋਚ ਰਹੇ। ਇੱਦਾਂ ਹੀ ਸਮਾਜ ਵਿੱਚ ਵੀ ਅਸੀਂ ਚਾਹੁੰਦੇ ਵੀ ਸਾਰੇ ਲੋਕ ਹੀ ਇੱਦਾਂ ਸੋਚਣ ਵੀ ਕੋਈ ਧੀਆਂ ਨੂੰ ਭਾਰ ਕੋਈ ਸਮਝੇ ਹੀ ਨਾ, ਭਾਵੇਂ ਮੁੰਡਾ ਭਾਵੇਂ ਕੁੜੀਆਂ ਨੂੰ ਅੱਛਾ ਕੌਨਫੀਡੈਂਸ ਦੇਣ। ਕੇਅਰ ਜ਼ਰੂਰ ਕਰਨਾ, ਧਿਆਨ ਜ਼ਰੂਰ ਰੱਖੋ, ਧਿਆਨ ਜ਼ਰੂਰ ਰੱਖਣਾ ਚਾਹੀਦਾ। ਸਪੋਜ਼ ਕਰੋ ਬੇਟੀ ਬਾਹਰ ਜਾ ਰਹੀ ਹੈ, ਕਈ ਵਾਰੀ ਇਹ ਵੀ ਕੋਈ ਦੂਰ ਜਾਣਾ ਕਿਤੇ, ਉਹਦੇ ਵਿੱਚ ਉਹਨੂੰ ਵਾਚ ਜ਼ਰੂਰ ਕਰੋ
ਵਾਚ ਆਊਟ ਰੱਖੋ ਬੱਚਾ ਕਰ ਕੀ ਰਿਹਾ, ਕਿਹਦੇ ਨਾਲ ਮਿਲ ਰਿਹਾ, ਉਹਦੇ ਪਰ ਦੋਸਤ ਕੌਨਫੀਡੈਂਸ ਜ਼ਰੂਰ ਦਿਓ ਉਹਨੂੰ, ਹਾਂ ਤੇ ਉਹ ਕੌਨਫੀਡੈਂਸ ਜ਼ਰੂਰ ਦਿਓ। ਉਹ ਦੇਖੋ, ਉਹ ਦੇਖਣਾ ਸਾਡਾ ਫਰਜ਼ ਹੈ ਐਜ਼ ਅ ਪੇਰੈਂਟਸ। ਸਾਨੂੰ ਦੇਖਣਾ ਪੈਂਦਾ ਵੀ ਬੱਚੇ ਕਿਹਨੂੰ ਮਿਲਦੇ ਆ, ਕਿੱਦਾਂ ਦੇ ਆ ਉਹ, ਕਿ ਕੋਈ ਕਿਤੇ ਬੱਚਾ ਗਲਤ ਸੁਸਾਇਟੀ ਵਿੱਚ ਤਾਂ ਨਹੀਂ ਜਾ ਰਿਹਾ, ਉਹ ਆਪਾਂ ਨੂੰ ਦੇਖਣਾ ਜ਼ਰੂਰ ਚਾਹੀਦਾ ਹੈ। ਸੋਸ਼ਲ ਮੀਡੀਆ ਤੇ ਨਾ ਅੱਜ ਕੱਲ੍ਹ ਇੱਕ ਗਾਣਾ ਬਹੁਤ ਚੱਲ ਰਿਹਾ ਵੀ ਉਹ 'ਚ ਇੱਕ ਪਿਓ ਆਪਣੀ ਕੁੜੀ ਨੂੰ ਕਹਿੰਦਾ ਵੀ ਜਦੋਂ ਵੀ ਤੇਰੇ ਤੇ ਕੋਈ ਜ਼ਿੰਦਗੀ 'ਚ ਮੁਸੀਬਤ ਆਊਗੀ ਤਾਂ ਤੇਰਾ ਪਿਓ ਆ ਜਿਹੜਾ ਤੇਰੇ ਨਾਲ ਹੋਊਗਾ, ਹੈ ਨਾ। ਤੇ ਤੁਹਾਨੂੰ ਇਹ ਚੀਜ਼ ਲੱਗਦੀ ਹੈ ਵੀ ਜਦੋਂ ਵੀ ਕੁੜੀਆਂ ਤੇ ਕੋਈ ਮੁਸੀਬਤ ਆਉਂਦੀ, ਖਾਸ ਕਰਕੇ ਸਹੁਰੇ ਪਰਿਵਾਰਾਂ 'ਚ ਅਸੀਂ ਉਹਨੂੰ ਬਹੁਤ ਜ਼ਿਆਦਾ ਨਸੀਹਤਾਂ ਦਿੰਦੇ ਹਾਂ ਵੀ ਨਹੀਂ ਤੂੰ ਚੱਲ ਲਾ, ਤੂੰ ਐਡਜਸਟ ਕਰ, ਹੈ ਨਾ। ਕਿਉਂਕਿ ਸਾਰਿਆਂ ਨੂੰ ਐਂ ਲੱਗਦਾ ਵੀ ਧੀਆਂ ਦੇ ਮਾਂ ਪਿਓ ਬੜੇ ਮਜਬੂਰ ਹੁੰਦੇ ਨੇ, ਉਹ ਉਸ ਤਰੀਕੇ ਨਾਲ ਸਟੈਂਡ ਨਹੀਂ ਲੈ ਸਕਦੇ ਕੁੜੀਆਂ ਲਈ। ਤਾਂ ਤੁਸੀਂ ਉਸ ਗੱਲੋਂ ਸਟਰੋਂਗ ਮਹਿਸੂਸ ਕਰਦੇ ਹੋ ਵੀ ਕੱਲ੍ਹ ਨੂੰ ਜ਼ਿੰਦਗੀ 'ਚ ਕੋਈ ਵੀ ਮੁਸੀਬਤ ਆਵੇ ਤਾਂ ਚਾਹੇ ਉਹ ਉਹਨਾਂ ਦੇ ਇਨ-ਲॉज ਦੇ ਵਿਰੁੱਧ ਹੋਵੇ ਜਾਂ ਕਿਸੇ ਦੇ ਵੀ, ਤੁਸੀਂ ਉੱਥੇ ਸਟਰੋਂਗਲੀ ਸਟੈਂਡ ਲੈ ਸਕੋਗੇ? ਨਹੀਂ, ਇੱਥੇ ਗੱਲ ਇਹ ਹੈ ਵੀ ਇੱਥੇ ਜੇ ਸਪੋਜ਼ ਆਪਾਂ ਇਹ ਨਹੀਂ ਕਿ ਮਜਬੂਰ ਨਹੀਂ ਹੁੰਦੇ, ਇੱਦਾਂ ਵੀ ਲਾਈਫ ਭਾਵੇਂ ਮੁੰਡਾ ਭਾਵੇਂ ਕੁੜੀ ਹੈ, ਜੇ ਇੱਕ ਵਾਰੀ ਉਹਦੀ ਡਿਸਟਰਬ ਹੋ ਜਾਏ ਨਾ, ਮੁੜ ਕੇ ਉਹ ਲੈਂਡ 'ਤੇ ਆਉਣੀ ਔਖੀ ਹੋ ਜਾਂਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ, ਸਾਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਵੀ ਉਹਨੂੰ ਅਸੀਂ ਸੈਟਲ ਕਰੀਏ। ਆਪਾਂ ਇੱਥੇ ਸਮਾਜ ਨੂੰ ਸੁਨੇਹਾ ਦੇਣਾ ਜਾਂ ਬੱਚਿਆਂ ਨੂੰ ਸੁਨੇਹਾ ਦੇਣਾ, ਆਪਾਂ ਕਹੀਏ ਵੀ ਨਹੀਂ ਵੀ ਉਹ ਛੱਡ ਕੇ ਆ ਜਾਵੇ ਜਾਂ ਕੁਛ ਹੋਰ, ਜਾਂ ਉਹਨੂੰ ਮੁੰਡਾ ਛੱਡ ਦੇਵੇ ਜਾਂ ਕੁੜੀ ਛੱਡ, ਉਹ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਪੂਰਾ ਐਂਡ ਤੱਕ ਜ਼ੋਰ ਲਾਉਣਾ ਚਾਹੀਦਾ ਹੈ। ਜੋ ਵੀ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਫੇਸ ਕਰਕੇ, ਉਹਨਾਂ ਨੂੰ ਝੱਲ ਕੇ ਆਪਣੀ ਲਾਈਫ ਨੂੰ, ਆਪਣੇ ਪਰਿਵਾਰ ਨੂੰ ਇਕੱਠਾ ਕਰਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰੀ ਟਾਈਮ ਦੇ ਨਾਲ ਫਿਰ ਬੰਦਾ ਸਮਝ ਜਾਂਦਾ ਜੋ ਕੋਈ ਬਾਹਲੀ ਦਿੱਕਤ। ਅੱਜ ਕੱਲ੍ਹ ਬੱਚੇ ਸਿਆਣੇ ਨੇ, ਕੋਈ ਐਸੀ ਗੱਲ ਨਹੀਂ, ਪੇਸ਼ੈਂਸ ਆਪੋ ਆਪਣੀ, ਮਤਲਬ ਕਿ ਉਹਨੂੰ ਥੋੜ੍ਹਾ ਜਿਹਾ ਜੇ ਦੇਰ ਤੱਕ ਉਹਨੂੰ ਆਪਾਂ ਸਮੱਸਿਆ ਨੂੰ ਝੱਲ ਕੇ ਇਹਨੂੰ ਹੱਲ ਕਰ ਸਕਦੇ ਹਾਂ ਤਾਂ ਹੱਲ ਕਰ ਲੈਣੀ ਚਾਹੀਦੀ ਹੈ। ਕੋਈ ਇੰਨੀ ਛੇਤੀ ਨਹੀਂ ਆਪਾਂ ਕਹੀਏ ਵੀ ਆਪਾਂ ਪਹਿਲਾਂ ਹੀ ਬੱਚੇ ਨੂੰ ਗਾਈਡ ਕਰ ਦਈਏ, ਤੈਨੂੰ ਤੰਗ ਕਰਦੇ ਨੇ ਤੂੰ ਛੱਡ ਕੇ ਆ ਜਾ, ਕੋਈ ਗੱਲ ਨਹੀਂ, ਤੇਰੇ ਮਾਪਿਓ ਬਹੁਤ ਤਕੜੇ ਨੇ। ਜਦੋਂ ਮਾਪਿਓ ਦੀ ਸਪੋਰਟ ਮਿਲ ਗਈ ਨਾ ਬੱਚੇ ਨੂੰ, ਤਾਂ ਉਹਦੀ ਲਾਈਫ ਮਤਲਬ ਕਿ ਡਿਸਟਰਬ ਹੋ ਗਈ, ਬਸ ਉਹਦੀ ਲਾਈਫ ਫਿਰ ਉਹ ਸੈਟਲ ਨਹੀਂ ਹੋ ਸਕਦੀ। ਇਸ ਕਰਕੇ ਤਾਂ ਬੱਚੇ ਨੂੰ ਕਦੇ ਵੀ ਤੁਹਾਡੇ ਮਨ ਦੇ ਅੰਦਰ ਹੋਣੀ ਚਾਹੀਦੀ ਹੈ। ਓਪਨਲੀ ਬੱਚੇ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਵੀ ਅਸੀਂ ਤੂੰ ਆ ਜਾ ਜਾਂ ਕੁਛ ਵੀ ਹੈ, ਵੀ ਛੱਡ ਦੇ ਘਰ ਨੂੰ, ਅਸੀਂ ਤੇਰੇ ਨਾਲ ਆ, ਉਹ ਉੱਥੇ ਅਸੀਂ ਗਲਤ ਹੁੰਦੇ ਹਾਂ। ਇਸ ਕਰਕੇ ਬੱਚੇ ਨੂੰ ਇਹੀ ਕਰੋ ਵੀ ਤੂੰ ਆਪਣਾ ਜਿਹੜਾ ਹੈਗਾ ਥੋੜ੍ਹੀ ਦਿੱਕਤ ਝੱਲੋ, ਕੋਈ ਗੱਲ ਨਹੀਂ, ਚੱਲ ਲੈਣੀ ਚਾਹੀਦੀ ਹੈ। ਹੁਣ ਲੋਕੀ ਜਦੋਂ ਸੋਸ਼ਲ ਮੀਡੀਆ ਤੇ ਵੀ ਲਿਖਦੇ ਆ ਤਾਂ ਲੋਕੀ ਕਹਿੰਦੇ ਵੀ ਬਹੁਤ ਜ਼ਿਆਦਾ ਤਲਾਕ ਜਿਹੜੇ ਇਸ ਚੀਜ਼ ਕਰਕੇ ਹੋ ਰਹੇ ਨੇ ਵੀ ਕੁੜੀਆਂ ਨੌਕਰੀ ਕਰਦੀਆਂ ਨੇ, ਜਾਂ ਜਦੋਂ ਕਿਸੇ ਮੁੰਡੇ ਦਾ ਇਵੇਂ ਦੀ ਕੁੜੀ ਨਾਲ ਵਿਆਹ ਹੁੰਦਾ ਜਿਹਦੇ ਭਰਾ ਨਹੀਂ ਹੁੰਦੇ, ਜਿਨ੍ਹਾਂ ਤੋਂ ਆਸ ਹੁੰਦੀ ਆ ਵੀ ਇਹ ਸਾਰਾ ਕੁਝ ਮਾਂ ਪਿਓ ਨੇ ਇਹਦੇ ਲਈ ਬਣਾਇਆ ਕੁੜੀ ਲਈ, ਤਾਂ ਉਹ ਕਹਿੰਦੇ ਹੁੰਦੇ ਵੀ ਸਾਰੀ ਉਮਰ ਤੂੰ ਥੱਲੇ ਲੱਗ ਕੇ ਰਹੇਂਗਾ ਇਹਦੇ, ਸਾਰੀ ਉਮਰ ਇਹ ਤੈਨੂੰ ਗੱਲ ਤੱਕ ਨਹੀਂ ਕਰਨ ਦਊਗੀ ਅੱਗੋਂ, ਹੈ ਨਾ। ਤਾਂ ਫਿਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਵੀ ਜੇ ਇਹੋ ਜਿਹੇ ਬੱਚਿਆਂ ਦਾ ਰਿਸ਼ਤਾ ਨਹੀਂ ਚੱਲਦਾ ਵੀ ਇਹਦੀ ਮਾਂ ਦੀ ਬਹੁਤ ਸਪੋਰਟ ਸੀ, ਇਹਦੀ ਮਾਂ ਨੇ ਇਹਦਾ ਘਰ ਖਰਾਬ ਕਰਤਾ। ਤਾਂ ਤੁਹਾਨੂੰ ਲੱਗਦਾ ਵੀ ਇਸ ਨਾਤੇ ਵੀ ਫਿਰ ਤੁਸੀਂ ਇਹ ਸੋਚਦੇ ਹੋ ਵੀ ਮੇਰਾ ਧੀਆਂ ਨਾਲ ਥੋੜ੍ਹਾ ਜਿਹਾ ਗੈਪ ਹੋਣਾ ਚਾਹੀਦਾ, ਕਿਉਂਕਿ ਲੋਕ ਜਿਹੜੀਆਂ ਧੀਆਂ ਸਟਰੋਂਗ ਹੁੰਦੀਆਂ ਨੇ, ਚਾਹੇ ਉਹ ਇਕਨੋਮਿਕਲੀ ਹੁੰਦੀਆਂ ਨੇ, ਚਾਹੇ ਉਹ ਫੈਮਿਲੀ ਵਾਈਜ਼ ਹੁੰਦੀਆਂ ਨੇ, ਤਾਂ ਉਹਨਾਂ 'ਤੇ ਤੁਹਮਤਾਂ ਲੱਗਦੀਆਂ ਨੇ ਵੀ ਮਾਂ ਨੇ ਘਰ ਪੱਟਤਾ? ਨਹੀਂ, ਅਸੀਂ ਇੱਦਾਂ ਦੀ ਅਸੀਂ ਬੱਚਿਆਂ ਦੀ ਕਦੀ, ਮੈਂ 2 ਸਾਲ ਹੋ ਗਏ ਉਹਦੀ ਮੈਰਿਜ ਨੂੰ, ਵੱਡੀ ਬੇਟੀ ਦੀ, ਅਸੀਂ ਕਦੇ ਨਹੀਂ ਇੱਦਾਂ ਦੀ ਕੋਈ ਗੱਲ ਕੀਤੀ ਉਹਦੇ ਸਹੁਰਿਆਂ ਬਾਰੇ ਜਾਂ ਨੈਵਰ। ਸਾਡੀ ਤਾਂ ਆਮ ਨੋਰਮਲੀ ਗੱਲ ਹੁੰਦੀ ਹੈ, ਨਾ ਅਸੀਂ ਕਦੇ ਉਹਨੂੰ ਕੋਈ ਗਾਈਡ ਕੀਤਾ, ਨਾ ਗਲਤ ਗਾਈਡ ਕੀਤਾ, ਨਾ ਅਸੀਂ ਬਹੁਤਾ ਜਾਂਦੇ ਹਾਂ ਮਿਕਸਅਪ ਵੀ ਨਹੀਂ, ਜੋ ਉਹ ਬਾਹਰ ਹੀ ਚਲੀ ਗਈ, ਸਾਨੂੰ ਮੌਕਾ ਹੀ ਨਹੀਂ ਮਿਲਿਆ ਇੱਦਾਂ ਦਾ। ਪਹਿਲੀ ਗੱਲ ਇਹ ਵੀ ਹੁੰਦਾ ਕਈ ਵਾਰ ਇਹ ਇਫੈਕਟ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਪੇਰੈਂਟਸ ਦਾ ਜਿਹੜਾ ਇੰਟਰਫੀਅਰੈਂਸ ਹੈ ਲੜਕੀਆਂ ਦੇ ਘਰ 'ਚ, ਜਦੋਂ ਕੋਈ ਵੀ ਗੱਲ ਹੋਵੇ ਉਹਨੂੰ ਵਿੱਚ ਇੰਟਰਫੀਅਰੈਂਸ ਦੇ ਨਾਲ ਇਫੈਕਟ ਤਾਂ ਪੈਂਦਾ। ਮਤਲਬ ਕਿ ਉਹਨਾਂ ਨੂੰ ਆਪ ਡਿਸੀਜਨ ਲੈਣ ਦਾ ਟਾਈਮ ਨਹੀਂ ਮਿਲਦਾ। ਜਦ ਤੱਕ ਬੱਚਾ ਆਪ ਡਿਸੀਜਨ ਨਹੀਂ ਲਏਗਾ, ਆਪ ਨਹੀਂ ਸੋਚੇਗਾ, ਕਿਉਂਕਿ ਉਹਨੂੰ ਅਸਲ ਪ੍ਰੋਬਲਮ ਦਾ ਬੱਚੇ ਨੂੰ ਵੀ ਪਤਾ ਨਾ, ਉਹਨੂੰ ਕਹੇ ਵੀ ਤੂੰ ਆਪਣੀ ਪ੍ਰੋਬਲਮ ਆਪ ਸੋਲਵ ਕਰ, ਸਾਨੂੰ ਨਹੀਂ ਇਹਦੇ ਬਾਰੇ ਪਤਾ। ਤੂੰ ਛੋਟਾ ਨਹੀਂ ਹੈਗਾ, ਤੂੰ ਵਿਆਹ ਗਿਆ, ਵੱਡਾ ਹੋ ਗਿਆ, ਠੀਕ ਹੈ, ਤੂੰ ਪਹਿਲਾਂ ਆਪ ਸੈਟਲ ਕਰ, ਨਹੀਂ ਹੋਵੇਗਾ ਫਿਰ ਸੋਚਾਂਗੇ। ਉਹਨੂੰ ਖੁਦ ਸੈਟਲ ਕਰਨ ਦਿਓ। ਜਦੋਂ ਤੁਸੀਂ ਵਿੱਚ ਇੰਟਰਫੇਅਰ ਕਰਦੇ ਹੋ ਉਹਦੇ ਨਾਲ ਪ੍ਰੋਬਲਮ ਤਾਂ ਆਉਂਦੀ ਹੈ। ਪੇਰੈਂਟਸ ਦੀ ਗਲਤ ਗਾਈਡੈਂਸ ਦੇ ਨਾਲ। ਬਿਲਕੁਲ, ਮਤਲਬ ਕੁੜੀਆਂ ਦੇ ਘਰਾਂ 'ਚ ਸਾਡੀ ਹੱਦ ਤੋਂ ਜ਼ਿਆਦਾ ਦਖਲਅੰਦਾਜ਼ੀ ਕਈ ਵਾਰੀ ਮਾਹੌਲ ਖਰਾਬ ਕਰਦੀ ਆ, ਪਰ ਦੂਜੇ ਪਾਸੇ ਇਹ ਵੀ ਆ ਮੈਨੂੰ ਲੱਗਦਾ ਵੀ ਜਿੱਥੇ 1-2 ਚੀਜ਼ਾਂ ਅਸੀਂ ਦੇਖ ਲੈਂਦੇ ਹਾਂ ਮਾਹੌਲ ਖਰਾਬ ਕਰਨ ਵਾਲੀ, ਫਿਰ ਉਹ ਕੁੜੀਆਂ ਦੀ ਜ਼ਿੰਦਗੀ 'ਚ ਵੀ ਮਾਂ ਪਿਓ ਦਖਲ ਨਹੀਂ ਕਰਦੇ ਜਿਨ੍ਹਾਂ ਨੂੰ ਸੱਚੀ ਜ਼ਰੂਰਤ ਹੁੰਦੀ। ਨਹੀਂ, ਉੱਥੇ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੌਣ ਗਲਤ ਹੈ। ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਕੁੜੀ ਗਲਤ ਹੈ ਕਿ ਮੁੰਡਾ ਗਲਤ ਹੈ ਜਾਂ ਕੌਣ ਗਲਤ ਹੈ। ਆਪਾਂ ਸਾਰੇ ਪੜ੍ਹੇ ਲਿਖੇ ਸਮਾਜ ਦੇ ਪਤਾ ਜੱਜਮੈਂਟ ਹੋ ਜਾਂਦੀ ਬੰਦੇ ਨੂੰ ਕਿੱਥੇ ਗਲਤੀ ਹੈ, ਉੱਥੇ ਉਹਨੂੰ ਸੋਲਵ ਕਰੋ, ਹੋ ਜਾਂਦੀ ਸੋਲਵ। ਜੇ ਤੁਸੀਂ ਗਲਤ ਗਾਈਡ ਕਰੋਗੇ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੀ ਮਾਮੀ ਦੀ ਕੁੜੀ, ਇੱਕ ਵਾਰੀ ਮੈਂ ਵੀ ਉੱਥੇ ਗਿਆ ਸੀ ਮਿਲਣ ਮਾਮੇ ਦੇ ਘਰ, ਅਤੇ
ਉਹ ਕੁੜੀ ਲੜ ਕੇ ਆ ਗਈ ਤੇ ਮੇਰੀ ਮਾਮੀ ਨੇ ਉਹਨੂੰ ਕਿਹਾ ਵੀ ਆਪਣਾ ਬੋਰੀ ਬਿਸਤਰਾ ਚੁੱਕ, ਤੇਰੇ ਵਾਸਤੇ ਸਾਡੇ ਘਰ ਦੇ ਦਰਵਾਜ਼ੇ ਬੰਦ ਨੇ, ਤੂੰ ਸਾਡੇ ਘਰ ਨਹੀਂ ਆਉਣਾ, ਤੂੰ ਲੜ ਕੇ ਆਈ ਹੈ। ਜੇ ਤੂੰ ਸਿੱਧੀ ਤਰ੍ਹਾਂ ਆਉਂਦੀ ਤਾਂ ਫਿਰ ਤਾਂ ਠੀਕ ਸੀ, ਮੇਰੇ ਘਰ ਲੜ ਕੇ ਨਹੀਂ ਆਉਣਾ ਹੈਗਾ। ਤੂੰ ਕਹਿੰਦੀ ਬਿਲਕੁਲ, ਤੂੰ ਮੈਨੂੰ ਫੋਨ ਕਰਦੀ, ਮੈਂ ਆਪੇ ਆਉਂਦੀ ਉੱਥੇ ਗੱਲ ਕਰਕੇ ਫਿਰ ਤੈਨੂੰ ਲੈ ਆਉਂਦੀ, ਕੋਈ ਦਿੱਕਤ ਹੁੰਦੀ ਤਾਂ। ਉਹਨੇ ਉਹ ਮਤਲਬ ਕਿ ਕੁੜੀ ਨੂੰ ਵਾਪਸ ਤੋਰਤਾ ਸੀਗਾ। ਮਤਲਬ ਕਈ ਵਾਰੀ ਸਾਡੀ ਗਲਤ ਸਪੋਰਟ ਵੀ ਬੱਚਿਆਂ ਨੂੰ ਖਰਾਬ ਕਰ ਦਿੰਦੀ ਹੈ। ਜਿੱਥੇ ਲੋੜ ਆ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਵੀ ਕਰਨੀ ਨਹੀਂ ਸਾਨੂੰ, ਪਰ ਉੱਥੇ ਪਤਾ ਲੱਗ ਜਾਂਦਾ ਵੀ ਜੇ ਉਹ ਗਲਤ ਨੇ ਤਾਂ ਫਿਰ ਬੱਚੇ ਦੀ ਸਪੋਰਟ ਕਰੋ। ਵੀ ਉਹਦੇ ਨਾਲ ਧੱਕਾ ਹੋ ਰਿਹਾ ਜਾਂ ਕੋਈ ਉਹਦੇ ਨਾਲ ਕੋਈ ਨਜਾਇਜ਼ ਤੰਗ ਕਰ ਰਿਹਾ ਤਾਂ ਉੱਥੇ ਸਾਡੀ ਸਪੋਰਟ ਕਰਨੀ ਬਣਦੀ ਹੈ, ਬਿਲਕੁਲ ਕਰਨੀ ਚਾਹੀਦੀ ਹੈ। ਉੱਥੇ ਵੀ ਤੁਸੀਂ ਸਿਰਫ ਇੱਕ ਇਹ ਸੋਚ ਕੇ ਵੀ ਸਾਡੀ ਧੀ ਦੁਖੀ ਹੈ, ਉੱਥੇ ਨਜਾਇਜ਼ ਭਾਵੁਕਤਾ ਵੀ ਹੈ ਜਿਹੜੀ ਕਈ ਵਾਰੀ ਨਾ ਬਿਲਕੁਲ ਉਹ ਜਿਹੜਾ ਮੋਹ ਹੈ ਨਾ, ਮੋਹ ਜਿਵੇਂ ਮਾਵਾ ਆਪਾਂ ਸੁਣਦੇ ਆ ਵੀ ਮਾਂ ਨੇ ਘਰ ਪੁੱਟਤਾ, ਤੁਸੀਂ ਜਿਵੇਂ ਹੁਣ ਕਹਿ ਰਹੇ ਸੀ, ਇਹ ਹੈਗੇ ਨੇ ਕਈ ਮਾਵਾਂ ਨੂੰ ਨਾ ਬੜੇ ਉਹ ਚਿਪਕੀਆਂ ਰਹਿਣਗੀਆਂ ਨਾਲ ਕੁੜੀਆਂ ਦੇ। ਉਹਨਾਂ ਨੂੰ ਸਗੋਂ ਤੁਸੀਂ ਵਿਚਰਨ ਦਿਓ, ਇੰਡੀਪੈਂਡੈਂਟ ਨੂੰ ਆਜ਼ਾਦ ਰਹਿਣ ਦਿਓ, ਉਹਨਾਂ ਨੂੰ ਆਪਣੇ ਡਿਸੀਜ਼ਨ ਲੈਣ ਦਿਓ, ਆਪਣੇ ਘਰ ਕਿਵੇਂ ਚਲਾਉਣਗੇ। ਉਹ ਉੱਥੇ ਫਿਰ ਗੜਬੜ ਹੁੰਦੀ ਹੈ। ਤੁਸੀਂ ਵੀ ਆਪਾਂ ਵੀ ਦੇਖਦੇ ਆ, ਹੈਗੇ ਨੇ ਸਾਡੇ ਆਪਣੀ ਫੈਮਿਲੀ ਦੇ ਵਿੱਚ ਵੀ ਹੈਗੇ ਨੇ ਇੱਦਾਂ ਦੇ ਕੇਸਿਸ, ਪਰ ਨਹੀਂ ਕਰਨਾ ਚਾਹੀਦਾ ਇੱਦਾਂ। ਬਹੁਤ ਸਾਰੇ ਮਾਪਿਓ ਇਹ ਵੀ ਕਰਦੇ ਆ ਵੀ ਕੁੜੀਆਂ ਨੂੰ ਤੂੰ ਫੈਸ਼ਨ ਨਹੀਂ ਕਰਨਾ, ਤੂੰ ਇਹੋ ਜਿਹੇ ਕੱਪੜੇ ਨਹੀਂ ਪਾਉਣੇ। ਚਾਹੇ ਬੱਚਾ ਮਤਲਬ ਬਹੁਤ ਦਿਮਾਗੀ ਤੌਰ 'ਤੇ ਬਹੁਤ ਸੁਲਝਿਆ ਹੋਇਆ ਬੱਚਾ, ਆਪਣਾ ਆਲਾ ਦੁਆਲਾ ਆਪਣਾ ਚੰਗਾ ਬੁਰਾ ਸਭ ਕੁਝ ਜਾਣਦਾ ਹੁੰਦਾ ਕਈ ਵਾਰ, ਪਰ ਕੁੜੀਆਂ 'ਤੇ ਬਹੁਤ ਸਾਰੀਆਂ ਹਦਾਇਤਾਂ ਲਾ ਦਿੰਦੇ ਆ ਵੀ ਤੂੰ ਆਹ ਨਹੀਂ ਪਾਏਂਗੀ, ਉੱਥੇ ਜਾ ਕੇ ਨਹੀਂ ਖਾਏਂਗੀ, ਇੰਨਾ ਉੱਚੀ ਹੱਸੇਂਗੀ ਨਹੀਂ, ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਤੁਸੀਂ ਤਾਂ ਨਹੀਂ ਕੁਛ ਇਹੋ ਜਿਹਾ ਜ਼ਿੰਦਗੀ 'ਚ ਸੋਚਿਆ ਸੀ ਜਾਂ ਕੀਤਾ? ਨਾ, ਉਹ ਅਸੀਂ ਬੱਚੇ ਆਪਣੀ ਮਰਜ਼ੀ ਨਾਲ ਜੋ ਪਾਉਣਾ ਪਾਉਂਦੇ ਆ, ਜੋ ਖਾਣਾ ਖਾਂਦੇ ਆ। ਅਸੀਂ ਕਦੇ, ਮੈਂ ਤਾਂ ਜੇ ਕਹਿ ਵੀ ਦਿੰਦੀ ਹਾਂ ਕਈ ਵਾਰੀ ਉਹਨੂੰ, ਪਰ ਫਿਰ ਵੀ ਉਹ ਜੇ ਮੈਨੂੰ ਕੋਈ ਗਲਤ ਲੱਗੇ, ਜਿਵੇਂ ਵੀ ਉਹਨੇ ਕੋਈ ਇੱਦਾਂ ਦਾ ਪਾਇਆ ਹੈ, ਤਾਂ ਮੈਂ ਉਹਨੂੰ ਕਹਿ ਦਿੰਦੀ ਹਾਂ ਵੀ ਇਹ ਨਹੀਂ ਪਾਉਣਾ, ਅਤੇ ਉਹ ਫਿਰ ਮੰਨ ਵੀ ਲੈਂਦੀ, ਨਹੀਂ ਪਾਉਂਦੀ। ਵੈਸੇ ਬੱਚੇ ਠੀਕ, ਵਧੀਆ, ਆਪਣੇ ਹਿਸਾਬ ਨਾਲ ਠੀਕ ਨੇ। ਉਹ ਤੁਸੀਂ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਦੀ ਫੀਡਬੈਕ ਦਿਓਗੇ, ਜਿੱਦਾਂ ਸੰਸਕਾਰ ਦਿਓਗੇ, ਬੱਚੇ ਉੱਦਾਂ ਦੇ ਬਣ ਜਾਣਗੇ। ਉਹ ਸੁਸਾਇਟੀ 'ਤੇ ਡਿਪੈਂਡ ਕਰਦਾ। ਤੁਸੀਂ ਉਹਦੀ ਸੋਚ ਨੂੰ ਤੁਸੀਂ ਜਿਹੜਾ ਹੈਗਾ ਉਹ ਤੁਹਾਡੀ ਸੁਸਾਇਟੀ ਅਤੇ ਤੁਹਾਡਾ ਜਿਹੜਾ ਘਰ ਪਰਿਵਾਰ ਹੈ ਉੱਥੋਂ ਹੀ ਉਹਨੇ ਡਿਵੈਲਪ ਹੋਣਾ ਹੈ। ਅਤੇ ਤੁਸੀਂ ਜਦੋਂ ਬੱਚਾ ਵੱਡਾ ਹੋ ਗਿਆ ਨਾ, ਫਿਰ ਉਹਨੂੰ ਚੇਂਜ ਕਰਨਾ ਬਹੁਤ ਔਖਾ ਹੈ। ਉਹਨੂੰ ਸ਼ੁਰੂ 'ਚ ਹੀ ਜੇ ਅਸੀਂ ਮਤਲਬ ਕਿ ਸੰਸਕਾਰ ਇੱਦਾਂ ਦੇ ਦੇ ਦਈਏ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪਏਗਾ ਵੀ ਤੂੰ ਇੱਦਾਂ ਦੇ ਕੱਪੜੇ ਕਿਉਂ ਪਾਏਗਾ ਹੀ ਨਹੀਂ। ਉਹ ਬੱਚਾ ਆਪ ਹੀ ਨਹੀਂ ਪਾਏਗਾ। ਹੁਣ ਮੇਰੀ ਛੋਟੀ ਬੇਟੀ ਹੈ, ਇੱਕ ਵਾਰੀ ਸਕੂਲ 'ਚ ਫੰਕਸ਼ਨ ਹੋਇਆ ਅਤੇ ਉਹਦੀ ਫਰੈਂਡ ਕੱਪੜੇ ਪਾ ਕੇ ਆਈ ਅਤੇ ਉਹਨੇ ਵਾਪਸ ਭੇਜਤਾ, ਚੱਲ ਤੂੰ ਚੇਂਜ ਕਰਕੇ ਆ, ਅਤੇ ਠੀਕ ਨਹੀਂ ਲੱਗ ਰਿਹਾ ਅੱਗੇ। ਮੇਰੀ ਬੇਟੀ ਇਹ ਤੁਹਾਡੀ ਪਰਵਰਿਸ਼ 10th ਵਿੱਚ ਸੀ ਬੇਟੀ ਮੇਰੀ ਉਦੋਂ, ਅਤੇ ਉਹਨੂੰ ਮੈਂ ਲੈ ਕੇ ਜਾਣਾ ਸੀਗਾ। ਉਹ ਪਹਿਲਾਂ ਬੇਟੀ ਨੂੰ ਲਿਆ ਕੇ, ਪਾਪਾ ਉਹ ਨਾਂ ਭੁੱਲ ਗਿਆ ਬੇਟੀ ਦਾ, ਮੈਂ ਉਹਦੀ ਸਹੇਲੀ ਦਾ, ਅਤੇ ਉਹਨੂੰ ਘਰੋਂ ਜਦੋਂ ਲਿਆ ਤਾਂ ਉਹਨੇ ਫਿਰ ਉਹਦੇ ਕੱਪੜੇ ਚੇਂਜ ਕਰਾਏ। ਬੇਟੀ ਮੇਰੀ ਨੇ ਕਹਿੰਦੇ ਨਹੀਂ ਇਹ ਨਹੀਂ ਠੀਕ ਲੱਗ ਰਿਹਾ, ਤੂੰ ਚੇਂਜ ਕਰਕੇ ਆ। ਇਹ ਸਹੀ ਗੱਲ ਆ ਵੀ ਇਹ ਤੁਹਾਡੀ ਪਰਵਰਿਸ਼ ਹੀ ਆ। ਜਿਵੇਂ ਤੁਸੀਂ ਕਿਹਾ ਵੀ ਇੱਕ ਬੇਟੀ ਦੀ ਇੱਕ ਫਰੈਂਡ ਦੇ ਫਾਦਰ ਆਏ ਹੈ ਨਾ, ਖਾਸ ਤੁਹਾਨੂੰ ਮਿਲਣ ਲਈ, ਵੀ ਤੁਸੀਂ ਕੀ ਸੰਸਕਾਰ ਦਿੱਤੇ ਨੇ, ਤੁਹਾਡੇ ਬੱਚੇ ਇੰਨੇ ਚੰਗੇ ਨੇ। ਤਾਂ ਬਹੁਤ ਸੋਹਣੀ ਮਤਲਬ ਤੁਸੀਂ ਗੱਲਬਾਤ ਕੀਤੀ ਆ। ਸ਼ਾਇਦ ਬਹੁਤ ਸਾਰੀਆਂ ਗੱਲਾਂ ਆਪਾਂ ਕਰਨੋਂ ਰਹਿ ਵੀ ਗਈਆਂ ਹੋਣਗੀਆਂ, ਕਿਉਂਕਿ ਇਹ ਹੈ ਕਿ ਬਹੁਤ ਸਾਰੇ ਲੋਕ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਮਾਂ ਪਿਓ ਵੀ ਫਿਰ ਦਖਲ ਦਿੰਦੇ ਆ ਅਤੇ ਬੰਦੇ ਸਪੋਰਟ ਨਹੀਂ ਕਰਦੇ, ਫਿਰ ਕੁੜੀਆਂ ਮਜਬੂਰ ਹੋ ਜਾਂਦੀਆਂ ਨੇ, ਬਹੁਤ ਮਤਲਬ ਫਿਰ ਜ਼ਿੰਦਗੀ ਉਲਝ ਜਾਂਦੀ ਆ ਹੈ ਨਾ, ਸਿਰਫ ਇਸ ਲਈ ਵੀ ਧੀਆਂ ਕਿਉਂ ਨੇ, ਜਾਂ ਇੱਕ ਧੀ ਕਿਉਂ ਆ, ਜਾਂ ਹੋਰ ਔਲਾਦ ਕਿਉਂ ਨਹੀਂ ਹੋ ਰਹੀ। ਫਿਰ ਦੂਜੇ ਵਿਆਹਾਂ ਤੱਕ ਗੱਲਾਂ ਚਲੀਆਂ ਜਾਂਦੀਆਂ ਨੇ, ਡਿਵੋਰਸ ਤੱਕ ਗੱਲਾਂ ਚਲੀਆਂ ਜਾਂਦੀਆਂ। ਅਬੋਰਸ਼ਨਸ ਤਾਂ ਇਹਦੇ ਵਿੱਚ ਬਹੁਤ ਛੋਟੀ ਚੀਜ਼ ਹੈ, ਛੋਟੀ ਚੀਜ਼ ਹੈ। ਅਤੇ ਉਮੀਦ ਕਰਦੇ ਹਾਂ ਵੀ ਬਹੁਤ ਸਾਰੇ ਲੋਕਾਂ ਨੂੰ ਸੇਧ ਵੀ ਮਿਲੀ ਹੋਊਗੀ। ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਧੀਆਂ ਦੇ ਮਾਂ ਪਿਓ ਹੋਣ 'ਤੇ ਫ਼ਖਰ ਮਹਿਸੂਸ ਕਰਦੇ ਹਾਂ, ਹੈ ਨਾ, ਤਾਂ ਸਾਰੇ ਮਾਂ ਪਿਓ ਹੀ ਇੱਦਾਂ ਫ਼ਖਰ ਮਹਿਸੂਸ ਕਰਨਾ, ਅਸੀਂ ਤਾਂ ਇਹੀ ਚਾਹੁੰਦੇ ਹਾਂ। ਅਤੇ ਜੇ 10% ਲੋਕ ਵੀ ਇਹ ਗੱਲਬਾਤ ਸੁਣ ਕੇ ਮਤਲਬ ਚੇਂਜ ਹੋਣਗੇ ਤਾਂ ਬਹੁਤ ਚੰਗੀ ਗੱਲ ਆ। ਅਤੇ ਅਖੀਰ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਵੀ ਕੁੜੀਆਂ ਹੋਣ 'ਤੇ ਸਾਡਾ ਫਿਊਚਰ ਕਿਹੋ ਜਿਹਾ ਹੋਵੇਗਾ, ਵੀ ਫਿਊਚਰ 'ਚ ਪਤਾ ਨਹੀਂ ਸਾਨੂੰ ਕੋਈ ਸੰਭਾਲੇਗਾ ਜਾਂ ਨਹੀਂ, ਹੈ ਨਾ? ਨਹੀਂ, ਸਾਡਾ ਫਿਊਚਰ ਬ੍ਰਾਈਟ ਹੈ, ਬਹੁਤ ਵਧੀਆ, ਕੋਈ ਐਸੀ ਗੱਲ ਨਹੀਂ। ਸਾਨੂੰ ਇੱਦਾਂ ਦਾ ਕਦੀ ਮਹਿਸੂਸ ਹੀ ਨਹੀਂ ਹੋਇਆ। ਕੁੜੀਆਂ ਸਗੋਂ ਜ਼ਿਆਦਾ ਸਾਂਭਦੀਆਂ ਨੇ ਪੇਰੈਂਟਸ ਨੂੰ ਮੁੰਡਿਆਂ ਦੇ ਕੰਪੈਰੀਟਿਵ। ਨਹੀਂ, ਇੱਕ ਆਪਾਂ ਆਮ ਹੀ ਗੱਲ ਆਪਣੇ ਆਮ ਹੀ ਕਹਿੰਦੇ ਨੇ, ਧੀਆਂ ਸਾਂਭਦੀਆਂ ਨੇ, ਆ ਕੇ ਧੀਆਂ ਸਾਂਭਦੀਆਂ ਨੇ, ਸੁਣਦੇ ਨੇ ਵੀ ਫਲਾਣਾ ਜਿੰਨੇ ਮਰਜ਼ੀ ਮੁੰਡੇ ਹੋਏ ਜਾਣ, ਧੀਆਂ ਆ ਕੇ ਦੁੱਖ ਸੁਣਦੀਆਂ ਨੇ ਧੀਆਂ, ਤੇ ਸਾਡੇ ਤਾਂ ਹੈਗੀਆਂ ਧੀਆਂ। ਕਹਿੰਦੇ ਨੇ ਵੱਡੀ ਗੱਲ ਹੈ ਧੀਆਂ ਦੁੱਖ ਵੰਡਾਉਂਦੀਆਂ ਤੇ ਮੁੰਡੇ ਜਾਇਦਾਦ। ਪਰ ਇਹ ਵੀ ਹੁੰਦਾ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਕੁੜੀਆਂ ਦੇ ਆਪਣੇ ਵੀ ਪਰਿਵਾਰ ਨੇ, ਉੱਥੇ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉੱਥੇ ਵੀ ਉਲਝੀਆਂ ਹੁੰਦੀਆਂ ਨੇ, ਸ਼ਾਇਦ ਇੱਕ ਆਵਾਜ਼ 'ਤੇ ਨਾ ਆ ਸਕਣ। ਨਹੀਂ, ਅਸੀਂ ਕਦੇ ਆਸ ਹੀ ਨਹੀਂ ਰੱਖੀ ਹਾਂ ਨਾ,
ਦੇਖੋ ਤੁਸੀਂ ਠੀਕ ਹੈ, ਸਾਡੇ ਆਪਾਂ ਸਰੀਰ ਨੇ ਆਪਣੇ, ਕੱਲ ਨੂੰ ਆਪਾਂ ਬਿਮਾਰ ਵੀ ਹੋ ਸਕਦੇ ਹਾਂ ਕੁਝ ਵੀ, ਤਾਂ ਤੁਸੀਂ ਆਪਣਾ ਹੱਲ ਆਪ ਲੱਭੋ। ਤੁਸੀਂ ਇਹ ਨਹੀਂ ਵੀ ਬੱਚਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿਓ। ਬੱਚਿਆਂ ਦੀ ਆਪਣੀ ਪ੍ਰੋਬਲਮਸ ਨੇ, ਆਪਣੇ ਉਹਨਾਂ ਦੀ ਕੋਈ ਜੌਬ ਹੋਏਗੀ, ਬੱਚਿਆਂ ਦੇ ਆਪਣੇ ਬੱਚੇ ਹੋਣਗੇ, ਤੇ ਅਸੀਂ ਉਹਨਾਂ ਨੂੰ ਡਿਸਟਰਬ ਕਰੀਏ, ਨਹੀਂ, ਮੇਰੀ ਇਹ ਸੋਚ ਨਹੀਂ ਹੈ। ਮੈਨੂੰ ਲੱਗਦਾ ਵੀ ਪ੍ਰੋਬਲਮ ਔਲਾਦ ਨਹੀਂ ਹੈਗੀ, ਪ੍ਰੋਬਲਮ ਸਾਡਾ ਆਲਾ ਦੁਆਲਾ, ਜਿਹਦੇ 'ਚ ਸਿਰਫ ਸਾਨੂੰ ਇਹੀ ਸਿਖਾਇਆ ਜਾਂਦਾ ਵੀ ਤੁਹਾਡਾ ਫਿਊਚਰ ਔਲਾਦ ਦੇ ਸਿਰ ਤੇ ਹੀ ਆ ਕੱਲ ਨੂੰ, ਹਨਾ। ਜੇ ਤੁਸੀਂ ਬੇਔਲਾਦ ਹੋ ਬਿਲਕੁਲ ਤੁਸੀਂ ਬਹੁਤ ਤੰਗ ਹੋਵੋਗੇ। ਮਤਲਬ ਕਿ ਸਾਨੂੰ ਇਹ ਨਾ ਆਦਤ ਬਣ ਚੁੱਕੀ ਹੈ ਵੀ ਦੂਜੇ ਤੇ ਡਿਪੈਂਡ ਰਹਿਣ ਦੀ, ਤੇ ਦੂਜਿਆਂ ਨੂੰ ਇਹ ਕਹਿ ਲਓ ਵੀ ਔਲਾਦ ਨੂੰ ਤੰਗ ਕਰਨ ਦੀ। ਉਹਨਾਂ ਨੂੰ ਅਸੀਂ ਖੁੱਲ ਕੇ ਉਹਨਾਂ ਨੂੰ ਇਹਨੇ ਜੀਣ ਨਹੀਂ ਦੇਣਾ ਚਾਹੁੰਦੇ ਵੀ ਉਹ ਇਹ ਗੁਲਾਮ ਹੀ ਰਹਿਣ, ਵੀ ਅਸੀਂ ਆਵਾਜ਼ ਮਾਰੀਏ, ਠੀਕ ਹੈ। ਵੀ ਡਿਕਟੇਟਰਸ਼ਿਪ ਹੁੰਦੀ ਹੈ ਪੇਰੈਂਟਸ ਦੀ, ਜਿਹੜੇ ਅਸੀਂ ਮਾਂ ਪਿਓ ਜਿਹੜੇ ਡਿਕਟੇਟਰ ਹੁੰਦੇ ਨੇ, ਵੀ ਬੱਚੇ ਵਾਸਤੇ ਨੂੰ ਬੱਚੇ ਨੂੰ ਜੋ ਮੈਂ ਕਹਿ ਤਾ ਉਹਨੂੰ ਕਰਨਾ ਪਏਗਾ। ਜੇ ਨਹੀਂ ਕਰਦਾ ਤਾਂ ਬਸ ਤੂੰ ਮੇਰਾ ਮੁੰਡਾ ਨਹੀਂ, ਤੂੰ ਮੇਰੀ ਕੁੜੀ ਨਹੀਂ। ਅਸੀਂ ਸਾਰੀ ਉਮਰ ਯਾਦ ਕਰਾਉਂਦੇ ਆ ਵੀ ਅਸੀਂ ਬਹੁਤ ਛੇਤੀ ਬੁੱਢੇ ਹੋਣ ਵਾਲੇ ਆ ਤੇ ਤੇਰੇ ਤੇ ਭਾਰ ਬਣਨ ਵਾਲੇ ਆ, ਤੇਰੇ ਤੇ ਭਾਰ ਬਣਨਾ। ਬਿਲਕੁਲ, ਚਾਹੇ ਅਸੀਂ ਨੌਕਰੀ ਕਰਦੇ ਆ, ਚਾਹੇ ਅਸੀਂ ਮਤਲਬ ਜਿੰਨਾ ਮਰਜ਼ੀ ਵਧੀਆ ਰਿਜ਼ਕ ਪ੍ਰਮਾਤਮਾ ਨੇ ਸਾਨੂੰ ਦਿੱਤਾ, ਤੇ ਇਹ ਸਾਡੇ ਦਿਮਾਗ 'ਚ ਵੀ ਗੱਲ ਬੈਠੀ ਹੋਈ ਹੈ। ਗਾਂ ਅਸੀਂ ਔਲਾਦ ਦੇ ਦਿਮਾਗ 'ਚ ਵੀ ਬਿਠਾਉਂਦੇ ਆ ਵੀ ਅਸੀਂ ਕੱਲ ਨੂੰ ਤੇਰੇ ਤੇ ਬੋਝ ਬਣਨਾ ਤੇ ਤੂੰ ਸਾਨੂੰ ਸੰਭਾਲਣਾ, ਹੈ ਨਾ। ਇਹ ਨਹੀਂ ਕਹਿਣਾ ਚਾਹੀਦਾ ਬੱਚਿਆਂ ਨੂੰ। ਤੁਸੀਂ ਪਹਿਲੀ ਗੱਲ ਤਾਂ ਤੁਸੀਂ ਅੱਜ ਕੱਲ੍ਹ ਦੇ ਆਪਾਂ ਮਾਹੌਲ 'ਚ ਦੇਖ ਰਹੇ ਹਾਂ ਵੀ ਚਾਹੇ ਮੁੰਡੇ ਨੇ ਕਿਸੇ ਦੇ, ਚਾਹੇ ਕੁੜੀਆਂ ਨੇ, ਉਹ ਸਭ ਬਾਹਰ ਜੋਬ ਕਰਦੇ ਨੇ। ਜੇ ਤੁਸੀਂ ਪੰਜਾਬ 'ਚ ਦੇਖ ਲਓ ਕਿੰਨੇ ਕੁ ਬੱਚੇ ਜੋਬ ਕਰ ਰਹੇ ਨੇ, ਸਭ ਬਾਹਰ ਜਾ ਰਹੇ ਨੇ, ਬੰਗਲੌਰ, ਹੈਦਰਾਬਾਦ, ਇੱਧਰ ਹੀ ਕਰ ਰਹੇ ਨੇ ਜੋਬ, ਜਾਂ ਬਾਹਰ ਫੋਰਨ ਕੰਟਰੀ। ਪੇਰੈਂਟਸ ਕੋਲ ਕਿੰਨੇ ਬੱਚੇ ਹੈ ਤੁਸੀਂ ਦੇਖੋ, ਹਰ ਘਰ 'ਚ ਤੁਸੀਂ ਦੇਖਦੇ ਜਾਓ, ਬਸ ਮੀਆਂ ਬੀਬੀ ਬੁੱਢੇ ਹੀ ਹੋਣਗੇ ਤਕਰੀਬਨ। ਤੇ ਇਹ ਬੱਚੇ ਇੰਨੀ ਦੂਰੋਂ ਜੇ ਤੁਸੀਂ ਉਹਨਾਂ ਨੂੰ ਕਹੋਗੇ ਮੈਂ ਬਿਮਾਰ ਹੋ ਗਿਆ ਜੀ ਤੂੰ ਆ ਜਾ, ਤੇ ਕਿੰਨੀ ਗਲਤ ਗੱਲ ਹੈ। ਬੱਚਾ ਕਿਵੇਂ ਆਏਗਾ, ਉਹਦੇ ਕਿੰਨਾ ਸਟ੍ਰੈਸ ਹੋਏਗਾ। ਤੁਸੀਂ ਇੱਥੇ ਨੇੜੇ ਹੱਲ ਲੱਭੋ, ਹੈ ਨਾ। ਬਹੁਤ ਸਾਰੇ ਲੋਕ ਹੈਗੇ ਨੇ, ਤੁਸੀਂ ਅਟੈਂਡੈਂਟ ਰੱਖ ਲਓ, ਹੈ ਨਾ, ਕਿਸੇ ਨੂੰ ਰੁਜ਼ਗਾਰ ਮਿਲ ਜਾਏਗਾ ਨਾਲੇ, ਤੇ ਨਾਲੇ ਤੁਹਾਡੀ ਪ੍ਰੋਬਲਮ ਸੋਲਵ ਹੋ ਗਈ ਜੀ। ਬੱਚੇ ਵੀ ਥੋੜ੍ਹਾ ਰਿਲੈਕਸ ਫੀਲ ਕਰਨਗੇ। ਹਾਂਜੀ, ਨਹੀਂ, ਸ਼ੁਕਰੀਆ ਤੁਸੀਂ ਟਾਈਮ ਕੱਢਿਆ, ਹੈ ਨਾ। ਤੇ ਉਮੀਦ ਕਰਦੇ ਹਾਂ ਵੀ ਉਹ ਤੁਹਾਡੇ ਮਨ 'ਚ ਇਹੋ ਜਿਹੀਆਂ ਕੋਈ ਫਿਕਰਾਂ ਨਾ ਹੋਣ। ਤੇ ਮੈਂ ਨਹੀਂ ਕਹਿੰਦੀ ਵੀ ਤੁਹਾਡੀਆਂ ਧੀਆਂ ਤੁਹਾਨੂੰ ਪੁੱਤਰਾਂ ਤਰ੍ਹਾਂ ਸੰਭਾਲਣ, ਨਹੀਂ, ਤੁਹਾਡੀਆਂ ਧੀਆਂ ਤੁਹਾਨੂੰ ਧੀਆਂ ਬਣ ਕੇ ਹੀ ਸੰਭਾਲਣ, ਹੈ ਨਾ। ਕਿਉਂਕਿ ਬਹੁਤ ਸਾਰੇ ਹਾਲਾਤਾਂ 'ਚ ਮੈਨੂੰ ਲੱਗਦਾ ਉਹ ਪੁੱਤਰਾਂ ਨਾਲੋਂ ਬਿਹਤਰ ਹੁੰਦੀਆਂ ਨੇ। ਹਾਂ, ਇਹ ਗੱਲ ਨਹੀਂ ਕਹਿਣੀ ਪੁੱਤਰਾਂ ਵਾਂਗੂ ਸਾਂਭਣਾ, ਬਿਲਕੁਲ। ਧੀਆਂ ਹੀ ਸੇਮ ਨੇ, ਧੀਆਂ ਪੁੱਤਰ ਇੱਕੋ ਦਰਜਾ ਹੈ। ਹਾਂ, ਪੁੱਤਰ ਵੀ ਜਿਉਂਦੇ ਰਹਿਣ, ਦੁਨੀਆ ਭਰ ਦੇ ਸਾਰੇ ਪੁੱਤਰ ਵੀ ਜਿਉਂਦੇ ਰਹਿਣ, ਧੀਆਂ ਵੀ ਜਿਉਂਦੇ ਰਹਿਣ। ਆਪਾਂ ਡਿਵਾਈਡ ਨਾ ਕਰੋ ਧੀ ਪੁੱਤ ਨੂੰ, ਦੋਨੇ ਭੈਣ ਭਰਾ ਹੈ ਉਹ ਇਕੁਅਲ ਹੋਣੇ ਚਾਹੀਦੇ ਨੇ। ਹਾਂ, ਬਿਲਕੁਲ। ਬਹੁਤ ਸੋਹਣੀਆਂ ਗੱਲਾਂ ਇਹਨਾਂ ਨੇ ਕੀਤੀਆਂ, ਬਹੁਤ ਸਾਰੀਆਂ ਗੱਲਾਂ ਇਹਨਾਂ ਗੱਲਾਂ 'ਚੋਂ ਵੀ ਨਿਕਲ ਕੇ ਆਉਂਦੀਆਂ ਨੇ ਵੀ ਜਿੱਥੇ ਤੁਹਾਡੀ ਸੋਚ ਖੜੀ ਹੁੰਦੀ ਹੈ ਵੀ ਜਦੋਂ ਤੁਸੀਂ ਇੱਕ ਔਰਤ ਨੂੰ, ਜਿਹੜੀ ਧੀ ਦੀ ਜਾਂ ਧੀਆਂ ਦੀ ਮਾਂ ਹੈ, ਜਦੋਂ ਉਹਨੂੰ ਤੁਸੀਂ ਇੱਕ ਛੋਟਾ ਜਿਹਾ ਤਾਨਾ ਦੇ ਦਿੰਦੇ ਹੋ ਵੀ ਓਹੋ ਇਹਨੇ ਵਿਚਾਰੀ ਨੇ ਸਾਰੀ ਉਮਰ ਕਿਸੇ ਤੋਂ ਪਾਣੀ ਵਾਰ ਕੇ ਨਹੀਂ ਪੀਤਾ, ਹੈ ਨਾ। ਤਾਂ ਇਹੋ ਜਿਹੀਆਂ ਜਿਹੜੀਆਂ ਬਹੁਤ ਛੋਟੀਆਂ ਗੱਲਾਂ ਨੇ, ਮੈਨੂੰ ਲੱਗਦਾ ਜਦੋਂ ਇਹੋ ਜਿਹੀਆਂ ਅਸੀਂ ਕਹਾਣੀਆਂ ਦੇਖਦੇ ਹਾਂ ਤਾਂ ਉਹ ਛੋਟੀਆਂ ਹੋ ਜਾਣੀਆਂ ਚਾਹੀਦੀਆਂ ਨੇ, ਬਹੁਤ ਛੋਟੀਆਂ। ਔਲਾਦ ਆ ਜਿਹੜੀ, ਉਹਦਾ ਮਾਣ ਜਾਂ ਉਹਦਾ ਸਹਾਰਾ ਜਾਂ ਉਹਦੇ ਰਿਜ਼ਕ ਦਾ ਜਿਹੜਾ ਸਹਾਰਾ ਉਹ ਸਿਰਫ ਉਹਦੇ ਮਾਂ ਪਿਓ ਨੂੰ ਹੁੰਦਾ। ਅਗਲੀ ਉਸ ਤੋਂ ਪੀੜ੍ਹੀ ਜਾਂ ਉਸ ਤੋਂ ਅਗਲੀ ਪੀੜ੍ਹੀ ਜਾਂ ਆਲੇ ਦੁਆਲੇ ਨੂੰ ਕਿਸੇ ਦੀ ਔਲਾਦ ਦਾ ਕੋਈ ਭਾਅ ਨਹੀਂ ਹੁੰਦਾ। ਇਹ ਅਸੀਂ ਹੁਣ ਬਹੁਤ ਖੁੱਲ੍ਹੀਆਂ ਅੱਖਾਂ ਨਾਲ ਆਪਣੇ ਆਲੇ ਦੁਆਲੇ ਦੇਖ ਰਹੇ ਹਾਂ। ਜਿਵੇਂ ਇਹਨਾਂ ਨੇ ਕਿਹਾ ਕਿ ਕਦੇ ਵੀ ਔਲਾਦ ਨੂੰ ਇਹ ਸਮਝ ਕੇ ਵੀ ਨਾ ਪਾਲੋ ਕਿ ਉਹ ਬੁਢਾਪੇ 'ਚ ਤੁਹਾਡਾ ਸਹਾਰਾ ਬਣੇਗੀ, ਅਤੇ ਇਸ ਪੱਖੋਂ ਤੁਸੀਂ ਮੁੰਡੇ ਦੀ ਚਾਹ ਨਾ ਰੱਖੋ ਜਾਂ ਫਿਰ ਤੁਸੀਂ ਕੁੜੀਆਂ ਨੂੰ ਨਕਾਰੋ। ਇਹ ਇੱਛਾ ਵੀ ਤੁਹਾਡੇ ਅੰਦਰ ਨਹੀਂ ਹੋਣੀ ਚਾਹੀਦੀ। ਤੁਸੀਂ ਆਪਣੇ ਬੁਢਾਪੇ ਲਈ ਖੁਦ ਸੋਚੋ। ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਇੰਨਾ ਕੁ ਆਰਥਿਕ ਤੌਰ 'ਤੇ ਆਪਣੇ ਆਪ ਨੂੰ ਜ਼ਰੂਰ ਮਜ਼ਬੂਤ ਰੱਖੋ ਕਿ ਤੁਹਾਨੂੰ ਕੱਲ੍ਹ ਨੂੰ ਔਲਾਦ ਦੇ ਸਹਾਰੇ ਜ਼ਿੰਦਗੀ ਜਿਉਣੀ ਆ, ਇਹ ਫਿਕਰਾਂ ਨਹੀਂ ਹੋਣੀਆਂ ਚਾਹੀਦੀਆਂ। ਮੁੰਡਾ ਜਾਂ ਕੁੜੀ ਕਦੇ ਵੀ ਤੁਹਾਨੂੰ ਜ਼ਿਆਦਾ ਕੌਣ ਸੰਭਾਲੂਗਾ ਇਹ ਤੈਅ ਨਾ ਕਰੋ, ਬਲਕਿ ਇਹੋ ਜਿਹੀ ਸੋਚ ਨਾਲ ਉਹਨਾਂ ਨੂੰ ਪਾਲੋ ਕਿ ਚਾਹੇ ਤੁਹਾਡੇ ਧੀ ਆ, ਚਾਹੇ ਤੁਹਾਡੇ ਪੁੱਤਰ ਆ, ਉਹ ਤੁਹਾਨੂੰ ਸਿਰਫ ਆਪਣੇ ਮਾਂ ਪਿਓ ਹੋਣ ਦੇ ਨਾਤੇ ਸੰਭਾਲਣ, ਨਾ ਕਿ ਇਸ ਨਾਤੇ ਸੰਭਾਲਣ ਕਿ ਤੁਸੀਂ ਉਹਨਾਂ ਨੂੰ ਕੱਲ੍ਹ ਨੂੰ ਜਾਇਦਾਦ ਦੇਣੀ ਆ। ਜਦੋਂ ਅਸੀਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਕਰਨ ਲੱਗ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਔਲਾਦ ਵਿਚਲਾ ਜਿਹੜਾ ਮੁੰਡੇ ਕੁੜੀ ਵਾਲਾ ਫਰਕ ਆ ਸਾਡੇ ਦਿਮਾਗਾਂ 'ਚੋਂ ਨਿਕਲ ਜਾਊਗਾ। ਸਾਇੰਸ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਪਰ ਸਾਇੰਸ ਨੇ ਨਾਲ ਦੀ ਨਾਲ ਸਾਨੂੰ ਇਹ ਚੀਜ਼ਾਂ ਵੀ ਦਿੱਤੀਆਂ ਕਿ ਅਸੀਂ ਕੁਦਰਤ ਦੇ ਵਿਰੁੱਧ ਵੀ ਜਾਣ ਲੱਗ ਗਏ, ਜਿਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਕੁੜੀਆਂ ਅਬੋਰਸ਼ਨ ਵਾਲੀਆਂ ਚੀਜ਼ਾਂ ਹੰਢਾ ਰਹੀਆਂ ਨੇ। ਮੈਨੂੰ ਲੱਗਦਾ ਵੀ ਜੇ ਪੜ੍ਹ ਲਿਖ ਕੇ ਵੀ ਤੁਹਾਡਾ ਨਜ਼ਰੀਆ ਇਸ ਗੱਲੋਂ ਨਹੀਂ ਬਦਲਿਆ ਕਿ ਧੀ ਜਾਂ ਪੁੱਤਰ 'ਚ ਕੋਈ ਫਰਕ ਨਹੀਂ ਹੁੰਦਾ। ਜੇ ਤੁਹਾਡੇ ਪੁੱਤਰ ਹੈ ਤਾਂ ਕਿਸੇ ਬਗਾਨੇ ਘਰ 'ਚੋਂ ਇੱਕ ਧੀ ਆ ਕੇ ਤੁਹਾਨੂੰ ਸੰਭਾਲਦੀ ਆ, ਜੇ ਤੁਹਾਡੀ ਧੀ ਆ ਤਾਂ ਉਹ ਤੁਹਾਨੂੰ ਸੰਭਾਲਦੀ ਆ। ਇਹ ਫਰਕ ਮਿਟਾ ਕੇ ਜਿਹੜਾ ਤੁਸੀਂ ਅੱਗੇ ਵਧੋ,
ਜੇ ਫਿਰ ਵੀ ਤੁਹਾਡੇ ਮਨਾਂ 'ਚ ਇਹ ਫਰਕ ਆ ਤਾਂ ਸੱਚੀ ਸਾਨੂੰ 21ਵੀਂ ਸਦੀ 'ਚ ਰਹਿਣ ਦਾ ਕੋਈ ਹੱਕ ਨਹੀਂ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਹੈ ਕਿ ਜਿੱਥੇ ਧੀਆਂ ਬਹੁਤ ਖੂਬਸੂਰਤੀ ਨਾਲ, ਬਹੁਤ ਧਿਆਨ ਨਾਲ ਮਾਂ-ਪਿਓ ਨੂੰ ਸੰਭਾਲਦੀਆਂ ਨੇ, ਅੱਗੋਂ ਆਪਣੇ ਸੱਸ ਸਹੁਰੇ ਨੂੰ ਵੀ ਸੰਭਾਲਦੀਆਂ ਨੇ, ਅਤੇ ਖਾਨਦਾਨ ਦੇ ਨਾਂ ਨੇ ਜਿਹੜੇ ਉਹ ਕਦੀ ਮੈਨੂੰ ਨਹੀਂ ਲੱਗਦਾ ਵੀ ਮੁੰਡਿਆਂ ਦੇ ਕਰਕੇ ਚੱਲਦੇ ਨੇ। ਕਿਸੇ ਦੀ ਧੀ ਆਉਂਦੀ ਆ ਤੁਹਾਡੇ ਖਾਨਦਾਨ ਨੂੰ ਅੱਗੇ ਤੋਰਨ ਲਈ, ਅਤੇ ਉਹਨੂੰ ਉਹਦਾ ਬਣਦਾ ਜਿਹੜਾ ਮਾਣ ਸਤਿਕਾਰ ਆ ਉਹ ਜ਼ਰੂਰ ਦੇਣਾ ਚਾਹੀਦਾ। ਅਤੇ ਇਸੇ ਗੱਲ ਨਾਲ ਅਸੀਂ ਇਜਾਜ਼ਤ ਲੈਂਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਡਾ ਨਜ਼ਰੀਆ ਜ਼ਰੂਰ ਬਦਲੂਗਾ। ਅਗਲੀ ਵਾਰ ਫਿਰ ਤੋਂ ਕਿਸੇ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।